श्री अकाल जी। हमदर्द टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ विच मैं हां तरनजीत कौर घुम्मण। सो इस वक्त जो ताज़ा खबरां ने लैके हाज़र आ जी तुहाडे रूबरू हो रहे हैं। सो कल भी सानू एक दर्शक ने सानू अपडेट कीता सी कुछ खबर दे बारे विच। अज भी असीं उम्मीद करांगे कि जेकर कोई खबर साडे तो छुट रही है तो उन्हां खबरां बारे सानू तुसीं जरूर दस्सिओ, अपडेशन दिओ ते जेकर कोई जानकारी हासिल करना चाहुंदे हो ਤਾਂ ਸਾਨੂੰ ਹੇਠ ਲਿਖੇ ਨੰਬਰਸ ਦੇ ਉੱਤੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਸਿਰਫ ਜਾਣਕਾਰੀ ਹੀ ਨਹੀਂ, ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਵੀ ਰੱਖਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਹੇਠ ਲਿਖੇ ਨੰਬਰਸ ਦੇ ਉੱਤੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੋੜ ਲੈਣਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਮੇਰੇ ਸਹਿਯੋਗੀ ਮਰਗਿੰਦਰ ਨਾਚੀ ਨੂੰ ਬਹੁਤ ਬਹੁਤ ਸਵਾਗਤ ਹੈ ਸਰ। ਸਰ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ, ਆਪਣੇ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਨਮਸਕਾਰ। ਪਹਿਲਾਂ ਮੈਨੇ ਹੁਣ ਦੱਸੋ ਤੁਸੀਂ ਹੱਸ ਕਿਉਂ ਰਹੇ ਹੋ ਸ਼ੁਰੂ ਹੁੰਦੇ ਸਾਰ? सर एक्चुअली मैं रेडी हो ही नहीं सी बिल्कुल। सो एकदम जो पता लगे कि टाइम पूरा हो गया तो हम अपन जाके बैठना है। सो कई बार बहुत कुछ होता है, दर्शकों सिर्फ वही दिखता है कि जो इस वक्त असं स्क्रीन पर है प्रोग्राम शुरू करने तो पहला प्रोग्राम रेडी करने में बहुत टाइम लगता है, सारा कुछ पढ़ना पैंदा है, फिर इत्थे बैठ के सब कुछ सैट करना, फ्रेमिंग सैट करनी, बहुत कुछ ये पिछे मतलब पर्दे के पीछे बहुत कुछ चलता है। ਤੇ ਉਧਰੋਂ ਟੈਕਨੀਕਲ ਟੀਮ ਕਹਿੰਦੀ ਹੈ ਤੁਸੀਂ ਛੇਤੀ ਕਰੋ, ਰੈਡੀ ਹੋ, 6 ਵੱਜ ਗਏ ਆ। ਬਿਲਕੁਲ ਜੇ ਲੇਟ ਹੋ ਜਾਂਦੇ ਆ ਤਾਂ ਆਪਾਂ ਨੂੰ ਸੁਨੇਹੇ ਆਉਣ ਲੱਗ ਜਾਂਦੇ ਆ ਤੁਸੀਂ ਜੀ ਅੱਜ 7 ਮਿੰਟ ਲੇਟ ਸੀਗੇ। ਮੈਨੂੰ ਇੱਕ ਦਿਨ ਮੇਰੇ ਦੋਸਤ ਨੇ ਫੋਨ ਕੀਤਾ ਹੀ ਕਹਿੰਦਾ ਵਾ ਇੰਨੇ ਲੇਟ ਸੀਗੇ। ਮੈਂ ਕਿਹਾ ਯਾਰ ਸਾਡਾ ਕਈ ਵਾਰੀ ਇੱਥੇ ਕੰਮ ਕਰ ਜਿਵੇਂ ਤਰਨ ਨੇ ਦੱਸਿਆ ਜੀ ਕਈ ਕੁਝ ਚੱਲਦਾ ਇੱਥੇ ਤੇ ਉਹ ਫਿਰ ਕਈ ਵਾਰੀ ਅਸੀਂ ਸਮਾਂ ਸਕਿਪ ਕਰ ਜਾਂਦੇ, ਪਰ ਸਾਡੀ ਕੋਸ਼ਿਸ਼ ਹੁੰਦੀ ਪੂਰੇ 6 ਵਜੇ ਅਸੀਂ ਸ਼ੁਰੂ ਕੀਤੀ। ਅਸੀਂ ਅੱਜ ਹਲੇ ਰੈਡੀ ਨਹੀਂ ਸੀਗੇ ਤੇ ਸਾਡੀ ਟੈਕਨੀਕਲ ਟੀਮ ਰੈਡੀ ਸੀਗੀ ਜੀ ਤੇ ਉਹਨਾਂ ਨੇ ਸਾਨੂੰ ਨੋਟਿਸ ਸੈਕਿੰਡਸ ਦਾ ਨੋਟਿਸ ਹੁੰਦਾ ਜੀ ਸਾਨੂੰ ਜਦੋਂ ਉਹ ਕਾਊਂਟਡਾਊਨ ਸ਼ੁਰੂ ਕਰਦੇ ਆ ਵੀ ਤੁਹਾਡੀ ਹੁਣ ਵਾਰੀ ਆ ਗਈ ਹੈ ਤੇ ਉਦੋਂ ਉਹਨਾਂ ਨੇ ਕਾਊਂਟਡਾਊਨ ਸ਼ੁਰੂ ਕੀਤਾ। ਵੀ ਆਰ ਨਾਟ ਰੈਡੀ, ਦੈਟਸ ਵਾਈ ਤਰਨ ਵਾਸ ਲਾਫਿੰਗ। ਸਾਡੀ ਗੱਲ ਅਜੇ ਗੱਲ ਚੱਲ ਰਹੀ ਸੀ ਤੇ ਇਨ ਦਾ ਮੀਨ ਟਾਈਮ ਉਹਨੇ ਅਨਾਉਂਸਮੈਂਟ ਕਰਤੀ ਕਿ ਤੁਸੀਂ ਗੱਲ ਵੈਸੇ ਬੋਲ ਦਿੱਤੀ, ਅਦਰਵਾਈਜ਼ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਆ ਜਾਂਦੇ ਹੋ ਸਕਰੀਨ ਦੇ ਉੱਤੇ ਆ ਜਾਂਦੇ ਹੋ ਸਾਰਾ ਕੁਝ ਭੁੱਲ ਭੁਲਾ ਕੇ ਬਸ ਆਪਣੇ ਕੰਮ ਤੇ ਤੁਸੀਂ ਫੋਕਸ ਕਰਨਾ ਹੁੰਦਾ ਹੈ। ਸੋ ਦੇਖ ਲਓ ਵੀ ਤੁਸੀਂ ਕਿਸੇ ਵੀ ਮੂਡ ਦੇ ਵਿੱਚ ਹੋਵੋ, ਤੁਸੀਂ ਐਬਸੈਂਟ ਮਾਈਂਡਡ ਹੋਵੋ, ਤੁਸੀਂ ਖੁਸ਼ੀ ਵਿੱਚ ਹੋਵੋ, ਤੁਸੀਂ ਗਮੀ ਵਿੱਚ ਹੋਵੋ, ਬਟ ਤੁਹਾਨੂੰ ਹਰ ਹਾਲ ਦੇ ਵਿੱਚ ਆ ਕੇ ਆਪਣੀ ਪਰਫਾਰਮੈਂਸ ਦੇਣੀ ਪੈਂਦੀ ਆ। ਸ਼ੋ ਮਸਟ ਗੋ ਔਨ, ਸ਼ੋ ਮਸਟ ਗੋ ਔਨ। ਬਿਲਕੁਲ ਜੀ। ਖਬਰਾਂ ਦੀ ਸ਼ੁਰੂਆਤ ਆਪਾਂ ਵੀ ਕਰ ਲਈਏ ਜੀ। ਕਾਫੀ ਖਬਰਾਂ ਨੇ ਅੱਜ ਵੀ ਚੱਲਣ ਵਾਲੀਆਂ, ਤੁਸੀਂ ਨਾਲ ਦੀ ਨਾਲ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਜਿਹੜੀਆਂ ਅੱਜ ਪ੍ਰਮੁੱਖ ਖਬਰਾਂ ਉੱਤੇ ਗੱਲਬਾਤ ਅਸੀਂ ਕਰਨੀ ਆ। ਕੈਨੇਡਾ ਨੇ ਜਿਹੜਾ ਆ ਬੈਨ ਜਿਹੜਾ ਟਰੈਵਲਰਸ ਦੇ ਉੱਤੇ ਹਜੇ ਹੋਰ ਐਕਸਟੈਂਡ ਕਰ ਦਿੱਤਾ ਆ। 30 ਰੂਟਾਂ ਲਈ ਜਿਹੜੀਆਂ ਫਲਾਈਟਸ ਨੇ ਉਹ ਬੰਦ ਕਰ ਦਿੱਤੀਆਂ ਨੇ ਕੈਨੇਡਾ ਨੇ। ਯੂਰਪ ਨੇ ਆਪਣੀਆਂ ਕਈ ਫਲਾਈਟਸ ਜਿਹੜੀਆਂ ਫਲਾਈਟਸ ਲਈ ਆਪਣਾ ਦੇਸ਼ ਖੋਲ ਦਿੱਤਾ ਹੈ, ਪਰ ਹਾਲਾਂਕਿ US ਦੇ ਉੱਤੇ ਬੈਨ ਜਿਹੜਾ ਹਜੇ ਬਰਕਰਾਰ ਰਹੇਗਾ। ਪਾਕਿਸਤਾਨ ਦੀਆਂ ਕਈ 에ਅਰਲਾਈਨਸ ਦੇ ਉੱਤੇ ਯੂਰਪ ਦੇ ਵੱਲੋਂ ਬੈਨ ਲਗਾਇਆ ਗਿਆ। ਸੋ ਐਵੇਂ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਅਸੀਂ ਡਿਸਕਸ ਕਰਾਂਗੇ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਸਰ ਕਰਦੇ ਹਾਂ ਜਿਹੜੀ ਖਬਰ ਦੇ ਬਾਰੇ ਵਿੱਚ ਇਸ ਵਕਤ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਏ ਹਾਂ। ਸਟੈਟਿਸਟਿਕਸ ਕੈਨੇਡਾ ਦੀ ਜਿਹੜੀ ਖਬਰ ਆਈ ਹੈ, ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਜਿਹੜੇ ਮੁਲਕ ਨੇ ਇਸ ਵਕਤ ਮੰਦੀ ਦੇ ਦੌਰ ਚੋਂ ਗੁਜ਼ਰ ਰਹੇ ਨੇ, ਵੱਖ-ਵੱਖ ਬਿਜ਼ਨੈਸਿਸ ਜਿਹੜੇ ਉਹ ਬੰਦ ਹੋ ਰਹੇ ਨੇ। ਸਭ ਤੋਂ ਵੱਡੀ ਖਬਰ ਹੈ ਕੈਨੇਡਾ ਤੋਂ ਜੋ ਇਸ ਵਕਤ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਵਿੱਚ ਵੀ ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਉਹ ਇਸ ਵਕਤ ਜਿਹੜਾ ਹਾਨੀ ਵਿੱਚੋਂ ਦੀ ਲੰਘ ਰਹੇ ਨੇ। ਤਰਨ ਸਾਡੇ ਮਾਰਚ ਦੇ ਵਿੱਚ 11% ਬਿਜ਼ਨਸ ਡਾਊਨ ਗਏ ਜੀ ਤੇ ਅਪ੍ਰੈਲ ਦੇ ਵਿੱਚ ਅਨਦਰ 7% ਡਾਊਨ ਗਿਆ, ਤਕਰੀਬਨ 20% ਹੋ ਜਾਂਦਾ ਜੀ ਕਰ ਕਰਾ ਕੇ। ਮਈ ਦੇ ਵਿੱਚ ਥੋੜਾ ਫਰਕ ਪਿਆ, 3% ਅਪ ਗਿਆ ਬਿਜ਼ਨਸ। ਸੋ ਅਜੇ ਬਹੁਤ ਦੂਰ ਹੈ, ਹਜੇ ਜਾਣਾ ਬਹੁਤ ਦੂਰ ਹੈ ਸਾਡੀ ਇਕਨੋਮੀ, ਕਿਉਂਕਿ ਇੱਕਦਮ ਸਾਰੇ ਕੰਟਰੀਜ਼ ਦੀਆਂ ਸਾਰੀ ਦੁਨੀਆ ਦੀਆਂ ਸਾਰੀਆਂ ਇਕਨੋਮੀਜ਼ ਇੱਕਦਮ ਬਿਲਕੁਲ ਠੱਪ ਹੋ ਗਈਆਂ। ਔਰ ਠੱਪ ਕਰਨ ਦਾ ਕਾਰਨ ਆਪਾਂ ਨੂੰ ਪਤਾ ਹੀ ਹੈ ਕੋਵਿਡ-19 ਨਾਲ। ਜੇ ਕਿਤੇ ਠੱਪ ਨਾ ਕਰਦੇ ਹੋ ਸਕਦਾ ਇਹ ਹਾਲਾਤ ਜ਼ਰੂਰ ਹੱਥੋਂ ਬਾਹਰ ਹੋ ਜਾਣੇ ਸੀਗੇ। ਅਜੇ ਵੀ ਕੰਟਰੋਲ 'ਚ ਨਹੀਂ ਹੈ, ਚਾਹੇ ਕੁਛ ਵੀ ਹੈ ਤਾਂ ਆਪਾਂ ਅੱਗੇ ਜਾ ਕੇ ਗੱਲਾਂ ਵੀ ਕਰਾਂਗੇ। ਕਿੱਥੇ ਕਿੱਥੇ ਹਾਲਤ ਬਹੁਤ ਅੱਗੇ ਨਾਲੋਂ ਮਾੜੇ ਹੋਣ ਲੱਗ ਪਏ ਨੇ, ਜਿਨ੍ਹਾਂ ਦੀ ਆਪਾਂ ਨੂੰ ਆਸ ਸੀਗੀ ਕਿ ਇਹ ਚੀਜ਼ ਆਪਣੇ ਕੰਟਰੋਲ ਦੇ ਵਿੱਚ ਆ ਰਹੀ ਹੈ, ਪਰ ਅਜੇ ਕੰਟਰੋਲ ਦੇ ਵਿੱਚ ਨਹੀਂ ਆ। ਸੋ ਡਜ਼ ਦਾ ਇਕਾਨਮੀ ਦੇ ਉੱਤੇ ਸਭ ਤੋਂ ਵੱਡਾ ਅਸਰ ਹੈ ਜੀ, ਕਿਉਂਕਿ ਸਾਰੇ ਕਾਰੋਬਾਰ ਬੰਦ ਪਏ ਨੇ। ਕਿਸੇ ਕੰਮ ਤੇ ਤੁਸੀਂ ਜਾ ਨਹੀਂ ਸਕਦੇ। ਘਰੇ ਜਿਹੜੇ ਕਾਰੋਬਾਰ ਉਹੀ ਚੱਲ ਰਹੇ ਨੇ ਜਿਹੜੇ ਘਰੋਂ ਕੀਤੇ ਜਾ ਸਕਦੇ ਨੇ। ਆਫਿਸ ਜੌਬਸ ਹੈਗੀਆਂ ਨੇ, ਕਈ ਲੋਕ ਘਰੋਂ ਕਰ ਰਹੇ ਨੇ, ਸਾਰੇ ਨਹੀਂ ਕਰ ਰਹੇ। ਮੋਸਟਲੀ ਜਿਹੜੀਆਂ ਬਾਹਰ ਜਾ ਕੇ ਕਰਨ ਵਾਲੀਆਂ ਜੌਬਸ ਨੇ ਸਾਰੀਆਂ ਬੰਦ ਨੇ, ਫੈਕਟਰੀਜ਼ ਬਹੁਤੀਆਂ ਬੰਦ ਨੇ। ਹੁਣ ਕੋਈ ਖੁੱਲ੍ਹਣ ਲੱਗੀ ਆ, ਉਹ ਵੀ ਇਸ ਹਿਸਾਬ ਦੇ ਨਾਲ ਖੁੱਲ੍ਹਣ ਲੱਗੀ ਆ ਕਿ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏਗਾ। ਅਦਰਵਾਈਜ਼ ਸਭ ਕੁਛ ਬੰਦ ਪਿਆ ਔਰ ਇਕਾਨਮੀ ਨੇ ਥੱਲੇ ਜਾਣਾ ਸੀਗਾ। ਪਰ ਜਿੰਨੀ ਇਕਾਨਮੀ ਥੱਲੇ ਗਈ ਹੈ ਤਰਨ, ਆਸ ਜਿਹੜੀ ਪ੍ਰੋਡਕਸ਼ਨ ਸੀ ਇਦੋਂ ਕਿਤੇ ਵੱਧਦੀ ਸੀਗੀ। ਇਹ ਉਦੋਂ ਤਕਰੀਬਨ 3-4% ਵੱਧਦੀ ਸੀਗੀ, ਇਹਦੇ ਹੋਰ ਡਾਊਨ ਜਾਏਗੀ, ਪਰ ਉੱਥੇ ਤੱਕ ਨਹੀਂ ਗਈ ਹੈ। ਇਹ ਦਿਸ ਇਜ਼ ਅ ਪੋਜ਼ਿਟਿਵ ਸਾਈਨ, ਬਟ ਸਟਿਲ ਇੰਨੀ ਵੱਡੀ 20% ਬਿਜ਼ਨਸਿਸ ਦਾ ਥੱਲੇ ਚਲੇ ਜਾਣਾ, ਇਟਸ ਅ ਵੈਰੀ ਬਿਗ ਨੰਬਰ। ਤੇ ਜਿਹੜਾ 3% ਉੱਪਰ ਗਿਆ ਉਹ ਮੇਰੇ ਖਿਆਲ ਸਿਰਫ ਇਹੀ ਗੱਲ ਹੈਗੀ ਹੈ ਕਿ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਹੁਣ ਦੁਬਾਰੇ ਕੰਮ ਸ਼ੁਰੂ ਹੋਣ ਲੱਗੇ ਨੇ, ਉਸ ਨੇ ਇਸ ਦੇ ਵਿੱਚ ਕੁਛ ਉਭਾਰ ਲੈ ਕੇ ਆਂਦਾ। ਆਉਣ ਵਾਲੇ ਮਹੀਨਿਆਂ ਦੇ ਵਿੱਚ ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ ਕਿ
ਪਤਾ ਨਹੀਂ ਕੋਵਿਡ-19 ਦਾ ਜਿਹੜਾ ਹਲੇ ਵੀ ਮੁਹਾਨ ਕਿੱਧਰਲੇ ਪਾਸੇ ਨੂੰ ਖੁੱਲਣਾ, ਕਿਹੜੇ ਪਾਸੇ ਨੂੰ ਜਾਣਾ, ਜੇ ਤਾਂ ਸਾਡੇ ਕੰਟਰੋਲ 'ਚ ਰਹਿੰਦਾ ਸਾਡਾ ਲੱਗਦਾ ਅਸੀਂ ਕੈਨੇਡਾ ਦੇ ਵਿੱਚ ਸਾਡੇ ਅੰਡਰ ਕੰਟਰੋਲ ਹੈਗਾ ਸੋ ਫਾਰ, ਤੇ ਜੇ ਰਹਿੰਦਾ ਤਾਂ ਮੇਰੇ ਖਿਆਲ ਹੈ ਜੀ ਇਕਨੋਮੀ ਅੱਗੇ ਨਾਲ ਜ਼ਰੂਰ ਬੈਟਰ ਹੋਵੇਗੀ। ਬਿਲਕੁਲ ਜੀ। ਤੇ ਸਰ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਹਰ ਕੋਈ ਆਪਣੀ ਜੌਬ ਬਚਾਉਣ ਲਈ ਜਦੋਜਹਿਦ ਕਰ ਰਿਹਾ, ਪਰ ਉਹਨਾਂ ਦਾ ਕੀ ਹੈ ਜਿਹੜੇ ਕਿ ਆਪਣੇ ਆਪ ਖੁਦ ਸਰਵਾਈਵ ਕਰ ਰਹੇ ਨੇ, ਮਤਲਬ ਕਿ ਸੈਲਫ ਐਮਪਲੋਇਡ ਹੈਗੇ ਨੇ। ਮੈਡਰਿਡ ਤੋਂ ਖਬਰ ਸਾਹਮਣੇ ਆ ਰਹੀ ਹੈ ਜੀ ਸਪੇਨ ਤੋਂ, ਜਿੱਥੇ ਕਿ ਟੈਕਸੀ ਚਾਲਕਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ, ਸਟ੍ਰਾਈਕ ਕੀਤੀ ਜਾ ਰਹੀ ਹੈ। ਸਰਕਾਰ ਨੂੰ ਕਿਹਾ ਜਾ ਰਿਹਾ ਉਬਰ ਨੂੰ ਲੈ ਕੇ ਉੱਥੇ ਮਤਲਬ ਕਾਫੀ ਜ਼ਿਆਦਾ ਹੁਣ ਰੌਲਾ ਪੈਣਾ ਸ਼ੁਰੂ ਹੋ ਚੁੱਕਿਆ ਕਿ ਉਬਰ ਨੂੰ ਤੁਸੀਂ ਕਿਉਂ ਅਲਾਉ ਕੀਤਾ ਹੋਇਆ ਜਦ ਕਿ ਉਹ ਖੁਦ ਹੁਣ ਭੁੱਖੇ ਮਰ ਰਹੇ ਨੇ। ਬਿਲਕੁਲ ਤਰਨ, ਉੱਥੇ ਇੱਕ ਕੱਲੀ ਉਬਰ ਨਹੀਂ ਹੈ, ਇਹ ਜਿਹੀਆਂ ਹੋਰ ਐਪ ਵਾਲੀਆਂ ਵੀ ਹੈਗੀਆਂ, ਇੱਕ ਐਲੀਟ ਟੈਕਸੀ ਹੈਗੀ, ਇੱਕ ਹੋਰ ਕਈ ਜਾਣ ਦੀ ਕਈ ਐਪਸ ਨੇ, ਐਪ ਬੇਸਡ ਕੰਪਨੀਆਂ ਨੇ ਜਿਹੜੀਆਂ ਕਿ ਸਾਰੀ ਦੁਨੀਆ 'ਚ ਨੇ ਇਸ ਵੇਲੇ। ਉਬਰ ਨੇ ਆ ਕੇ ਜੀ ਟੈਕਨੋਲੋਜੀ ਦੇ ਨਾਲ ਜਿਹੜਾ ਰਾਈਡ ਸ਼ੇਅਰਿੰਗ ਸ਼ੁਰੂ ਕਰਕੇ ਉਹਨਾਂ ਨੇ ਜਿਹੜਾ ਟੈਕਸੀ ਬਿਜ਼ਨਸ ਹੈ, ਜਿਹਨੂੰ ਲੋਕੀ ਸਮਝਦੇ ਸੀ ਕਿ ਸਾਡੀ ਮੋਨੋਪੋਲੀ ਹੈ, ਆਲ ਓਵਰ ਦਾ ਵਰਲਡ ਇਉਂ ਸੀਗਾ, ਈਵਨ ਇਨ ਟੋਰਾਂਟੋ, ਇਨ ਕੈਨੇਡਾ ਐਜ਼ ਵੈਲ, ਇਨ US ਐਜ਼ ਵੈਲ। US ਦੇ ਵਿੱਚ ਉਹਨੂੰ ਮੈਡੇਲੀਅਨ ਕਹਿੰਦੇ ਜੀ, ਜਿਹਨੂੰ ਸਾਡੇ ਟੋਰਾਂਟੋ ਦੇ ਵਿੱਚ ਟੈਕਸੀ ਦੀ ਪਲੇਟ ਕਹਿੰਦੇ ਆ ਜੀ। ਸਾਰੇ ਬੜੇ ਵੱਡਾ ਨੰਬਰ ਸੀ ਜੀ, ਲੱਖਾਂ ਦੀ ਸੀ ਜੀ, ਕਈ ਲੱਖਾਂ ਦੀ, 10 ਲੱਖ ਦੇ ਨੇੜੇ ਤੇੜੇ ਸੀ ਕਈ ਕਹਿੰਦੇ ਆ। ਸੋ ਸਾਰੀਆਂ ਉਹ ਜਿਹੜੀ ਬਿਲਕੁਲ ਬਹੁਤ ਘੱਟ ਗਈਆਂ ਨੇ। ਮੈਂ ਕੋਈ ਨੰਬਰ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹੋ ਸਕਦਾ ਮੇਰਾ ਉਹ ਨੰਬਰ ਗਲਤ ਹੋਵੇ, ਪਰ ਜਿਹੜੀਆਂ ਸਾਡੀ ਇੱਥੋਂ ਦੀਆਂ ਕੀਮਤਾਂ, ਪਲੇਟਾਂ ਦੀ, ਮੈਡਾਲੀਅਨ ਦੀ ਸਾਰੀਆਂ ਕੀਮਤਾਂ ਬਹੁਤ ਘੱਟ ਗਈਆਂ ਨੇ ਜੀ। ਇਹੀ ਹਾਲ ਮੈਡਰਿਡ ਦੇ ਵਿੱਚ ਹੈ, ਸਪੇਨ ਦੀ ਰਾਜਧਾਨੀ ਹੈ ਜੀ। ਉੱਥੇ ਬਹੁਤ ਵੱਡਾ ਮੁਜ਼ਾਹਰਾ ਕੀਤਾ ਟੈਕਸੀ ਚਾਲਕਾਂ ਨੇ, ਔਰ ਬੜੀ ਹੈਰਾਨੀ ਦੀ ਗੱਲ ਹੈ ਤਰਨ ਵੀ ਅੱਜ ਕੱਲ੍ਹ ਵੀ ਮੁਜ਼ਾਹਰੇ ਹੋ ਰਹੇ ਨੇ। ਅਜੇ ਤਾਂ ਸਾਰਾ ਕੁਛ ਬੰਦ ਪਿਆ ਤੇ ਅਜੇ ਕੁਛ ਸ਼ੁਰੂ ਨਹੀਂ ਹੋਇਆ, ਤੇ ਸ਼ੁਰੂ ਹੋਣ ਤੋਂ ਪਹਿਲਾਂ ਜੇ ਮੁਜ਼ਾਹਰਾ ਹੋ ਰਿਹਾ, ਆਈ ਗੈਸ ਦੇ may be very well organized ਜਾਂ they are hurting very much, ਇਸ ਗੱਲ ਦੀ ਵੀ ਹੋ ਸਕਦੀ ਹੈ। ਪਰ ਮੈਨੂੰ ਹਜੇ ਲੱਗਦਾ ਨਹੀਂ ਕਿ ਅਸੀਂ ਜੇ ਉਹਨਾਂ ਨੇ ਜਿਹੜਾ ਇਸ ਵੇਲੇ ਮੁਜ਼ਾਹਰਾ ਕੀਤਾ, ਠੀਕ ਹੈ, ਉਬਰ ਦੇ ਖਿਲਾਫ ਕੀਤਾ, ਪਰ ਜੇ ਬਿਜ਼ਨਸ ਹੀ ਹੈ ਨਹੀਂਗਾ ਤਾਂ ਤੁਸੀਂ ਅਜੇ ਮੁਜ਼ਾਹਰਾ ਕਰਦੇ, ਮੈਨੂੰ ਨਹੀਂ ਲੱਗਦਾ ਕਿ ਠੀਕ ਲੱਗਦੇ ਆ। ਹਾਂ, ਜਦੋਂ ਬਿਜ਼ਨਸ ਚੱਲ ਪਏ ਫਿਰ ਉਹ ਇਹ ਜਿਹੜੀ ਦਲੀਲਬਾਜ਼ੀ ਹੈ, ਜਿਹੜੀ ਆਪਣੀ ਉਹਨਾਂ ਨੇ ਸਟ੍ਰਾਈਕ ਕੀਤੀ ਹੈ, ਉਦੋਂ ਜ਼ਿਆਦਾ ਉਹਦਾ ਅਸਰ ਹੋਣਾ ਸੀਗਾ ਦੈਨ ਨਾਓ। ਹੁਣ ਲੋਕਾਂ ਨੇ ਇਹੀ ਗੱਲ ਕਹਿਣੀ, ਅਜੇ ਤਾਂ ਬਿਜ਼ਨਸ ਚੱਲਦਾ ਨਹੀਂ, ਤੁਸੀਂ ਕਦੇ ਕਿਹੜੀ ਗੱਲ ਦਾ ਮੁਜ਼ਾਹਰਾ ਕਰ ਰਹੇ ਹੋ। ਬਿਲਕੁਲ ਜੀ ਸਰ, ਮੁਜ਼ਾਹਰੇ ਤੋਂ ਬਾਅਦ ਹੁਣ ਅਗਲੀ ਖਬਰ ਕਰੀਏ। ਅਸੀਂ ਹਮੇਸ਼ਾ ਗੱਲ ਕਰਦੇ ਹਾਂ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਪਰ ਇਸ ਵਾਰੀ ਮੁਸਲਿਮ ਭਾਈਚਾਰੇ ਦੀ ਅਸੀਂ ਖਬਰ ਜਿਹੜੀ ਆ ਜ਼ਰੂਰ ਲੈ ਕੇ ਆਵਾਂਗੇ। ਮੁਸਲਿਮ ਭਾਈਚਾਰੇ ਲਈ ਇਸ ਵਕਤ ਮਾਣ ਵਾਲੀ ਗੱਲ ਹੈ। ਐਡਮਿੰਟਨ ਦੀ ਬਿਜ਼ਨਸ ਵੂਮਨ ਹੈ ਜੀ, ਉਹਨਾਂ ਦਾ ਨਾਮ ਹੈ ਸਲਮਾ ਲਖਾਨੀ, ਤੇ ਉਹਨਾਂ ਨੂੰ ਇੱਕ ਬਹੁਤ ਉੱਚਾ ਅਹੁਦਾ ਸੌਂਪਿਆ ਗਿਆ। ਸਰ ਉਹਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਦਿਓ। ਬਿਲਕੁਲ ਤਰਨ, ਬਹੁਤ ਵੱਡੀ ਮਾਣ ਦੀ ਗੱਲ ਹੈ ਜੀ, ਇਕੱਲੇ ਮੁਸਲਿਮ ਭਾਈਚਾਰੇ ਵਾਸਤੇ ਨਹੀਂ, ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਸਾਰਿਆਂ ਦੇ ਵਾਸਤੇ। ਤਾਂ ਦਿਸ ਇਜ਼ ਅ ਲੈਂਡ ਆਫ ਇਮੀਗ੍ਰੈਂਟਸ, ਬਟ ਕਈ ਫਸਟ ਸੈਕੰਡ ਜਨਰੇਸ਼ਨ, ਕਈ ਫਿਫਥ ਜਨਰੇਸ਼ਨ ਦੇ ਇਮੀਗ੍ਰੈਂਟਸ ਹੋਣਗੇ। ਇਹ ਫਸਟ ਜਨਰੇਸ਼ਨ ਦੇ ਨੇ ਜੀ। ਇਹ ਆਪਣੇ ਅਫਰੀਕਾ ਚੋਂ ਆਏ ਸੀਗੇ ਜੀ, ਯੁਗਾਂਡਾ ਦੇ ਵਿੱਚੋਂ ਆਏ ਸੀਗੇ। ਯੁਗਾਂਡਾ ਦੇ ਵਿੱਚੋਂ ਕੱਢੇ ਗਏ ਲੋਕਾਂ ਦੇ ਵਿੱਚੋਂ ਸੀ ਜਦੋਂ ਈਦੀ ਅਮੀਨ, ਦੇਖੋ ਜੀ 1972 ਦੇ ਵਿੱਚ ਈਦੀ ਅਮੀਨ ਨੇ ਐਸਾ ਕਬਜ਼ਾ ਕਰ ਲਿਆ ਸੀ, ਲੋਕਾਂ ਦੇ ਚੱਲਦੇ ਹੋਏ ਕਾਰੋਬਾਰ ਸਾਰੇ ਦਬ ਲਏ ਸੀਗੇ, ਔਰ ਲੋਕਾਂ ਨੂੰ ਓਵਰਨਾਈਟ ਨਿਕਲਣਾ ਪਿਆ ਸੀ, ਐਸੀ ਹਾਲਤ ਹੋ ਗਈ ਸੀ। ਬੜੇ ਵੱਡੇ ਕਾਰੋਬਾਰ ਸੀ ਆਪਣੇ ਲੋਕਾਂ ਦੇ ਉੱਥੇ। ਇਹ ਉੱਥੋਂ ਆਏ ਸੀਗੇ ਜੀ, ਤੇ ਆ ਕੇ ਇੱਥੇ ਨੇ ਐਡਮਿੰਟਨ 'ਚ ਆ ਕੇ ਸੈਟਲ ਹੋਏ ਨੇ ਜੀ। ਇੱਥੇ ਇਹਨਾਂ ਨੇ ਆ ਕੇ ਬਹੁਤ ਲੋਕਾਂ ਦੇ ਵਾਸਤੇ ਜਿਹੜਾ ਕੰਮਕਾਰ ਕੀਤਾ, ਤੇ ਅੱਜ ਉਹਨਾਂ ਨੂੰ ਜੀ ਵਾਲੰਟੀਅਰ ਵਰਕ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ, ਤੇ ਅੱਜ ਇਹਨਾਂ ਨੂੰ ਜੀ ਉੱਥੋਂ ਦੇ ਲੈਫਟੀਨੈਂਟ ਗਵਰਨਰ ਅਲਬਰਟਾ ਦੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਹੈ ਜੀ, ਸਾਡੇ ਪ੍ਰਾਈਮ ਮਿਨਿਸਟਰ ਨੋਮੀਨੇਟ ਕਰਦਾ ਜੀ, ਤੇ ਗਵਰਨਰ ਜਨਰਲ ਜਿਹੜਾ ਸਾਡਾ ਉਹਨਾਂ ਦੇ ਸਾਈਨ ਕਰਨੇ ਹੁੰਦੇ ਆ ਜੀ। ਸੋ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹਨਾਂ ਨੂੰ ਅਲਬਰਟਾ ਦੇ ਲੈਫਟੀਨੈਂਟ ਗਵਰਨਰ, ਜਿਹਨੂੰ ਆਪਾਂ ਇੰਡੀਆ ਦੇ ਵਿੱਚ ਇਕੱਲਾ ਗਵਰਨਰ ਆਖਦੇ ਆ ਜੀ ਸੂਬੇ ਦਾ, ਉਸ ਲੈਵਲ ਦੇ ਉੱਤੇ ਜੀ ਅੱਜ ਉਹਨਾਂ ਨੂੰ ਉਸ ਅਹੁਦੇ ਨਾਲ ਸੁਸ਼ੋਭਿਤ ਕੀਤਾ, ਜਿਹੜੀ ਕਿ ਨਾਟ ਜਸਟ ਫॉर द ਮੁਸਲਿਮ ਕੰਟਰੀ, ਐਜ਼ ਆਈ ਸੈਡ ਇਟਸ ਮੁਸਲਿਮ ਪੀਪਲ, ਬਟ ਇਟਸ ਫॉर द ਇਮੀਗ੍ਰੈਂਟਸ, ਜਿਹੜੇ ਖਾਸ ਕਰਕੇ ਅਸੀਂ ਭਾਰਤੀ ਖਿੱਤੇ ਨਾਲ ਸੰਬੰਧਿਤ ਹੈ। ਚਾਹੇ ਲਖਾਨੀ ਨੇ ਜੀ, ਚਾਹੇ ਕਿਸੇ ਵੇਲੇ ਇਹਨਾਂ ਦੇ ਮੈਨੂੰ ਲੱਗਦਾ ਪੂਰਵਜ ਅਫਰੀਕਾ 'ਚ ਗਏ ਸੀਗੇ, ਤੇ ਉੱਥੋਂ ਫਿਰ ਇਹਨਾਂ ਨੂੰ ਇੱਥੇ ਆਉਣਾ ਪਿਆ ਸੀਗਾ ਵਿਦ ਕਿ ਜਿਹੜੇ ਉੱਥੋਂ ਦੇ ਲੋਕ ਸੀਗੇ ਜਦੋਂ ਕੱਢੇ ਗਏ ਸੀ, ਦੇ ਵਰ ਬ੍ਰਿਟਿਸ਼ ਪਾਸਪੋਰਟ ਹੋਲਡਰਸ, ਤੇ ਇਸ ਕਰਕੇ ਉਹਨਾਂ 'ਚ ਬਹੁਤ ਲੋਕ ਐਸੇ ਸੀਗੇ ਜਿਹੜੇ ਇੰਗਲੈਂਡ ਜਾ ਕੇ ਸੈਟਲ ਹੋਏ ਨੇ। ਬਹੁਤ ਲੋਕ ਮੈਂ ਇੱਥੇ ਵੀ ਜਾਣਦਾ ਜੀ ਜਿਹੜੇ ਆਪਣੇ ਕੈਨੇਡਾ ਜਾ ਕੇ ਸੈਟਲ ਹੋਏ ਨੇ। ਇਸ ਭਾਈਚਾਰੇ ਵਾਸਤੇ ਜੀ ਇਹ ਬੜੀ ਮਾਣ ਵਾਲੀ ਗੱਲ ਹੈ। ਬਿਲਕੁਲ ਜੀ। ਤੇ ਉੱਥੇ ਸਿੱਖ ਭਾਈਚਾਰੇ ਲਈ ਵੀ ਇੱਕ ਮਾਣ ਵਾਲੀ ਖਬਰ ਸਾਹਮਣੇ ਆਈ ਹੈ, ਜੋ ਕਿ ਅਮਰੀਕਾ ਤੋਂ ਸਾਹਮਣੇ ਆਈ ਹੈ, US ਤੋਂ ਸਾਹਮਣੇ ਆਈ ਹੈ। ਅਕਸਰ ਸਿੱਖ ਆਪਣੀ ਹੋਂਦ ਲਈ ਜਦੋਜਹਿਦ ਕਰਦੇ ਨੇ, ਆਪਣੀ ਪਛਾਣ ਲਈ ਜਦੋਜਹਿਦ ਕਰਦੇ ਨੇ। ਸੋ ਉੱਥੋਂ ਇੱਕ ਬਹੁਤ ਹੀ ਵਧੀਆ ਜਿਹੜੀ ਆ ਠੰਡਕ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ। ਸਰ ਉਹ ਜ਼ਰੂਰ ਦੱਸਿਓ। ਤਰਨ, ਗੁਰੂ ਗ੍ਰੰਥ ਸਾਹਿਬ ਨੂੰ
ਮੰਨਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਹੈ ਨੇ, ਇਹ ਜੀ ਨਿਊ ਜਰਸੀ ਦੇ ਵਿੱਚ ਆਈ ਹੈਗੀ ਗੱਲ। ਔਰ ਉਹ ਨਿਊ ਜਰਸੀ ਦੇ ਵਿੱਚ ਜਿਹੜਾ ਸਿੱਖ ਧਰਮ ਦੇ ਬਾਰੇ ਸਪੈਸ਼ਲ ਇਹਨਾਂ ਨੂੰ ਇੱਕ ਮਾਈਨੋਰਿਟੀ ਮੰਨਿਆ ਗਿਆ ਜੀ, ਜਿਹੜੀ ਕਿ ਸਿੱਖ ਧਰਮ ਵਾਸਤੇ ਬੜੀ ਮਾਣ ਦੀ ਗੱਲ ਹੈਗੀ ਜੀ। ਉੱਥੇ ਨਿਊ ਜਰਸੀ ਦੀ ਜਿਹੜੀ ਹੈਗੀ ਆ ਲੈਜਿਸਲੇਚਰ ਆ, ਉਹਦੇ ਵਿੱਚ 37 ਹੱਕ 'ਚ ਵੋਟਾਂ ਪਈਆਂ ਨੇ ਜੀ, ਅਗੇਂਸਟ ਕੋਈ ਵੀ ਨਹੀਂ ਪਈ। ਇਹਦੇ ਵਿੱਚ ਇਹ ਇੰਨਾ ਵੱਡਾ ਮਾਣ ਸਿੱਖ ਧਰਮ ਨੂੰ ਬਖਸ਼ਿਆ ਗਿਆ ਜੀ। ਔਰ ਇਹ ਸਿੱਖਾਂ ਵਾਸਤੇ ਬੜੀ ਮਾਣ ਦੀ ਗੱਲ ਹੈ ਜੀ, ਕਿਉਂਕਿ ਨਿਊ ਜਰਸੀ ਇਕੱਲਾ ਨਿਊ ਜਰਸੀ ਨਹੀਂ, ਮੈਂ ਜਿਹੜੀ ਖਬਰ ਪੜ੍ਹ ਰਿਹਾ ਸੀ ਤਾਂ ਉਹ 'ਚ ਲਿਖਿਆ ਵੀ ਨਿਊ ਜਰਸੀ ਸਿੱਖਾਂ ਦਾ ਬੋਲਬਾਲਾ, ਇਕੱਲਾ ਨਿਊ ਜਰਸੀ ਵਿੱਚ ਨਹੀਂ, ਸਾਡੇ ਲੋਕ US ਦੇ ਵਿੱਚ ਬਹੁਤ ਸੂਬਿਆਂ 'ਚ ਔਰ ਬੜੇ ਵੱਡੇ ਕਾਰੋਬਾਰੀ ਨੇ ਬੈਠੇ ਨੇ ਜੀ। ਆਪਣੇ ਕੈਲੀਫੋਰਨੀਆ 'ਚ ਬਹੁਤ ਵੱਡਾ ਸਾਡੇ ਲੋਕਾਂ ਦਾ ਉੱਥੇ ਲੋਕ ਹੈਗੇ ਨੇ ਜਿਹੜੇ ਕਿ ਖੇਤੀ ਦੇ ਵਿੱਚ ਹਜ਼ਾਰਾਂ ਏਕੜਾਂ ਦੇ ਮਾਲਕ ਨੇ ਜੀ। ਇਕੱਲੀ ਕਣਕ ਦੇ ਨਹੀਂ, ਬਾਕੀ ਹੋਰ ਚੀਜ਼ਾਂ ਦੇ ਸੌਗੀ ਹੈ, ਬੜਾ ਵੱਡਾ ਕੰਮ ਹੈ ਜੀ। ਫਰੂਟਸ ਦੇ ਬੜੇ ਵੱਡੇ ਫਾਰਮ ਨੇ ਸਾਡੇ ਲੋਕਾਂ ਦੇ, ਜਿਹੜੇ ਕਿ ਬੜੇ ਕਾਮਯਾਬ ਹੋਏ ਨੇ। ਪਰ ਨਿਊ ਜਰਸੀ ਦੇ ਵਿੱਚ ਇਹ ਸਭ ਤੋਂ ਪਹਿਲੀ ਵਾਰੀ ਇਹ ਗੱਲ ਕੀਤੀ ਗਈ ਹੈ, ਸਿੱਖ ਧਰਮ ਨੂੰ ਇੱਕ ਮਾਈਨੋਰਿਟੀ ਧਰਮ ਮੰਨਿਆ ਗਿਆ ਲੈਜਿਸਲੇਚਰ ਦੇ ਵਿੱਚ, ਜਿਹੜੀ ਕਿ ਸਿੱਖ ਧਰਮ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਜੀ। ਬਿਲਕੁਲ ਜੀ, ਆਪਣੇ ਮੁਲਕ ਲਈ ਤਾਂ ਹਜੇ ਵੱਖਰੇ ਸਿੱਖ ਮੈਰਿਜ ਐਕਟ ਦੀ ਗੱਲ ਹੁੰਦੀ ਆ, ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵਿਦੇਸ਼ਾਂ ਦੇ ਵਿੱਚ ਸਿੱਖ ਧਰਮ ਨੂੰ ਵੱਖਰੇ ਧਰਮ ਤੇ ਘੱਟ ਗਿਣਤੀ ਧਰਮ ਦੀ ਵੀ ਮਾਨਤਾ ਦੇ ਦਿੱਤੀ। ਤਰਨ ਫਰਕ ਸਿਰਫ ਇਹ ਹੈ ਕਿ ਇੱਥੇ ਤੁਹਾਨੂੰ ਸੁਣਦੇ ਆ, ਜਿਹੜੀ ਜਗ੍ਹਾ ਤੇ ਤੁਹਾਨੂੰ ਸੁਣਿਆ ਹੀ ਨਾ ਜਾਵੇ, ਸੁਣਨ ਵਾਸਤੇ ਤਿਆਰ ਹੀ ਨਾ ਹੋਵੇ। ਹੁਣ ਇਸ ਵੇਲੇ ਇੰਡੀਆ ਚਾਈਨਾ ਬਾਰਡਰ ਤੇ ਜੋ ਕੁਛ ਹੋ ਰਿਹਾ, ਸਿੱਖਾਂ ਦੀ ਬੜੀ ਚੜ੍ਹਤ ਦਿਖਾਈ ਜਾ ਰਹੀ ਹੈ, ਬਹੁਤ ਕੁਛ ਕਰ ਰਹੇ ਆ। ਉਹ ਅਸੀਂ 2% ਹੈ, ਤੇ ਜਦੋਂ ਤੁਹਾਨੂੰ ਮਰਨ ਦੀ ਲੋੜ ਹੁੰਦੀ ਹੈ ਤੇ 2% ਹੋ ਜਾ ਕੇ ਮਰਦੇ ਆ। ਮਰਨ ਵਾਲਿਆਂ ਦੀ ਗਿਣਤੀ ਪਰਸੈਂਟੇਜ ਜੇ ਗਿਣਨੀ ਹੋਵੇ ਤਾਂ ਬਹੁਤ ਜ਼ਿਆਦਾ ਹੈ ਜੀ। ਹਰ ਥਾਂ ਤੇ ਫਿਰ ਨਾਮ ਉਦੋਂ ਬੜਾ ਵੱਡਾ ਕੀਤਾ ਜਾਂਦਾ, ਪਰ ਪਲੀਜ਼ ਜੋ ਕੁਛ 84 ਦੇ ਦੰਗਿਆਂ ਵਿੱਚ ਹੋਇਆ ਉਹਦੀ ਵੀ ਕੋਈ ਬਾਤ ਲੈ ਲਵੇ। ਜਿਹੜੀ ਕਿਸੇ ਨੇ ਹੁਣ ਸਾਡੇ ਬਿਹਾਰ ਦੇ ਵਿੱਚ ਸਾਡੇ ਟਰੱਕ ਡਰਾਈਵਰਸ ਫਸੇ ਹੋਏ ਨੇ, ਉਹਨਾਂ ਨੂੰ ਪਾਣੀ ਨਹੀਂ ਪੀਣ ਦਿੱਤਾ ਜਾ ਰਿਹਾ, ਟੂਟੀਆਂ ਬੰਦ ਕਰਕੇ ਤੁਰ ਜਾਂਦੇ ਨੇ। ਅਸੀਂ ਬਾਕੀ ਥਾਵਾਂ ਤੇ ਸਿੱਖ ਧਰਮ ਨੇ ਲੰਗਰ ਲਾਏ ਹੋਏ ਨੇ, ਉਸੇ ਇੰਡੀਆ ਦੇ ਵਿੱਚ ਜਗ੍ਹਾ ਤੇ ਲੱਗ ਰਹੇ ਨੇ ਜੀ। ਦਿੱਲੀ ਦੇ ਵਿੱਚ ਦੇਖੋ ਕਿੰਨੇ ਹਜ਼ਾਰ ਲੋਕ ਹਰ ਲੰਗਰ ਛਕ ਕੇ ਜਾਂਦੇ ਰਹੇ ਆ ਜੀ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਦੋਂ ਤੁਹਾਨੂੰ ਰੈਕਗਨੀਸ਼ਨ ਨਾ ਮਿਲੇ ਤਾਂ ਫਿਰ ਕੁਛ ਨਾ ਕੁਛ ਕਿਤੇ ਨਾ ਕਿਤੇ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਕਿ ਜਿਹੜਾ 84 ਦਾ ਘੱਲੂਘਾਰਾ, ਉਸ ਤੋਂ ਬਾਅਦ ਵਾਲਾ ਜਿਹੜਾ ਕੁਛ ਹੋਇਆ, ਇਹ ਜਿਹੀਆਂ ਗੱਲਾਂ ਹੋਣ ਦੀ ਲੋੜ ਹੀ ਨਹੀਂ ਪੈਂਦੀ ਜੇ ਸਰਕਾਰਾਂ ਇਸ ਚੀਜ਼ ਨੂੰ ਐਕਸੈਪਟ ਕਰ ਲੈਣ ਕਿ ਇਹ ਜਿਹੜੀ ਕਮਿਊਨਿਟੀ ਹੈਗੀ ਆ ਬੜੀ ਮਿਹਨਤ ਵਾਲੀ ਕਮਿਊਨਿਟੀ ਯਾਰ। ਕਿਉਂ ਵੈਸੇ ਵੀ ਤਰਨ ਮੈਂ ਜਿਹੜੀਆਂ ਸਾਡੀਆਂ ਇੱਥੇ ਗਵਰਨਮੈਂਟਸ ਨੇ, ਆਪਾਂ ਕੈਨੇਡਾ ਦੀ ਗੱਲ ਕਰ ਰਹੀਏ, US ਦੀ ਗੱਲ ਕਰ ਰਹੀਏ, ਸਾਡੀਆਂ ਇੱਥੇ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਹੋਏ ਨੇ। ਤੁਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਿਹਾ ਜਾਂਦਾ, ਸਟੇਟਸ ਨੇ ਆਪਦੇ ਆਪ 'ਚ ਉਹਨਾਂ ਦੀ ਪੂਰੀ ਪਾਵਰ ਹੈ ਯੂਨਾਈਟਿਡ ਆ, ਇੱਕ US ਦੇ ਅੰਡਰ ਆ ਜਾਂਦੀਆਂ ਨੇ। ਸਾਡੇ ਕੈਨੇਡਾ ਦੇ ਵਿੱਚ ਵੀ ਸਾਡੀ ਕੋਈ ਜ਼ਰੂਰੀ ਨਹੀਂ ਹੈ ਕਿ ਜਿੱਥੇ ਲਿਬਰਲ ਗਵਰਨਮੈਂਟ ਸੈਂਟਰ ਦੇ ਵਿੱਚ ਹੈਗੀ ਆ ਤੇ ਲਿਬਰਲ ਗਵਰਨਮੈਂਟ ਜੇ ਪ੍ਰੋਵਿੰਸ ਵਿੱਚ ਹੈਗੀ ਤਾਂ ਉਹਨਾਂ ਦੇ ਆਪਸ ਵਿੱਚ ਤਾਲਮੇਲ ਹੋਏਗਾ। ਨਹੀਂ, ਜਿਹੜੀ ਸਰਕਾਰ ਪ੍ਰੋਵਿੰਸ ਵਾਸਤੇ ਕੰਮ ਕਰ ਰਹੀ ਹੈ, ਉਹ ਪ੍ਰੋਵਿੰਸ ਵਾਸਤੇ ਕੰਮ ਕਰ ਰਹੀ ਹੈ, ਰਿਗਾਰਡਲੈਸ ਆਫ ਦਾ ਪੋਲੀਟੀਕਲ ਸਟ੍ਰਾਈਕ। ਇਹੀ ਕੁਛ ਜੇ ਕਿਤੇ ਵੱਧ ਅਧਿਕਾਰ ਇੰਡੀਆ ਦੇ ਵਿੱਚ ਵੀ ਦੇ ਦਿੱਤੇ ਜਾਣ, ਸਾਰਿਆਂ ਸੂਬੇ ਨੂੰ ਆਪਦੇ ਦੇ ਦਿੱਤੇ ਜਾਣ, ਕਿਸੇ ਨੂੰ ਅੱਡ ਹੋਣ ਦੀ ਲੋੜ ਨਹੀਂ ਹੈ, ਉਸ ਕੰਟਰੀ ਨੂੰ ਤੋੜਨ ਦੀ ਲੋੜ ਨਹੀਂ ਹੈ। ਸਿਰਫ ਗੱਲ ਵੱਧ ਅਧਿਕਾਰਾਂ ਦੀ ਹੈ। ਜੇ ਇੰਨੇ ਦਿੱਤੇ ਜਾਣ ਤਾਂ ਮੇਰੇ ਖਿਆਲ ਇੰਡੀਆ ਦੇ ਵਿੱਚ ਬਹੁਤਾ ਸਾਰਾ ਕਲੇਸ਼ ਪੋਲੀਟੀਕਲੀ ਬਹੁਤ ਛੇਤੀ ਮੁੱਕ ਸਕਦਾ ਜੀ, ਜੇ ਸੈਂਟਰ ਸਰਕਾਰ ਚਾਹੇ। ਬਿਲਕੁਲ ਸਰ, ਸੈਂਟਰ ਸਰਕਾਰ ਦੀ ਤੁਸੀਂ ਜਿੱਥੇ ਗੱਲ ਕਰਦੇ ਹੋ, ਆਪਾਂ ਸਿੱਖਾਂ ਦੀ ਗੱਲ ਕਰ ਰਹੇ ਸੀ। ਹਾਲਾਂਕਿ ਆਪਾਂ ਨਿਊਜ਼ ਡਿਸਕਸ ਨਹੀਂ ਕੀਤੀ, ਪਰ ਦਿੱਲੀ ਦੇ ਵਿੱਚ ਕਹਿੰਦੇ ਕਈ ਡੈੱਡ ਬੋਡੀਜ਼ ਸੀਗੀਆਂ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਵੀ, ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ ਸੀ, ਉਹਨਾਂ ਦੀ ਡੈਥ ਹੋ ਗਈ, ਤੇ ਘਰ ਦੇ ਵੀ ਉਹਨਾਂ ਦੀ ਡੈੱਡ ਬੋਡੀਜ਼ ਨੂੰ ਆਖਰੀ ਉਹਨਾਂ ਦੇ ਰੀਤੀ ਰਿਵਾਜ ਕਰਨ ਤੋਂ ਇਨਕਾਰ ਕਰ ਰਹੇ ਸੀਗੇ। ਸਿੱਖ ਪਿਓ ਪੁੱਤ ਦੀ ਇੱਕ ਜੋੜੀ ਸੀ ਜਿਨ੍ਹਾਂ ਨੇ ਇਹਨਾਂ ਮ੍ਰਿਤਕ ਦੇਹਾਂ ਨੂੰ ਅਖੀਰ ਪੂਰੀਆਂ ਸਾਰੀਆਂ ਰਸਮਾਂ ਨਿਭਾਈਆਂ, ਤੇ ਅਖੀਰ ਦੇ ਵਿੱਚ ਅੱਜ ਸੁਣਨ ਦੇ ਵਿੱਚ ਆਇਆ ਖਬਰ ਵਿੱਚ ਕਿ ਦਿੱਲੀ ਦੇ ਇਸ ਪਿਓ ਪੁੱਤ ਨੂੰ ਵੀ ਹੁਣ ਕਰੋਨਾ ਵਾਇਰਸ ਹੋ ਗਿਆ। ਬਿਲਕੁਲ ਤਰਨ, ਇਹ ਬੜੀ ਤੁਸੀਂ ਉਹ ਦੇਖੋ, ਇਹ ਪਤਾ ਨਹੀਂ ਗੱਲ ਕੀ ਹੈ। ਮੈਨੂੰ ਰਵੀਸ਼ ਕੁਮਾਰ ਦਾ ਉਹਦਾ ਕਮੈਂਟ ਯਾਦ ਆ ਰਿਹਾ ਜੀ, ਉਹ ਕਹਿੰਦਾ ਵੀ ਪਤਾ ਨਹੀਂ ਕਿਹੜੀ ਚੀਜ਼ ਦੇ ਬਣੇ ਹੋਏ ਆ, ਇਹ ਕੀ ਚੀਜ਼ ਹੈਗੇ ਨੇ। ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਉੱਥੇ ਜਾ ਖੜਦੇ ਨੇ, ਚਾਹੇ ਮੁੰਬਈ ਦੇ ਵਿੱਚ ਹੜ੍ਹ ਆਇਆ ਹੈ ਤੇ ਟ੍ਰੈਮ ਦੇ ਵਿੱਚ ਲੋਕੀ ਫਸੇ ਹੋਏ ਆ, ਉੱਥੇ ਵੀ ਲੰਗਰ ਵਰਤਾ ਰਹੇ ਆ। ਸੀਰੀਆ 'ਚ ਬੰਬ ਡਿੱਗ ਰਹੇ ਆ, ਉੱਥੇ ਵੀ ਲੰਗਰ ਵਰਤਾ ਰਹੇ ਆ। ਨਿਊ ਜਰਸੀ ਦੇ ਵਿੱਚ ਕੋਈ ਪ੍ਰੋਬਲਮ ਆਈ ਆ, ਉੱਥੇ ਬੈਠੇ ਨੇ। ਨਿਊਜ਼ੀਲੈਂਡ ਦੇ ਵਿੱਚ ਬੈਠੇ ਨੇ, ਆਸਟ੍ਰੇਲੀਆ 'ਚ ਬੈਠੇ ਨੇ। ਸਾਡੇ ਖਾਸ ਕਰਕੇ COVID-19 ਦੇ ਵਿੱਚ ਸਿੱਖ ਧਰਮ ਨੇ ਬਹੁਤ ਅੱਗੇ ਵੱਧ ਕੇ ਇਹ ਕੰਮ ਕੀਤਾ। ਇਹਨਾਂ ਕਿਸੇ ਵੀ ਕਮਿਊਨਿਟੀ ਨੇ ਕੀਤਾ, ਹਾਲਾਂਕਿ ਅਸੀਂ ਬਹੁਤੀ ਗਿਣਤੀ ਜ਼ਿਆਦਾ ਨਹੀਂ ਹੈ ਸਾਡੀ ਸਾਰੀ ਦੁਨੀਆ ਦੇ ਵਿੱਚ, ਪਰ ਆਮ ਪ੍ਰਾਊਡ ਟੂ ਬੀ ਅ ਸਿੱਖ। ਸਾਨੂੰ ਮਾਣ ਹੈ ਇਸ ਗੱਲ ਦਾ ਕਿ ਜਗ੍ਹਾ ਜਗ੍ਹਾ ਤੇ ਕੁਛ ਹੁੰਦਾ। ਠੀਕ ਹੈ, ਜਿੱਥੇ ਧੱਕਾ ਕੀਤਾ ਜਾਂਦਾ ਉਸ ਗੱਲ ਦਾ ਦੁੱਖ ਜ਼ਰੂਰ ਹੁੰਦਾ। ਹੁਣ ਇਹ ਤੁਸੀਂ ਜਿਹੜੇ ਫਾਦਰ ਸਨ ਦੀ ਗੱਲ ਕੀਤੀ ਹੈ, ਦੇਖੋ ਬਿਨਾਂ ਕਿਸੇ ਗੱਲ ਤੋਂ
ਸੇਵਾ ਕਰਦੇ ਸੀਗੇ। ਇੱਕ ਮੈਂ ਨਾਲ ਹੋਰ ਦੱਸਦਾ, ਆਪਣੇ ਸ਼ਾਇਦ ਮੈਂ ਸ਼ਿਮਲੇ ਦੀ ਗੱਲ ਹੈ ਜੀ, ਉਹਨੂੰ ਵੇਲਾ ਸਿੰਘ ਹੀ ਕਹਿੰਦੇ ਆ, ਮਾਂ ਉਹਨੂੰ ਵੇਲਾ ਸਿੰਘ ਕਹਿੰਦੀ ਹੈ, ਤੇ ਉਹ ਇੰਨਾ ਜ਼ਿਆਦਾ ਕੰਮ ਕਰ ਰਹੇ ਨੇ ਜੀ। ਅਖੀਰ ਉਹ ਹਸਪੀਟਲ ਦੇ ਲੰਗਰ ਵਰਤਾ ਰਹੇ ਆ, ਜਿਹੜੀ ਡੈੱਡ ਬੋਡੀਜ਼ ਆ ਈਵਨ ਉਹਨਾਂ ਨੇ ਐਂਬੂਲੈਂਸ ਤਿਆਰ ਕੀਤੀ ਹੈ ਜਿਸ 'ਚ ਜਾ ਕੇ ਉਹ ਸੰਸਕਾਰ ਕਰਕੇ ਆਉਂਦੇ ਆ। ਫਿਰ ਹੁਣ ਉਹਨਾਂ ਨੇ ਐਡਾ ਵੱਡਾ ਕੰਮ, ਮੈਂ ਸੌਰੀ ਮੈਨੂੰ ਨਾ ਭੁੱਲ ਗਿਆ ਜੀ, ਹੁਣ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਕਿ ਖਾਣਾ ਦਾਣਾ ਇਕੱਠਾ ਕੀਤਾ, ਸਕੂਲਾਂ 'ਚ ਪ੍ਰੋਗਰਾਮ ਉਹਨੇ ਸ਼ੁਰੂ ਕੀਤਾ ਵੀ ਜਿਹਨਾਂ ਕੋਲ ਐਕਸਟਰਾ ਬਚ ਜਾਂਦਾ ਉਹ ਸਾਨੂੰ ਦੇ ਦਿਓ। ਉਹ ਲੋਕ ਜਿਹੜੇ ਹਸਪੀਟਲਸ ਦੇ ਵਿੱਚ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦਾ ਇਲਾਜ ਕਰਾਉਣ ਆਉਂਦੇ ਨੇ ਸ਼ਿਮਲੇ ਦੇ ਵਿੱਚ, ਉਹਨਾਂ ਕੋਲੇ ਖਾਣ ਪੀਣ ਨੂੰ ਪੈਸੇ ਨਹੀਂ ਹੈਗੇ, ਉਹ ਉੱਥੋਂ ਇਕੱਠੇ ਕਰਕੇ ਲਿਆ ਕੇ ਉਹਨਾਂ 'ਚ ਵਰਤਾਉਂਦਾ ਜੀ। ਇਹ ਪਤਾ ਨਹੀਂ ਗੱਲ ਕੀ ਹੈ ਜੀ, ਇਹ ਧਰਮ ਦੇ ਵਿੱਚ ਨੇਚਰ ਹੀ ਇਹਦੀ ਐਸੀ ਹੈ ਕਿ ਅਸੀਂ ਆਪ ਚਾਹੇ ਘੱਟ ਖਾ ਲਈਏ, ਜੋ ਸਾਡੇ ਕੋਲ ਹੈਗੀ ਅਸੀਂ ਉਹਨੂੰ ਸ਼ੇਅਰ ਕਰਦੇ ਹਾਂ। ਸਾਨੂੰ ਜੋ ਕੁਛ ਦੱਸਿਆ ਗਿਆ ਵੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, 3 ਹੀ ਬੇਸਿਕ ਅਸੂਲ ਨੇ ਜੀ ਸਿੱਖੀਜ਼ਮ ਦੇ, ਸੌਖੇ ਹੀ ਅਸੂਲ ਨੇ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਉੱਤੇ ਜਿੰਨਾ ਕੁ ਅਸੀਂ ਚੱਲ ਸਕੀਏ, ਔਰ ਇਸੇ ਕਰਕੇ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਹੈ ਸਿੱਖ ਹਮੇਸ਼ਾ ਮੂਹਰੇ ਹੋ ਕੇ ਖੜੇ ਹੁੰਦੇ ਆ ਜੀ। ਬਿਲਕੁਲ ਜੀ। ਤੇ ਖਬਰਾਂ ਦੇ ਸਿਲਸਿਲੇ ਵੱਲ ਅੱਗੇ ਵਧੀਏ ਸੀ ਤੇ ਕੈਨੇਡਾ ਦੀ ਗੱਲ ਕਰਦੇ ਹਾਂ ਜੀ। ਜਿਹੜੇ ਫੋਰਨ ਟਰੈਵਲਰ ਸੀ ਉਹਨਾਂ ਦੇ ਉੱਤੇ ਬੈਨ ਜਿਹੜਾ ਆ ਵਧਾ ਦਿੱਤਾ ਗਿਆ। ਜਿਹੜੇ ਇਸ ਵਕਤ ਸੋਚ ਰਹੇ ਸਨ ਕਿ ਟੂਰਿਸਟ ਵੀਜ਼ਾ ਉੱਤੇ ਜਾਂ ਕੋਈ ਵੀਜ਼ਾ ਤੁਹਾਡਾ ਲੱਗਿਆ ਹੋਇਆ ਕੈਨੇਡਾ ਦਾ ਕਿਸੇ ਵੀ ਕੈਟਾਗਰੀ ਦੇ ਵਿੱਚ, ਕਦੋਂ ਤੱਕ ਤੁਸੀਂ ਕੈਨੇਡਾ ਆ ਸਕਦੇ ਹੋ? ਸੋ ਹਜੇ ਕੁਝ ਸਮੇਂ ਲਈ ਹੋਰ ਜਿਹੜਾ ਬੈਨ ਵਧਾ ਦਿੱਤਾ ਗਿਆ। ਵਧੇਰੇ ਜਾਣਕਾਰੀ ਸਰ ਤੁਸੀਂ ਦਿਓ। ਤਰਨ, ਪਹਿਲੀ ਖਬਰ, ਸੌਰੀ ਆ ਗਾਟ ਬਟ ਇਮੋਸ਼ਨਲ ਥੋੜਾ ਲੰਬਾ ਚਲਾ ਗਿਆ ਸੀਗਾ ਜੀ। ਹਾਂਜੀ, ਇਹ 31 ਜੁਲਾਈ ਤੱਕ ਵਧਾ ਦਿੱਤਾ ਗਿਆ ਜੀ। ਜਿੰਨੇ ਵੀ ਸਿਟੀਜ਼ਨ ਹੈ ਨਹੀਂ ਗੇ ਪਰਮਾਨੈਂਟ ਰੈਜ਼ੀਡੈਂਟਸ, ਪਲੀਜ਼ ਮੇਰੀ ਗੱਲ ਸੁਣੋ, PRs, ਉਹ ਵੀ ਜਿਹੜੇ US ਰੈਜ਼ੀਡੈਂਟਸ ਹੈਗੇ ਨੇ, ਸਿਰਫ ਜਿਹੜੇ ਐਸੈਂਸ਼ੀਅਲ ਉਹ ਹੀ ਆ ਸਕਦੇ। PR ਤੇ ਜਿਹੜੇ ਕੈਨੇਡੀਅਨ ਸਿਟੀਜ਼ਨ ਨਹੀਂ ਹੈਗੇ ਜੀ, PR ਉਹਨਾਂ 'ਚ ਆਉਂਦੇ ਆ ਜੀ, ਉਹ ਅਲਾਉਡ ਨਹੀਂ ਹੈ 31 ਜੁਲਾਈ ਤੱਕ। ਪਲੀਜ਼ ਆਹ ਜਿਹੜੀ ਖਬਰ ਸਾਡੇ ਕੋਲ ਆਈ ਹੈ ਜੀ, ਇਹ ਫੈਡਰਲ ਗਵਰਨਮੈਂਟ ਨੇ ਲਾਇਆ ਜੀ, ਸੋ ਇਸ ਕਰਕੇ ਪਲੀਜ਼ ਬੀ ਕੇਅਰਫੁਲ। ਤੁਸੀਂ ਕਈ ਵਾਰੀ ਸਾਨੂੰ ਫੋਨ ਕਰਦੇ ਹੋ ਕਿ ਮੈਂ PR ਹਾਂ ਤੇ ਅਸੀਂ ਆਉਣਾ ਚਾਹੁੰਦੇ ਹਾਂ ਵਾਪਸ, ਸਾਨੂੰ ਟਿਕਟ ਨਹੀਂ ਮਿਲ ਰਹੀ। ਟਿਕਟ ਵਾਸਤੇ ਜੋ ਇਹ ਖਬਰ ਸਾਡੇ ਕੋਲ ਆਈ ਹੈ ਜੀ, ਇਹਦੇ ਮੁਤਾਬਕ ਤੁਸੀਂ ਇਹਦੀ ਟਰਾਈ ਨਾ ਕਰੋ ਜੀ, ਕਿਉਂਕਿ PRs ਰਾਈਟ ਨਾਓ ਦੇ ਆਰ ਨਾਟ ਅਲਾਉਡ, ਓਨਲੀ ਸਿਟੀਜ਼ਨਸ ਆਰ ਅਲਾਉਡ। ਜਾਂ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਨੇ, ਕੋਈ ਐਸੀਆਂ ਗੱਲਾਂ ਹੈਗੀਆਂ ਨੇ, ਉਹੀ ਅਲਾਉਡ ਨੇ। ਸਾਡੇ ਕੰਟਰੀ ਦੇ ਵਿੱਚ ਹੋਰ ਕੋਈ ਵੀ ਅਲਾਉਡ ਨਹੀਂ ਹੈਗਾ ਜੀ। ਜੀ ਬਿਲਕੁਲ। ਤੇ ਸਰ ਇਹਦੇ ਨਾਲ ਹੀ ਅਸੀਂ ਗੱਲ ਕਰ ਲਈਏ ਯੂਰਪ ਦੇ ਵਿੱਚ ਵੀ, ਯੂਰਪ ਨੇ ਹਾਲਾਂਕਿ ਕਈ ਦੇਸ਼ਾਂ ਲਈ ਆਪਣਾ ਬੈਨ ਲਿਫਟ ਕਰ ਦਿੱਤਾ ਆ, ਪਰ ਅਮਰੀਕਾ ਦੇ ਲਈ ਬੈਨ ਹਜੇ ਵੀ ਬਰਕਰਾਰ ਹੈ। ਬਿਲਕੁਲ ਤਰ੍ਹਾਂ ਰੀਜ਼ਨ ਇਹ ਹੈ, ਯੂਰਪੀਅਨ ਯੂਨੀਅਨ ਨੇ ਜਿਹੜੀ ਇਹ ਗੱਲ ਕੀਤੀ ਹੈ, ਉਹਨਾਂ ਨੇ ਇੱਕ ਕ੍ਰਾਈਟੀਰੀਆ ਰੱਖਿਆ। ਪਿਛਲੇ 14 ਦਿਨਾਂ ਦੇ ਵਿੱਚ ਜਿਨ੍ਹਾਂ ਦੇ ਕੋਵਿਡ ਦੇ ਕੇਸਿਸ ਘਟੇ ਹੋਣਗੇ ਜਾਂ ਘਟ ਰਹੇ ਹੋਣਗੇ, ਉਹਨਾਂ ਨੂੰ ਉਹਨਾਂ ਨੇ ਅਲਾਉ ਕੀਤਾ। US ਉਹਦੇ ਵਿੱਚ ਨਹੀਂ ਆਉਂਦਾ। ਅਸੀਂ ਕੈਨੇਡੀਅਨ ਉਹਦੇ ਵਿੱਚ ਆਉਂਦੇ ਜੀ, ਕੈਨੇਡਾ ਨੂੰ ਉਹਨਾਂ ਨੇ ਅਲਾਉ ਕਰਤਾ। ਈਵਨ ਅਲਜੀਰੀਆ, ਆਸਟ੍ਰੇਲੀਆ, ਕੈਨੇਡਾ, ਜੋਰਜੀਆ, ਜਾਪਾਨ, ਮੌਂਟੇਨੇਗਰੋ, ਮੋਰੋਕੋ, ਨਿਊਜ਼ੀਲੈਂਡ, ਰਵਾਂਡਾ, ਸਰਬੀਆ, ਸਾਊਥ ਕੋਰੀਆ, ਥਾਈਲੈਂਡ, ਟਿਊਨੀਸ਼ੀਆ, ਯੂਰੋਗਵੇ, ਇਹ ਕੰਟਰੀਜ਼ ਨੇ ਜੀ ਜਿਹੜੇ ਯੂਰਪੀਅਨ ਯੂਨੀਅਨ ਨੇ ਅਲਾਉ ਕੀਤੇ ਆ, ਜਿਹੜੇ ਉੱਥੇ ਤੁਸੀਂ ਜਾ ਸਕਦੇ ਹੋ। ਬਟ ਇੱਕ ਗੱਲ ਹੋਰ, ਜੇ ਯੂਰਪੀਅਨ ਯੂਨੀਅਨ ਦਾ ਰੈਜ਼ੀਡੈਂਟ ਕਿਸੇ ਹੋਰ ਕੰਟਰੀ ਦੇ ਵਿੱਚ ਹੈਗਾ ਤਾਂ ਦੋਜ਼ ਆਰ ਅਲਾਉਡ ਟੂ ਗੈਟ ਇਨਟੂ ਯੂਰਪੀਅਨ ਯੂਨੀਅਨ। ਬਟ ਇਹ ਜਿਹੜੇ ਮੈਂ ਨਾਂ ਲਏ ਜੀ, ਇਹ ਉਹਨਾਂ ਕੰਟਰੀਜ਼ ਦੇ ਸਿਟੀਜ਼ਨ ਹੈ ਜਿਹੜੇ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਅਲਾਉਡ ਆ। ਕੈਨੇਡੀਅਨਸ ਆਰ ਅਲਾਉਡ, US ਵਾਲੇ ਅਜੇ ਨਹੀਂ ਹੈ, ਕਿਉਂਕਿ US ਦੀ ਹਾਲਾਤ ਹਲੇ ਕੋਈ ਬਹੁਤੇ ਚੰਗੇ ਨਹੀਂ ਹੈ। ਟਰੰਪ ਸਾਹਿਬ ਕੁਝ ਕਹੀ ਜਾਣ, ਬਾਹਰਲੇ ਸੁਨੇਹਿਆਂ ਨੂੰ ਦੇਖ ਲੈਣਾ ਚਾਹੀਦਾ ਵੀ ਹਾਲਤ ਉੱਥੇ ਕੀ ਹੈ ਜੀ। ਬਿਲਕੁਲ ਜੀ, ਉਹਨਾਂ ਦੀ ਹਾਲਤ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਉੱਥੇ ਹੀ ਇਹ ਵੀ ਸੁਣਨ ਵਿੱਚ ਆ ਰਿਹਾ ਕਿ ਕੈਨੇਡਾ ਨੇ 30 ਮਾਰਗਾਂ ਦੇ ਲਈ, 30 ਰਸਤਿਆਂ ਦੇ ਲਈ ਆਪਣੀਆਂ ਜਿਹੜੀਆਂ ਨੇ ਉਹ ਉਡਾਣਾਂ ਬੰਦ ਕੀਤੀਆਂ ਨੇ। ਤਰਨ 1 ਬਿਲੀਅਨ ਤੋਂ ਉੱਪਰ ਦਾ ਲਾਸ ਹੈ ਜੀ ਏਅਰ ਕੈਨੇਡਾ ਨੂੰ ਹੁਣ ਤੱਕ ਦਾ। ਇਕੱਲੇ ਮਾਰਚ ਦੇ ਵਿੱਚ 688 ਮਿਲੀਅਨ ਦਾ ਲਾਸ ਸੀਗਾ ਜੀ। ਇਹ ਇੱਕ ਏਅਰ ਟਰੈਵਲਰਸ ਵਾਸਤੇ, ਇਹ ਬਿਜ਼ਨਸ ਲੋਕਾਂ ਵਾਸਤੇ, ਕੈਨੇਡੀਅਨ ਇਕੋਨਮੀ ਵਾਸਤੇ ਬਹੁਤ ਵੱਡਾ ਸੁਨੇਹਾ ਹੈ ਕਿ ਜੇ ਏਅਰਲਾਈਨ ਇੰਡਸਟਰੀ ਨੇ ਇਹ ਪ੍ਰੈਡਿਕਸ਼ਨ ਕੀਤੀ ਹੈ ਕਿ ਅਸੀਂ ਅਗਲੇ 3 ਸਾਲ ਤੱਕ ਉੱਠਣਾ ਮੁਸ਼ਕਲ ਲੱਗਦਾ। ਸੋ 3 ਸਾਲਾਂ ਤੱਕ ਦੀ ਜਿਹੜੀ ਸਾਡੀ ਇਕੋਨਮੀ ਹੈ, ਉਹਦੇ ਹਾਲਾਤ ਕੋਈ ਬਹੁਤ ਚੰਗੇ ਨਹੀਂ। ਏਅਰ ਕੈਨੇਡਾ ਨੇ ਆਪਦੀਆਂ ਬਹੁਤ ਜਿਹੜੀਆਂ ਰਿਮੋਟ ਡੈਸਟੀਨੇਸ਼ਨਸ ਨੇ, ਉਹਨਾਂ ਦੇ ਉੱਤੇ ਵਿੱਚੋਂ 8 ਸਿਟੀਜ਼ ਆਉਂਦੇ ਨੇ ਜੀ। ਸਿਟੀਜ਼ ਨੂੰ ਉਹਨਾਂ ਨੇ ਟੂ ਫਰੋਮ ਕਈ ਥਾਵਾਂ ਤੋਂ ਸਰਟਨ ਸਿਟੀਜ਼ ਹੈਗੇ ਨੇ ਜਿਨ੍ਹਾਂ ਦੀਆਂ ਜਿੱਥੇ ਫਲਾਈਟਾਂ ਉਹਨਾਂ ਨੇ ਬਿਲਕੁਲ ਵੀ ਬੈਨ ਕਰਤੀਆਂ। ਰੀਜ਼ਨ ਕਹਿੰਦੇ ਇਨਫ ਲੋਕ ਨਹੀਂ ਹੈ ਉੱਥੇ ਆਉਣ ਜਾਣ ਵਾਸਤੇ, ਤੇ ਸਾਨੂੰ ਵਾਰਾ ਨਹੀਂ ਖਾਂਦਾ, ਸਿੰਪਲ ਜੀ ਗੱਲ ਹੈ ਜੀ। ਔਰ ਇਹ ਵਾਰਾ ਨਾ ਖਾਣਾ ਤਾਂ ਗੱਲ ਵੱਖਰੀ ਹੈ। ਜਿਹੜੀ ਮੈਂ
ਅਗਲੇ 3 ਸਾਲਾਂ ਦੀ ਗੱਲ ਕਰ ਰਹੇ ਹਾਂ ਜੀ, ਉਹ ਬਹੁਤ ਹੀ ਵੱਡੀ ਹੈ ਕਿ ਸਾਡੀ ਇਕਨੋਮੀ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਜੀ ਇਸ ਗੱਲ ਦਾ। ਜੀ ਬਿਲਕੁਲ ਸਰ, 에ਅਰਲਾਈਨਸ ਵੈਸੇ ਵੀ ਲਗਾਤਾਰ ਘਾਟੇ ਵਿੱਚ ਜਾ ਰਹੀਆਂ ਨੇ, ਕਿਸੇ ਵੀ ਦੇਸ਼ ਦੀਆਂ 에ਅਰਲਾਈਨਸ ਹੁਣ, ਕਿਉਂਕਿ ਕਿੱਥੇ ਹੁਣ ਗਰਮੀਆਂ ਦਾ ਮੌਸਮ ਹੈ, ਖਾਸ ਤੌਰ ਤੇ ਇੱਧਰਲੀਆਂ ਕੰਟਰੀਜ਼ ਦੀ ਗੱਲ ਕਰੀਏ, ਗਰਮੀਆਂ ਦੇ ਮੌਸਮ 'ਚ ਟੂਰਿਸਟ ਆਉਂਦੇ ਨੇ, ਘੁੰਮਣ ਫਿਰਨ ਲਈ ਜਾਂਦੇ ਨੇ। ਪਿਛਲੇ 3-4 ਮਹੀਨਿਆਂ ਤੋਂ ਸਭ ਕੁਝ ਇੱਕ ਤਰ੍ਹਾਂ ਨਾਲ ਜਿਵੇਂ ਵਿਰਾਮ ਹੀ ਲੱਗ ਗਿਆ ਹੁੰਦਾ ਹਰ ਚੀਜ਼ ਤੇ। ਬਿਲਕੁਲ ਤਰਨ, ਆਪਣਾ ਜਿਹੜਾ ਅਸੀਂ ਟੋਰਾਂਟੋ ਤੋਂ ਪ੍ਰੋਗਰਾਮ ਦਿੰਦੇ ਹਾਂ ਜੀ, ਸਾਡਾ ਜਿਹੜਾ 에ਅਰਪੋਰਟ ਹੈ ਸਭ ਤੋਂ ਬਿਜ਼ੀਐਸਟ 에ਅਰਪੋਰਟ ਇਨ ਕੈਨੇਡਾ, ਲੈਸਟਰ ਬੀ ਪੀਅਰਸਨ 에ਅਰਪੋਰਟ ਜੀ, ਔਰ ਇੱਥੇ ਤਕਰੀਬਨ 75,000 ਲੋਕ ਹਰ ਰੋਜ਼ ਟਰੈਵਲ ਕਰਦੇ ਆ ਜੀ, ਤੁਸੀਂ ਇਮੈਜਿਨ ਕਰੋ। ਤੇ ਅੱਜ ਕੱਲ੍ਹ ਸਾਡੇ ਕੁਛ ਵੀ ਨਹੀਂ ਹੈ, ਬਿਲਕੁਲ ਜਿਹਨੂੰ ਸੱਚੀ ਕਹਿੰਦਾ ਕਾਂ ਪੈਂਦੇ ਹੁੰਦੇ ਆ। ਸਾਡਾ ਬਿਜ਼ੀਐਸਟ 에ਅਰਪੋਰਟ ਦਾ ਇਹ ਹਾਲ ਹੈ, ਤੇ ਬਾਕੀਆਂ ਦਾ ਹਾਲ ਕੀ ਹੋਏਗਾ ਜੀ। ਮੈਨੂੰ ਐਮਰਜੈਂਸੀ ਜਾਣਾ ਪਿਆ ਸੀ ਐਡਮਿੰਟਨ, 2 ਹਫ਼ਤੇ ਪਹਿਲਾਂ ਖਾਲੀ ਪਿਆ ਸੀ ਐਡਮਿੰਟਨ, ਸਾਡਾ ਪੀਅਰਸਨ ਖਾਲੀ ਪਿਆ ਸੀ, ਐਡਮਿੰਟਨ ਦਾ ਬਿਲਕੁਲ ਹੀ ਖਾਲੀ ਪਿਆ ਸੀਗਾ। ਸੋ ਜੇ ਏਅਰ ਟਰੈਵਲਰ ਹੈ ਨਹੀਂ ਗਾ ਜੀ, ਬੜੀ ਵੱਡੀ ਇਕਨੋਮੀ ਹੈ ਜੀ, ਕਿਉਂਕਿ ਲੋਕੀ ਤਰਨ ਪਿਛਲੇ ਲੈਟਸ ਸੇ 25-30 ਸਾਲ ਤੋਂ ਨਾ ਏਅਰ ਟਰੈਵਲ ਅਫੋਰਡੇਬਲ ਹੋਇਆ ਹੈ, ਆਮ ਬੰਦਾ ਟਰੈਵਲ ਕਰ ਸਕਦਾ। ਉਸ ਤੋਂ ਪਹਿਲਾਂ ਐਸੀ ਹਾਲਤ ਜੀ ਅਲੀਟ ਜਿਹੜੇ ਟਰੈਵਲ ਕਰ ਸਕਦੇ ਮਹਿੰਗੇ ਹੁੰਦੇ ਸੀ, ਹਰੇਕ ਬੰਦਾ ਅਫੋਰਡ ਨਹੀਂ ਸੀ ਕਰਦਾ। ਹੁਣ ਪੈਸੇ ਦਾ ਸਰਕੂਲੇਸ਼ਨ ਇੰਨਾ ਜ਼ਿਆਦਾ ਹੈ ਕਿ ਬਹੁਤ ਲੋਕ ਟਰੈਵਲ ਕਰਦੇ ਆ, ਔਰ ਲੋਕੀ ਹਰ ਛੁੱਟੀਆਂ 'ਚ ਜਾਂਦੇ ਆ। ਸਮਰ ਦੀ ਤੁਸੀਂ ਗੱਲ ਕੀਤੀ ਹੈ, ਸਮਰ ਸਾਡੇ ਕੈਨੇਡਾ ਨੂੰ ਦੇਖਣ ਵਾਲੇ ਬੜੇ ਲੋਕ ਆਉਂਦੇ, ਵਿਜ਼ਿਟ ਕਰਦੇ ਆ ਜੀ, ਔਰ ਇਹ ਬਹੁਤ ਵੱਡੀ ਮਾਰ ਹੈ ਜੀ ਜਿਹੜੀ ਇਹ ਪੈ ਰਹੀ ਹੈ। ਹੋਪਫੁਲੀ ਜਿੰਨਾ ਛੇਤੀ ਇਹ ਰਿਕਵਰ ਹੋਏ ਚੰਗੀ ਗੱਲ ਹੈ, ਪਰ ਏਅਰ ਕੈਨੇਡਾ ਮੁਤਾਬਕ ਇਟਸ ਗੋਇੰ ਟੂ ਬੀ 3 ਇਅਰਸ। ਬਿਲਕੁਲ ਸਰ, ਤੇ ਉੱਥੇ ਸੁਣਨ ਵਿੱਚ ਆਇਆ ਕਿ ਕੈਨੇਡਾ ਨੇ ਆਪਣੇ 24 ਕੰਟਰੀਜ਼ ਦੇ ਵਿੱਚ ਵੀਜ਼ਾ ਸੈਂਟਰ ਖੋਲ ਦਿੱਤੇ ਨੇ। ਸੋ ਹੁਣ ਜੇਕਰ ਤੁਸੀਂ ਕੈਨੇਡੀਅਨ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਹਾਲਾਂਕਿ ਭਾਰਤ ਤੇ ਪਾਕਿਸਤਾਨ ਵਿੱਚ ਸ਼ਾਮਿਲ ਹੈਗੇ ਕਿ ਨਹੀਂ ਹੈਗੇ ਸਰ? ਤੁਸੀਂ ਦੱਸਤਾ ਜੀ। ਨਹੀਂ, ਮੈਂ ਹਜੇ ਦੱਸਿਆ ਨਹੀਂ ਹੈਗੇ ਕਿ ਨਹੀਂ ਹੈਗੇ, ਮੈਂ ਤੁਹਾਨੂੰ ਹਾਂਜੀ, ਇੰਡੀਆ ਤੇ ਪਾਕਿਸਤਾਨ ਦੋਨੇ ਸ਼ਾਮਲ ਨਹੀਂ ਹੈਗੇ ਜੀ। ਆਸਟ੍ਰੇਲੀਆ, ਫਰਾਂਸ, ਇਟਲੀ, ਜਰਮਨੀ, ਗ੍ਰੀਸ, ਇਰਾਕ, ਈਵਨ ਇਜ਼ਰਾਈਲ ਹੈ, ਬਹਿਰੀਨ ਹੈ, ਜਾਪਾਨ ਹੈ, ਸਪੇਨ, ਮਲੇਸ਼ੀਆ, ਜਾਨੀ ਬਹੁਤ ਕੰਟਰੀਜ਼ ਨੇ ਜੀ। ਇੰਡੀਆ ਤੇ ਪਾਕਿਸਤਾਨ ਉਹਦੇ ਵਿੱਚ ਅਜੇ ਨਹੀਂ ਹੈ ਜੀ। ਨਾਲ ਆਪਾਂ ਜਿਵੇਂ ਪਹਿਲਾਂ ਡਿਸਕਸ ਕੀਤਾ ਸੀ ਵੀ ਇਹ ਸਵਾਲ ਆਉਂਦਾ ਹੈ ਕਿ ਕੈਨੇਡਾ ਤਾਂ ਬੰਦ ਕੀਤਾ ਹੋਇਆ ਤੇ ਉਹ ਵੀਜ਼ੇ ਕਿਉਂ ਇਸ਼ੂ ਹੋ ਰਹੇ। ਗੱਲ ਸੱਚੀ ਗੱਲ ਤੁਹਾਡੀ ਬੜੀ ਕੰਮ ਦੀ ਗੱਲ ਹੈਗੀ ਆ ਉਹ, ਪਰ ਮੈਨੂੰ ਇਉਂ ਲੱਗਦਾ ਤਰਨ ਉਹ ਇਸ ਕਰਕੇ ਆ ਕਿ ਜਿਹੜਾ ਪੇਪਰ ਵਰਕ, ਹਾਂ ਇੱਕ ਉਹਦੇ ਨਾਲ ਹੋਰ ਗੱਲ ਵੀ ਹੈ, ਇਹ ਸਤਪਾਲ ਜੌਹਰ ਉਹਨਾਂ ਨੇ ਇਹਦੀ ਖਬਰ ਦਿੱਤੀ ਹੈ ਸਾਨੂੰ। ਉਹ ਖਬਰ ਦੇ ਨਾਲ ਇੱਕ ਹੋਰ ਚੀਜ਼ ਵੀ ਹੈ ਕਿ ਜਿਹੜੇ ਪੁਰਾਣਿਆਂ ਦੀ ਕੋਈ ਤਾਰੀਖ ਲੰਘ ਗਈ ਹੈ ਕੋਵਿਡ-19 ਕਰਕੇ, ਉਹਨੂੰ ਉਸ ਤਾਰੀਖ ਨੂੰ ਵਿਚਾਰਿਆ ਨਹੀਂ ਜਾਵੇਗਾ। ਉਹ ਦੁਬਾਰੇ ਫੇਰ ਉਸਨੂੰ ਅਪਲਾਈ ਕਰ ਸਕਦੇ ਆ, ਜਾਂ ਉਹਨਾਂ ਨੂੰ ਕੋਈ ਉਹ ਨਹੀਂ ਹੈ ਵੀ ਉਹਦੇ ਕਰਕੇ ਸਾਰਾ ਕੁਝ ਕੈਂਸਲ ਹੋ ਗਿਆ। ਨੋ, ਉਹ ਕੈਂਸਲ ਨਹੀਂ ਹੈ ਜੀ। ਪਰ ਵੀਜ਼ੇ ਇਉਂ ਆ ਵੀ ਤੁਸੀਂ ਕਾਰਵਾਈ ਸ਼ੁਰੂ ਹੋ ਗਈ ਹੈ, ਵੀਜ਼ੇ ਹੋ ਸਕਦਾ ਇਸ਼ੂ ਕਰ ਦਿੱਤੇ ਵੀ ਜਾਣਗੇ, ਪਰ ਤੁਸੀਂ ਅਲਾਉਡ ਉਦੋਂ ਹੋਵੋਗੇ ਜਦੋਂ ਕੈਨੇਡਾ ਖੁੱਲ੍ਹੇਗਾ। ਸੋ ਜਿਹੜੀ ਦਫ਼ਤਰੀ ਕਾਰਵਾਈ ਹੈ ਤਰਨ, ਉਹ ਸ਼ੁਰੂ ਹੋ ਚੁੱਕੀ ਹੈ ਕਿ ਉਹ ਨਾ ਹੋਵੇ ਉਸ ਟਾਈਮ ਤੇ ਫਿਰ ਹੋਰ ਭਾਰ ਵਧੇਗਾ, ਬੈਕਲੌਗ ਜ਼ਿਆਦਾ ਹੋ ਜਾਏਗਾ। ਤੁਹਾਡਾ ਸਹੀ ਸ਼ਬਦ ਹੈ ਜੀ। ਉਹਦੇ ਕਰਕੇ ਇਹ ਹੈ ਵੀ ਉਹ ਹੁਣੇ ਤੋਂ ਕਾਰਵਾਈ ਸ਼ੁਰੂ ਹੋ ਜਾਵੇ ਤੇ ਉਸ ਵੇਲੇ ਕੋਈ ਜਿਹੜਾ ਕੰਮ ਹੈਗਾ ਟ੍ਰਾਂਜੈਕਸ਼ਨ ਹੋਏਗੀ ਉਹ ਸਮੂਥ ਹੋ ਸਕਦੀ ਹੈ। ਬਿਲਕੁਲ ਜੀ। ਤੇ ਸਰ ਜਿਵੇਂ ਇਹਨਾਂ ਨੇ ਕਿਹਾ, ਤੁਸੀਂ ਵੀ ਗੱਲਬਾਤ ਕੀਤੀ ਆ, ਇਸ ਤੋਂ ਨਾਲ ਹੀ ਇੱਕ ਅਗਲੀ ਖਬਰ ਜ਼ਰੂਰ ਆ, 에ਅਰਲਾਈਨਸ ਦੇ ਘਾਟੇ ਦੀ ਆਪਾਂ ਗੱਲ ਕਰ ਰਹੇ ਸੀ। ਆਪਾਂ ਬੀਤੇ ਦਿਨ ਇੱਕ ਖਬਰ ਵਿਚਾਰੀ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਆ ਪਰਦਾਫਾਸ਼ ਹੋਇਆ ਸਕੈਮ ਦਾ, ਜਿਹਦੇ ਵਿੱਚ ਪਾਇਲਟਸ ਫਰਜ਼ੀ ਲਾਇਸੈਂਸ ਲੈ ਕੇ ਤੇ ਜਹਾਜ਼ ਉਡਾਉਂਦੇ ਨੇ। ਸੋ ਇਹਦਾ ਹੁਣ ਖਾਮਿਆਜ਼ਾ ਪਾਕਿਸਤਾਨ 에ਅਰਲਾਈਨਸ ਨੂੰ, ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਯਾਨੀ ਕਿ PIA ਨੂੰ ਭੁਗਤਣਾ ਪੈਣਾ, ਜੋ ਕਿ ਹੁਣ ਸ਼ੁਰੂ ਹੋ ਚੁੱਕਿਆ ਹੈ। ਤਰਨ 5 ਅਫੀਸ਼ੀਅਲਸ ਬਰਖਾਸਤ ਕਰ ਦਿੱਤੇ ਗਏ ਸਨ। 860 ਪਾਇਲਟਸ ਵਿੱਚੋਂ 260 ਦੇ ਉੱਤੇ ਦੋਸ਼ ਇਹ ਹੈ ਕਿ ਉਹਨਾਂ ਨੇ ਚੀਟਿੰਗ ਕਰਕੇ ਲਾਇਸੈਂਸ ਲਿਆ। ਬੜਾ ਵੱਡਾ ਨੰਬਰ ਹੈ, ਔਰ ਇਸ ਚੀਜ਼ ਦਾ ਸੀਰੀਅਸ ਨੋਟਿਸ ਲਿਆ ਯੂਰਪੀਅਨ ਯੂਨੀਅਨ ਨੇ। ਯੂਰਪੀਅਨ ਯੂਨੀਅਨ ਨੇ PIA, ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ, ਬੰਦ ਕਰਤੀ ਹੈ ਜੀ, ਬੈਨ ਕਰਤੀ ਹੈ। ਉੱਥੇ ਅਲਾਉਡ ਨਹੀਂ ਹੈ ਜੀ, ਜਦ ਤੱਕ ਇਹ ਆਪਦਾ ਘਰ ਨੂੰ ਸਾਫ਼ ਸਫਾਈਆ ਨਹੀਂ ਕਰਦੇ ਉਦੋਂ ਤੱਕ PIA ਬੰਦ ਰਹੇਗੀ। ਜਾਂ ਤਰਨ ਇੱਕ ਹੋਰ ਗੱਲ ਦੱਸਦਾ ਮੈਂ, ਜਿਹੜੀਆਂ 에ਅਰਲਾਈਨਸ ਨੇ ਉਹ ਆਪਦੇ ਕੰਟਰੀ 'ਚ ਉਹਨਾਂ ਦਾ ਕੋਈ ਸਟੈਂਡਰਡ ਹੋਵੇ ਰਿਗਾਰਡਲੈਸ, ਪਰ 에ਅਰਲਾਈਨਾਂ ਦੇ ਮੁਤਾਬਕ ਇਹਨਾਂ ਸਿਸਟਮ ਇਹ ਬਣਾਇਆ ਹੈ ਵੀ ਜਿਹੜੇ ਕੰਟਰੀ 'ਚ ਲੈਂਡ ਕਰਨਾ ਉਹ ਉਸ ਕੰਟਰੀ ਦੇ 에ਅਰਲਾਈਨ ਦੇ ਸਿਸਟਮ ਨੂੰ ਉਹਦੇ ਵਿੱਚ ਫਿੱਟ ਆਉਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਜੇ ਤੁਸੀਂ ਫਲਾਈਂਗ ਵਰਦੀ ਇੰਡੀਆ ਤੋਂ ਭੇਜਦੀ ਹੈ ਵੀ ਹਾਂਜੀ ਇਹ ਫਲਾਈ ਕਰ ਸਕਦਾ ਪਲੇਨ, ਜੇ ਉਹ ਫਲਾਈਂਗ ਵਰਦੀ ਆਫ ਦਾ ਫਲਾਈਂਗ ਫਰੋਮ ਯੂਰਪੀਅਨ ਯੂਨੀਅਨ ਨਹੀਂ ਹੈ ਤਾਂ ਯੂਰਪੀਅਨ ਯੂਨੀਅਨ ਜਾਂ ਕੈਨੇਡਾ ਜਾਂ US ਜਾਂ ਹੋਰ ਕੰਟਰੀ ਉੱਥੋਂ ਅਲਾਓ ਨਹੀਂ ਕਰਨਗੇ ਉਸ ਨੂੰ ਦੁਬਾਰੇ ਫਲਾਈ ਕਰਨ ਦਾ, ਜਦ ਤੱਕ ਉਹ ਅਕੋਰਡਿੰਗ ਟੂ ਦ ਸਟੈਂਡਰਡਸ ਨਹੀਂ ਹੋਏਗਾ। ਸੋ ਅੱਗੇ PIA ਨਾਲ ਇੱਕ ਐਸੀ ਪ੍ਰੋਬਲਮ ਆਈ ਵੀ ਸੀਗੀ, ਪਰ ਆਹ ਜਿਹੜੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਹੁਣ ਤੋਂ ਤਰਨ ਇਹਦੇ ਨਾਲ ਦੀ ਗੱਲ ਹੋਰ ਦੱਸਾਂ, 10 ਸਾਲ ਪਹਿਲਾਂ ਆਪਣੇ ਇੰਡੀਆ 'ਚ ਵੀ ਇਹ ਗੱਲ ਹੋਈ ਸੀਗੀ। ਉੱਥੋਂ ਦੀ ਵਿੱਚ ਇਹ ਰੌਲਾ ਪਿਆ ਸੀਗਾ ਕਿ ਕਈ ਪਾਇਲਟਸ ਜਿਹੜੇ ਹੈਗੇ ਆ ਉਹਨਾਂ ਨੇ
3 ਐਗਜ਼ਾਮਸ ਹੁੰਦੇ ਮੇਰੇ ਕੋਲ ਚੋਂ 2 ਹੀ ਦਿੱਤੇ ਸੀ, ਤੀਜਾ ਐਵੇਂ ਹੀ ਕਰ ਲਿਆ ਸੀਗਾ। ਸੋ ਉੱਥੇ ਵੀ ਇਹ ਬਹੁਤ ਇਸ ਕੇਸ ਉੱਠਿਆ ਸੀਗਾ ਜੀ, ਪਰ ਉਹਨੂੰ ਦੇਰ ਹੋ ਗਈ ਹੈ ਤੇ ਹੁਣ ਪਾਕਿਸਤਾਨ ਦੇ ਵਿੱਚ ਆਇਆ। ਪਾਕਿਸਤਾਨ ਨੇ ਐਕਸ਼ਨ ਲਿਆ, 5 ਬੰਦਿਆਂ ਨੂੰ ਬਰਖਾਸਤ ਕਰਤਾ, ਪਰ ਨੰਬਰ ਬੜਾ ਵੱਡਾ 860 ਦੇ ਵਿੱਚੋਂ 860 ਚੋਂ 260 ਨੇ ਜੀ। ਇਮੈਜਿਨ ਕਰੋ ਇੰਨੀ ਵੱਡੀ ਗਿਣਤੀ ਜਿਹੜੇ ਕਿ ਸ਼ਾਇਦ ਕਹਿੰਦੇ ਜਾਲੀ ਉਹਨਾਂ ਕੋਲ ਲਾਇਸੈਂਸ ਹੋਣ, ਯੂਰਪੀਅਨ ਯੂਨੀਅਨ ਬੈਨ ਕਰ ਦਿੱਤੇ ਆ ਜੀ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਹੈ ਜਿਹੜੀ ਅਸੀਂ 2-3 ਦਿਨ ਪਹਿਲਾਂ ਖਬਰ ਜਿਹੜੀ ਆਪਣੇ ਦਰਸ਼ਕਾਂ ਨੂੰ ਵੀ ਦਿਖਾਈ ਸੀ, ਸੂਬੇਦਾਰ ਸਾਹਿਬ ਜਿਨ੍ਹਾਂ ਦੀ ਪੁਲਿਸ ਪਾਲ ਦੇ ਵਿੱਚ ਸੀ, ਆਖਿਰਕਾਰ ਪੁਲਿਸ ਦੇ ਅੜਿੱਕੇ ਆ ਗਏ ਨੇ। ਇਹ ਜੀ ਸੂਬੇਦਾਰ W ਵਾਲੇ ਆ, SUUBEDAR ਹੈ ਜੀ, ਤਾਂ ਸੂਬੇਦਾਰ ਕਿਹਾ ਜੀ ਮੈਂ। ਇਹਦੀ 21 ਸਾਲਾਂ ਦੇ ਨੇ ਜੀ। ਲਵਪ੍ਰੀਤ ਹੈ ਸ਼ਾਇਦ ਇਹਨਾਂ ਦਾ, ਲਵਪ੍ਰੀਤ ਵੜਿੰਗ। ਹਾਂਜੀ ਇਹ ਜੀ ਫਿਰ ਉਹ ਅਖੀਰ ਤਾਂ ਫੜੇ ਜਾਣਾ ਜੀ। ਤੁਸੀਂ ਇਹੋ ਜਿਹਾ ਕੁਝ ਕੀਤਾ ਜੀ, ਤੁਸੀਂ ਧੂਆਂ ਧਾਰ ਬੜਾ ਕੁਝ ਕੀਤਾ, ਤੁਸੀਂ ਤੁਹਾਡੇ ਤਾਂ ਕਾਰ ਦਿਸਣ ਵੀ ਹਟ ਗਈ ਸੀਗੀ, ਹੁਣ ਪਰ ਤੁਸੀਂ ਦਿਸ ਗਏ ਹੋ ਜੀ। ਅਗਲੇ ਨੇ ਤੁਹਾਨੂੰ ਲੱਭ ਲਿਆ ਜੀ, ਤੇ ਜਿਹੜੇ ਤੁਹਾਡੇ ਨਾਲ ਦੇ 2 ਹੈਗੇ ਆ ਉਹਨਾਂ ਦੀ ਜੇ ਭਾਲ ਜਾਰੀ ਹੈ। ਜੁਰਮਾਨਾ ਬੜਾ ਹੋਏਗਾ ਜੀ ਇਹਨਾਂ ਨੂੰ, ਕਿਉਂਕਿ ਮਾਰਕਾ ਬੜਾ ਮਾਰਿਆ ਇਹਨਾਂ ਨੇ। ਚੰਗੀ ਗੱਲ ਨਹੀਂ ਹੈ। ਆਪ ਉਦੋਂ ਨੂੰ ਇਹ ਗੱਲ ਤੇ ਡਿਟੇਲ ਤੇ ਗੱਲ ਕੀਤੀ ਸੀ। ਪਲੀਜ਼ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਫੁਕਰਪਣਾ ਨਾ ਕਰਿਆ ਕਰੋ। ਹੋ ਸਕਦਾ ਮੇਰੀ ਸ਼ਬਦਾਵਲੀ ਤੁਹਾਨੂੰ ਚੰਗੀ ਨਾ ਲੱਗੇ, ਪਰ ਤੁਸੀਂ ਕਰਦੇ ਹੋ ਇਹ ਕੁਝ, ਇਹ ਚੰਗਾ ਨਹੀਂ ਹੈ। ਸਾਡੀ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਹੈ। ਪਲੀਜ਼ ਅਸੀਂ ਬੜੀ ਮਿਹਨਤ ਕੀਤੀ ਆ ਕਿ ਇੱਥੇ ਸਾਡੇ ਲੋਕਾਂ ਨੇ ਬੜੇ ਵੱਡੇ ਵੱਡੇ ਕਾਰੋਬਾਰ ਕੀਤੇ ਨੇ। ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ, ਬੜੀ ਰਿਸਪੈਕਟ ਹੈ। ਅਸੀਂ ਸਾਡੇ ਈਵਨ ਇੱਕ ਸੂਬੇ ਦਾ ਸਾਡਾ ਪ੍ਰੀਮੀਅਰ ਵੀ ਹੋ ਚੁੱਕਿਆ ਸਾਡੀ ਕਮਿਊਨਿਟੀ ਦੇ ਵਿੱਚ। ਬਾਕੀ ਫੈਡਰਲ ਮਿਨਿਸਟਰਸ, ਸਾਡੇ ਪ੍ਰੋਵਿੰਸ਼ੀਅਲ ਮਿਨਿਸਟਰਸ ਬਹੁਤ ਨੇ ਜੀ। ਸੋ ਪਲੀਜ਼ ਇਹ ਜਿਹੀਆਂ ਗੱਲਾਂ ਨਾ ਕਰਿਆ ਕਰੋ। ਬਿਲਕੁਲ ਜੀ। ਇਹਨਾਂ ਉੱਤੇ 2 ਦੋਸ਼ ਆਇਦ ਕੀਤੇ ਗਏ ਨੇ, ਕ੍ਰਿਮੀਨਲ ਚਾਰजेस ਦੇ ਅੰਡਰ ਜਿਹੜੇ 2 ਦੋਸ਼ ਆਇਦ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ ਇੱਕ ਡੇਂਜਰਸ ਡਰਾਈਵਿੰਗ ਦਾ ਵੀ ਹੈਗਾ ਆ, ਤੇ 14 ਸਤੰਬਰ ਨੂੰ ਹੁਣ ਇਹਨਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਊਗਾ। ਸਰ ਮਹਿਜ਼ 21 ਸਾਲ ਦੀ ਉਮਰ ਆ ਤੇ ਪੁਲਿਸ ਲਿਸਟ ਵਿੱਚ ਨਾਮ ਚੜ ਚੁੱਕਿਆ ਵਾ, ਕੀ ਪੂਰਾ ਫਿਊਚਰ ਰਹੇਗਾ? ਦੇਖੋ ਜੀ, ਫਿਊਚਰ ਕੋਈ ਬਹੁਤਾ ਚੰਗਾ ਨਹੀਂ ਹੈ। ਛੇਤੀ ਕੀਤੀ ਇਹਨਾਂ ਦਾ ਨਾਂ ਨਿਕਲਣਾ ਨਹੀਂ, ਕਿਉਂਕਿ ਇਹਨਾਂ ਨੂੰ ਤਮਗਾ ਮਿਲ ਜਾਣਾ, ਕਿਉਂਕਿ ਇਹਨਾਂ ਨੇ ਟੈਕਸ ਪੇਅਰ ਦੀ ਜਿਹੜੀ ਬਣੀ ਹੋਈ ਸੜਕ ਹੈ ਜੀ ਉਹਨੂੰ ਪੱਟਿਆ ਇਹਨਾਂ ਨੇ ਆਪਦਾ ਖਰੂਦ ਕਰਦਿਆਂ ਨੇ ਪੱਟਿਆ। ਹਾਲਾਂਕਿ ਅੱਛਾ ਉਸ ਵੇਲੇ ਜਿਹੜਾ ਟ੍ਰੈਫਿਕ ਦੀ ਇਹਨਾਂ ਨੇ ਕੀਤੀ ਹੈ, ਪਿੱਛੇ ਟ੍ਰੈਫਿਕ ਚੱਲੇ ਹੀ ਨਹੀਂ, ਜੜਾਂ ਕਿ ਸੀ ਲੋਕੀ ਹੌਰਨ ਮਾਰ ਰਹੇ ਆ, ਅਜਿਹਾ ਕੁਝ ਕੀਤਾ ਜੀ। ਔਰ ਮੈਂ ਕਹਿੰਦਾ ਜੀ ਚੰਗਾ ਹੈ। ਸੁਨੇਹਾ ਇਹਨਾਂ ਰਾਹੀਂ ਬਾਕੀਆਂ ਨੂੰ ਵੀ ਜਾਣਾ ਚਾਹੀਦਾ ਵੀ ਇਹ ਜਿਹੀ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਬਿਲਕੁਲ ਜੀ। ਤਾਂ ਉੱਥੇ ਹੀ ਕਹਿੰਦੇ ਕੈਨੇਡਾ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਮੈਰੀਜੁਆਨਾ ਦੀ ਖੇਪ ਫੜੀ ਗਈ ਹੈ, 4.3 ਟਨ, ਯਾਨੀ ਕਿ 4.3 ਟਨ ਦੀ ਖੇਪ ਹੈ ਇਹ, ਤੇ ਇਹ ਵੀ ਇੱਕ ਭਾਰਤੀ ਦੇ ਹਿੱਸੇ ਹੀ ਆਇਆ ਇਹ ਕਾਰਨਾਮਾ ਜੀ। 27 ਮਿਲੀਅਨ ਤੋਂ ਉੱਪਰ ਬਣ ਜਾਂਦੇ ਆ ਜੀ। ਤੇ ਅਸੀਂ ਜਾ ਰਹੇ ਸੀਗੇ ਜੀ ਕੈਨੇਡਾ ਤੋਂ, ਅਸੀਂ US ਨੂੰ ਜਾ ਰਹੇ ਸੀ, ਬਫਲੋ ਦੇ ਕੋਲੇ ਅਸੀਂ ਕ੍ਰਾਸ ਕਰ ਰਹੇ ਸੀਗੇ ਜੀ। ਤੇ ਇਹ PR ਨੇ ਜੀ, ਇੰਡੀਆ ਤੋਂ ਆਏ ਨੇ ਜੀ, ਔਰ ਇਹ ਖੇਪ ਫੜੀ ਗਈ ਹੈ ਜੀ। ਇਹ US ਉਹਨਾਂ ਦਾ ਨਾਮ ਨਹੀਂ ਅਜੇ ਆਇਆ, ਪਰ ਜਿਹੜੀ ਖਬਰ ਆ ਉਹਦੇ ਵਿੱਚ ਹੈ PR ਫਰੋਮ ਇੰਡੀਆ 26 years old, ਏਡੀ ਵੱਡੀ ਖੇਪ ਦੇ ਨਾਲ ਫੜੇ ਗਏ ਨੇ। ਬਿਲਕੁਲ ਜੀ। ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ। ਹਾਂਜੀ ਬੇਟੇ, PR ਤੁਸੀਂ ਕਹਿ ਰਹੇ ਹੋ ਵੀ ਆ ਨਹੀਂ ਰਿਹਾ ਤਾਂ ਬੰਦੇ ਮਾਤਰ ਆ ਜਿਹੜੀ ਹੁਣ ਫਲੈਟਾਂ ਚੱਲੀਆਂ ਨੇ ਤਾਂ ਟਿਕਟ ਬੁੱਕ ਕਰਵਾ ਲਈ 5 ਜੁਲਾਈ ਦੀ। ਬਿਲਕੁਲ ਜੀ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਮੈਮ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ ਪੁੱਤਰ ਜੀ। ਜੀ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਦੱਸਣਾ ਸੀ, ਚਲੋ ਸੂਬੇਦਾਰ ਤੇ ਫੜਿਆ ਗਿਆ ਤੇ ਬਾਕੀ ਬਹੁਤ ਸੂਬੇਦਾਰ ਫਿਰਦੇ ਆ ਜੀ ਜਿਹੜੇ ਉਹ ਮਫਲਰ ਲਾ ਕੇ ਗੱਡੀਆਂ ਚਲਾਉਂਦੇ ਆ ਨਾ, ਉਹ ਇੰਨਾ ਰੌਡ ਪਾਉਂਦੇ ਆ, ਮੈਨ ਓ ਮਾਈ ਗॉड। ਉਹ ਵਿੱਚ ਵੇਖੋ ਜੀ ਤੁਸੀਂ, ਉਹ ਪਟਾਕੇ ਪਾਉਂਦੇ ਆ ਗੱਡੀਆਂ ਦੇ। ਉਹ ਕਿਰਪਾ ਕਰਕੇ ਉਹਨਾਂ ਬਾਰੇ ਕੁਝ ਕਹੋ ਜੀ। ਬਿਲਕੁਲ ਸਰ, ਅਸੀਂ ਕੀ ਕਹਿਣਾ, ਤੁਸੀਂ ਆਪ ਹੀ ਕਹਿ ਦਿੱਤਾ ਜੀ। ਬਿਲਕੁਲ ਸਰ, ਕਿਹੜੇ ਏਰੀਆ ਤੋਂ ਤੁਸੀਂ ਕਾਲ ਕਰ ਰਹੇ ਹੋ, ਕਿੱਥੋਂ ਕਾਲ ਕਰ ਰਹੇ ਹੋ? ਮੈਂ ਬ੍ਰੈਂਪਟਨ ਤੋਂ ਕਰ ਰਿਹਾ ਜੀ। ਬਿਲਕੁਲ ਜੀ। ਮੈਂ ਪੁੱਛਣ ਹੀ ਲੱਗੀ ਸੀ, ਐਵੇਂ ਦੀਆਂ ਕਾਲਸ ਮੋਸਟਲੀ ਬ੍ਰੈਂਪਟਨ ਤੋਂ ਹੀ ਆਉਣ ਵਾਲੀਆਂ ਹੁੰਦੀਆਂ ਨੇ, ਇੱਥੇ ਹੀ ਲੋਕੀ ਜ਼ਿਆਦਾ ਪਰੇਸ਼ਾਨ ਨੇ। ਉਹਨਾਂ ਨੂੰ ਕੋਈ ਮੈਸੇਜ ਦਿਓ ਵੀ ਨਾ ਇਸ ਤਰ੍ਹਾਂ ਕਰੋ, ਆਪਣੀ ਕਮਿਊਨਿਟੀ ਨਾ ਬਦਨਾਮ ਕਰੋ। ਬੜੇ ਤੁਹਾਡੇ ਤੇ ਥੂ ਕਰਦੇ ਆ, ਗੋਰੇ ਵੀ, ਸਾਰੇ ਕਮਿਊਨਿਟੀਆਂ ਆਪਣੇ ਵੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕਾਲ ਕੀਤੀ ਹੈ ਜੀ। ਸਰ ਦੂਜੀ ਕਮਿਊਨਿਟੀ ਨੇ ਤਾਂ ਕਰਨਾ ਹੀ ਕਰਨਾ ਜੀ, ਅਸੀਂ ਆਪ ਥੂ ਕਰਦੇ ਹਾਂ ਜੀ, ਫਿਰ ਵੀ ਨਹੀਂ ਸਮਝਦੇ ਜੀ। ਖੈਰ ਕਈ ਵਾਰੀ ਉਮਰ ਹੁੰਦੀ ਹੈ, ਪਰ ਫਿਰ ਵੀ ਜੋਸ਼ ਹੁੰਦਾ, ਠੀਕ ਹੈ, ਨਾਲ ਹੋਸ਼ ਵੀ ਰੱਖਣਾ ਚਾਹੀਦਾ। ਤੁਸੀਂ ਆਪਦੇ ਆਲੇ ਦੁਆਲੇ ਦੀ ਵਿੱਚ ਤੁਹਾਡੀ ਇੱਜ਼ਤ ਹੈਗੀ ਹੈ, ਬੜੀ ਬਣੀ ਹੋਈ ਹੈ, ਔਰ ਉਹਨੂੰ ਖਰਾਬ ਨਾ ਕਰੋ। ਸਾਡੀ ਸਭ ਨੂੰ ਬੇਨਤੀ ਇਹੀ ਹੈ ਜੀ। ਜਿਹੜੀ ਉਹ ਡਰੱਗ ਫੜੀ ਗਈ ਹੈ ਤਰਨ, ਮੈਂ ਨਾ ਜਦੋਂ ਇਹ ਖਬਰ ਆਪਣੇ ਭੁੱਲਰ ਸਾਹਿਬ ਦੇ ਨਾਲ, ਸਾਡੇ ਓਨਰ ਨੇ ਜੀ, ਉਹਨਾਂ ਨਾਲ ਗੱਲ ਕਰ ਸ਼ੁਰੂ ਕੀਤੀ। ਉਹ ਕਹਿੰਦੇ ਨਹੀਂ ਇਹ ਤਾਂ ਗੱਲ ਹੋਈ ਹੈ। ਮੈਂ ਕਿਹਾ ਨਹੀਂ ਭੁੱਲਰ ਸਾਹਿਬ, ਉਹ ਹੋਰ ਸੀਗੀ, ਇਹ ਹੋਰ ਹੈ। ਹੁਣ ਸਮਝ ਨਹੀਂ ਆਉਂਦੀ ਕਿ ਪਹਿਲੀਆਂ
ਗੱਲਾਂ ਦੀ ਕਈ ਵਾਰੀ ਸਿਆਹੀ ਹਲੇ ਸੁੱਕੀ ਨਹੀਂ ਹੁੰਦੀ, ਨਵੀਂ ਗੱਲ ਹੋ ਜਾਂਦੀ ਹੈ। ਅਸੀਂ ਇਸ ਪਾਸੇ ਨੂੰ ਕਿੱਧਰ ਨੂੰ ਤੁਰੇ ਹੋਏ ਆ, ਇੰਨੀ ਛੇਤੀ ਅਮੀਰ ਹੋਣ ਦੀ ਕੋਸ਼ਿਸ਼ ਨਾ ਕਰੋ। ਇਹ ਠੀਕ ਹੈ, ਕਈਆਂ ਨੇ ਤਰਨ ਆ ਕੇ ਜਿਹੜੇ ਨਾ, ਮੇਰੇ ਸਾਰਿਆਂ ਬਾਰੇ ਨਹੀਂ ਕਰ ਰਿਹਾ, ਕੁਝ ਲੋਕ ਨਵੇਂ ਆ ਕੇ ਕਹਿੰਦੇ ਵੀ ਜਿਹੜੇ ਤੁਸੀਂ 72 ਦੇ ਆਏ ਹੋ, ਤੁਸੀਂ 60 ਦੇ ਆਏ ਹੋ, ਤੁਸੀਂ ਕੀਤਾ ਕੀ ਆ, ਤੁਹਾਨੂੰ ਕੰਮ ਹੀ ਨਹੀਂ ਸੀ ਕਰਨਾ ਆਉਂਦਾ, ਅਸੀਂ ਤੁਹਾਨੂੰ ਕਰਕੇ ਦਿਖਾਉਣੇ ਆ। ਠੀਕ ਆ, ਕਰੋ, ਪਰ ਚੱਜ ਦਾ ਕੰਮ ਕਰੋ, ਲੀਗਲ ਕੰਮ ਕਰੋ, ਇਲੀਗਲ ਕੰਮ ਨਾ ਕਰੋ। ਇਲੀਗਲ ਕੰਮ ਦੇ ਨਾਲ ਜਿਹੜੇ ਪੈਸੇ ਬਣੇ ਵੀ ਹੁੰਦੇ ਆ ਨਾ, ਉਹ ਤੁਹਾਡੇ ਚਲੇ ਜਾਣੇ ਆ, ਉਹ ਰਹਿਣੇ ਨਹੀਂ ਆ। ਉਦੋਂ ਉੱਪਰ ਤਰਨ ਜਿਹੜੀ ਜੇਲ੍ਹ ਹੋਣੀ ਆ ਹੁਣ। ਸਰ ਅਸੀਂ ਆਪਾਂ ਅੱਗੇ ਵੀ ਡਿਸਕਸ ਕਰਦੇ ਹਾਂ ਕਿ ਜੇਕਰ ਇੱਥੇ ਆਪਾਂ ਨੇ ਕਾਲਰਸ ਵੀ ਡਿਸਕਸ ਕਰਦੇ ਹੁੰਦੇ ਆ ਕਿ ਜੇਕਰ ਇੱਥੇ ਆਉਣਾ ਵੀ ਆ ਸਟੂਡੈਂਟਸ ਜਾਂ ਆਉਣਾ ਚਾਹੁੰਦੇ ਨੇ, ਇੱਕ ਪ੍ਰੋਪਰ ਏਜ ਲਿਮਿਟ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਥੋੜੀ ਸੋਚ ਜਿਹੜੀ ਹੈ ਡਿਵੈਲਪ ਹੋ ਜਾਵੇ। ਅਸੀਂ ਕਹਿੰਦੇ ਹਾਂ ਜੇ 21 ਸਾਲ ਦੇ ਸੂਬੇਦਾਰ ਨੇ ਗੱਡੀਆਂ ਘਮਾਈਆਂ ਨੇ, ਇਦਾਂ ਟਾਇਰ ਉੱਥੇ ਮਤਲਬ ਧੂਆਂ ਕੀਤਾ, ਕ੍ਰੀਏਟ ਕੀਤਾ, ਰੋਡ ਨੂੰ ਡੈਮੇਜ ਕੀਤਾ, ਤਾਂ ਉੱਥੇ 27 ਸਾਲ ਦੇ ਨੂੰ ਤਾਂ ਇਨਫ ਮੈਚੁਰਿਟੀ ਹੁੰਦੀ ਆ। ਜਿਹੜੇ ਕੰਮਾਂ ਦੇ ਵਿੱਚ ਉਹ ਪਏ ਨੇ, ਮੈਰੀਜੁਆਨਾ ਜਿਹੜਾ ਇਲੀਗਲ ਵੇ ਦੇ ਨਾਲ ਤੁਸੀਂ ਸ਼ਾਰਟਕਟ ਯੂਜ਼ ਕਰਕੇ ਅਮੀਰ ਹੋਣਾ ਮੰਗਦੇ ਹੋ, ਸੋ ਇੱਥੇ ਉਮਰ ਨੂੰ ਹੁਣ ਅਸੀਂ ਕੀ ਕਹੀਏ, ਕਿਵੇਂ ਕੈਲਕੂਲੇਟ ਕਰੀਏ? ਇੱਕ ਪਾਸੇ 21 ਸਾਲ ਦਾ ਤੇ ਇੱਕ ਪਾਸੇ 27 ਸਾਲ ਦਾ, ਤੇ ਕਰ ਇਹ ਕੀ ਕਰ ਰਹੇ ਨੇ? ਕਮਿਊਨਿਟੀ ਨੂੰ ਬਦਨਾਮ ਕਰਨ ਵਾਲੇ। ਅਜੇ ਤਾਂ ਸਿਟੀਜ਼ਨ ਨਹੀਂ ਜੀ ਹੋਏ ਤੁਸੀਂ, ਉਹ ਦੇਖੋ ਸਿਟੀਜ਼ਨ ਹੋਣਾ ਤੇ ਪੀਆਰ, ਇਹ ਪੀਆਰ ਨੇ ਜੀ, ਦੱਸੋ ਹੁਣ ਕਿੱਥੇ ਜਾਣਗੇ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਐਡਮਿੰਟਨ ਤੋਂ ਬੋਲਦਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਗੱਲ ਕਰਨਾ ਚਾਹੁੰਦਾ ਕਿ ਜਿਹੜੀਆਂ ਆਪਾਂ ਸਟੂਡੈਂਟ ਬਾਰੇ ਕਰਦੇ ਗੱਲ, ਕਿ ਜਿਹੜੀਆਂ ਸਟੂਡੈਂਟ ਗੱਡੀਆਂ ਲੈ ਕੇ ਚੱਕੀ ਫਿਰਦੇ ਆ ਰੋਡਾਂ ਤੇ, ਰਾਈਟ, ਇਹਨਾਂ ਵਿੱਚ ਇਕੱਲੇ ਸਟੂਡੈਂਟ ਦਾ ਕਸੂਰ ਨਹੀਂ ਆ, ਇਹ ਆਪਣੇ ਬੈਂਕਾਂ ਦਾ ਵੀ, ਆਪਣੀ ਗਵਰਨਮੈਂਟ ਦਾ ਵੀ ਇਹ 'ਚ ਓਨਾ ਹੀ ਕਸੂਰ ਆ। ਕਿਉਂਕਿ ਇਹਨਾਂ ਕੋਲ 2-2 ਸਾਲ ਦੇ ਵੀਜ਼ੇ ਹੁੰਦੇ ਆ, ਬੈਂਕ ਇਹਨਾਂ ਨੂੰ 6-6 ਸਾਲ ਦੇ ਲੋਨ ਅਪਰੂਵ ਕਰ ਦਿੰਦੇ ਆ ਜੀ, ਤੇ ਇਹਨਾਂ ਵਿੱਚ ਗਲਤੀ ਇਹਨਾਂ ਦੀ ਨਹੀਂ ਆ, ਬੈਂਕਾਂ ਦੀ ਵੀ ਗਲਤੀ ਇਹਨਾਂ ਤੋਂ ਜ਼ਿਆਦਾ ਵਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਨਾਜੀ, ਪਹਿਲਾਂ ਤੁਸੀਂ ਦੱਸੋ ਇੱਥੇ ਕੀ ਕਹਿਣਾ ਚਾਹੋਗੇ? ਤਰਨ, ਗੱਲ ਇਹਨਾਂ ਦੀ ਠੀਕ ਹੈਗੀ ਆ, ਪਰ ਗੱਲ ਸਾਡੀ ਜਿਹੜੀ ਸਰਕਾਰ ਹੈ ਜੀ, ਇਹ ਜਿਹੜੇ ਸਟੂਡੈਂਟਸ ਆਉਂਦੀ ਆ, ਇਹ ਐਕਸਪੈਕਟ ਕਰਦੀ ਆ ਕਿ ਉਹ ਸਾਡੇ ਇੱਥੋਂ ਦੇ ਸਿਸਟਮ ਦੇ ਵਿੱਚ ਰਲਣਗੇ ਆ ਕੇ, ਇੱਥੇ ਅਖੀਰ ਸਾਡੀ ਇਕਨੋਮੀ ਦੇ ਵਿੱਚ ਹਿੱਸਾ ਪਾਉਣਗੇ, ਔਰ ਬਹੁਤੇ ਹਿੱਸਾ ਪਾਉਂਦੇ ਨੇ। ਇਹ ਥੋੜੇ ਜਿਹੇ ਆ ਜਿਹੜੇ ਇਹੋ ਜਿਹਾ ਕੁਝ ਕਰਦੇ ਆ, ਮੋਸਟਲੀ ਤਾਂ ਜਿਹੜੇ ਇਹ ਬੜੀ ਮਿਹਨਤ ਕਰਦੇ ਆ, ਡਬਲ ਜੌਬ ਕਰਦੇ ਆ, ਪੜ੍ਹਾਈ ਕਰਦੇ ਆ, ਫਿਰ ਮਿਹਨਤ ਕਰਦੇ ਆ, ਸੌਂਦੇ ਘੱਟ ਆ, ਕੰਮ ਕਰਦੇ ਆ, ਇੰਨਾ ਕੁਝ ਕਰਦੇ ਆ। ਪਰ ਕੁਝ ਕੁ ਐਸੇ ਹੈਗੇ ਨੇ ਜਿਹੜੇ ਕਿ ਉਸ ਚੀਜ਼ ਦਾ ਹਰੇਕ ਸਿਸਟਮ ਨੂੰ ਅਬਿਊਜ਼ ਕਰਦੇ ਆ, ਵਿਚ ਇਜ਼ ਨਾਟ ਅ ਗੁੱਡ ਥਿੰਗ ਟੂ ਡੂ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਪਹਿਲਾਂ ਤਾਂ ਜੀ ਨਟ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਜਦੋਂ ਸ਼ਾਮ ਦਾ ਤੁਸੀਂ ਕਰਦੇ ਹੋ, ਬੜਾ ਚੰਗਾ ਲੱਗਦਾ, ਮੈਂ ਹਰੇਕ ਵਾਰ ਦੇਖਦਾ। ਥੈਂਕ ਯੂ ਮੈਂ ਤਰਨ ਜੀ, ਮੇਰਾ ਕੁਐਸਚਨ ਇਹ ਸੀ, ਜਿੱਦਾਂ ਹੁਣ ਜਿਹੜਾ ਤੁਸੀਂ ਇਹਦੇ ਤੇ ਹੈਗਾ, ਜੋ ਮੈਨੂੰ ਕਿਸੇ ਨੇ ਪੁੱਛਿਆ ਹੀ ਸੀ, ਮੈਂ ਇੱਥੇ ਬਜ਼ੁਰਗ ਫੈਮਿਲੀ ਹੈਗੀ ਆ, ਉਹਨਾਂ ਨੇ ਜਿੱਦਾਂ ਇੰਡੀਆ ਤੋਂ ਫਲਾਈਟ ਕੀਤੀ ਹੈਗੀ KLM ਦੀ ਹਾਲੈਂਡ ਤੱਕ, ਹਾਲੈਂਡ ਤੋਂ ਉਹਨਾਂ ਨੇ ਆਉਣਾ ਹੈਗਾ ਇੱਥੇ ਕੈਨੇਡਾ 3 ਜੁਲਾਈ ਨੂੰ ਜੀ। ਉਹ ਵੀ ਕੋਈ ਬੈਨ ਹੈਗਾ ਕਿ KLM ਦੀ ਫਲਾਈਟ ਉਹ ਆਏਗੀ? ਇੱਕ ਕੁਐਸਚਨ ਇਹ ਜੀ। ਸੈਕੰਡ, ਇਹਦਾ ਆਨਸਰ ਨਟ ਸਾਹਿਬ ਤਾਂ ਦੇਣਗੇ ਜੀ। ਇੱਕ ਇਹ ਕੁਐਸਚਨ ਹੈਗਾ ਜੀ ਮੇਰਾ, ਤੇ ਜਿਹੜਾ ਆਪਾਂ ਦੂਜਾ ਕਹਿੰਦੇ ਆ ਨਾ ਕਿ ਸਟੂਡੈਂਟਸ ਦਾ ਹੈਗਾ ਆ, ਕੋਈ ਏਦਾਂ ਹੈਗਾ, ਉਹਦਾ ਜੀ ਸਟੂਡੈਂਟਸ ਬੜੇ ਮਾਣ ਨਾਲ ਕਹਿੰਦੇ ਨੇ, ਕਹਿੰਦੇ ਜੀ ਜਿਹੜਾ ਕੈਨੇਡਾ ਦਾ ਬੇਸ ਆ ਨਾ ਇਸ ਵੇਲੇ, $52 ਬਿਲੀਅਨ ਜਿਹੜਾ ਆ, ਕਹਿੰਦਾ ਜਸਟਿਨ ਟਰੂਡੋ ਦੀ ਪਾਕਟ ਦੇ ਵਿੱਚ ਉਹ ਅਸੀਂ ਸਟੂਡੈਂਟ ਪਾ ਰਹੇ ਹਾਂ, ਸਟੂਡੈਂਟਾਂ ਦੀ ਫੀਸ ਪਾ ਰਹੇ ਹਾਂ। ਤੇ ਕਹਿੰਦਾ ਜੀ ਜੇ ਇੱਕ ਦੋ ਇਦਾਂ ਦੀਆਂ ਗਲਤੀਆਂ ਹੋ ਵੀ ਗਈਆਂ ਆ ਸਾਡੇ ਕੋਲ, ਜਾਂ ਇਦਾਂ ਦੀਆਂ ਕੋਈ ਗਲਤੀਆਂ ਕਰਦੇ ਵੀ ਸਟੂਡੈਂਟ, ਤੇ ਲੋਕਾਂ ਨੇ ਕਹਿੰਦਾ ਜੀ ਉਹਦਾ ਇੰਨਾ ਵੱਡਾ ਕੀ ਚੀਜ਼ ਬਣਾਈ ਹੋਈ ਹੈਗੀ ਆ। तो मेरा तो यही है जी, मतलब जो स्टूडेंट सानू यही दसन लग पे कनेडियन सिटीजन नूं भी भाई साडे साडा जिहड़ा बेस आ कनेडा का बेस आ वो $52 बिलियन जिहड़ा आ वो बना के असीं रखिया होया आ जी बिल्कुल असीं की जवाब ये हो सकदे आ जी बिल्कुल बिल्कुल सर तुसीं टीवी स्क्रीन ते आंसर सुन सकदे हो कॉल कीती ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਫਲਾਈਟਾਂ ਦੇ ਜਵਾਬ ਪ੍ਰੋਗਰਾਮ ਦੇ ਖਿੱਚ ਦੇਵਾਂਗੇ ਜੀ। ਜਿਹੜੀ ਤੁਸੀਂ ਆ ਗੱਲ ਕੀਤੀ ਸਹੀ ਗੱਲ ਆ। ਆਇਲ ਇੰਡਸਟਰੀ ਤੋਂ ਬਾਅਦ ਲੰਬਰ ਇੰਡਸਟਰੀ ਤੋਂ ਬਾਅਦ ਸਟੂਡੈਂਟ ਵਾਲੀ ਇੰਡਸਟਰੀ ਆਉਂਦੀ ਹੈ ਜੀ। ਬਹੁਤ ਪੈਸਾ ਆਉਂਦਾ ਇਹਦੇ ਨਾਲ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਡੇ ਕੰਟਰੀ ਨੂੰ ਆ ਕੇ ਡਿਸਟਰੋਏ ਕਰਨਾ। ਜੇ ਤੁਸੀਂ ਪੈਸਾ ਲਾ ਕੇ ਆ ਰਹੇ ਹੋ ਤਾਂ ਸਾਨੂੰ ਇਹ ਜ਼ਰੂਰਤ ਨਹੀਂ ਹੈ ਵੀ ਤੁਸੀਂ ਇੱਥੇ ਆ ਕੇ ਡਿਸਟਰੋਏ ਕਰੋ। ਅਸੀਂ ਤੁਹਾਨੂੰ ਤਾਂ ਇੱਥੇ ਸੱਦਿਆ ਵੀ ਤੁਸੀਂ ਆਓ, ਸੈਟਲ ਹੋਵੋ, ਇੱਥੇ ਦੀ ਇਕਨੋਮੀ ਦੇ ਵਿੱਚ ਹਿੱਸੇਦਾਰ ਬਣੋ, ਇੱਥੋਂ ਦੇ ਟੈਕਸ ਪੇਅਰ ਬਣੋ, ਸਿਆਣੀਆਂ ਗੱਲਾਂ ਕਰੋ, ਚੰਗੇ ਕਰੋ, ਇਸ ਮੁਲਕ ਦੀ ਤਰੱਕੀ ਵਾਸਤੇ ਵਾਧਾ ਹੋਵੇ ਤੇ ਤੁਸੀਂ ਪਿੱਛੋਂ ਜਿੱਥੋਂ ਆਏ ਹੋ ਉੱਥੇ ਵੀ ਤੁਸੀਂ ਤਰੱਕੀ ਕਰਵਾ ਸਕੋ। ਜੇ ਇੱਥੋਂ ਆਏ ਹੋਏ ਲੋਕ, ਇੱਥੋਂ ਆਏ ਹੋਏ ਲੋਕਾਂ ਨੇ ਬੜਾ ਪਿੱਛੇ ਪੈਸਾ
ਭੇਜਿਆ ਤੇ ਹੁਣ ਥੋੜੀ ਦੇਰ ਹੋਈ ਹੈ ਬੰਦ ਹੋਇਆ ਕਿਉਂਕਿ ਸਾਨੂੰ NRIs ਨੂੰ ਉੱਤੇ ਥੋੜੀ ਜਿਹੀ ਤੰਗੀ ਆਉਣ ਲੱਗ ਪਈ ਹੈ। ਬੜਾ ਪਿੱਛੇ ਖੁਸ਼ਹਾਲ ਹੁੰਦਾ ਇਹ ਜਿਹੜੇ ਵੀ ਲੋਕ ਆਉਂਦੇ ਨੇ, ਅਸੀਂ ਇਹੀ ਚਾਹੁੰਦੇ ਹਾਂ ਕਿ ਆ ਕੇ ਇੱਥੋਂ ਦੇ ਸਿਸਟਮ 'ਚ ਆਉਣ, ਪਰ ਉਹ ਥੋੜੇ ਆ ਜਿਹੜੇ ਇਹੋ ਜਿਹਾ ਕੁਛ ਕਰਦੇ ਆ ਜੀ ਫੁਕਰਪੁਣੇ ਦੇ ਵਿੱਚ। ਹੁਣ ਤਾਂ ਟਿਕਟੌਕ ਬੰਦ ਹੋ ਗਿਆ, ਕੋਈ ਕੁਝ ਹੋਰ ਲੱਭ ਲੈਣਗੇ ਉਹਦੇ ਤੇ ਇਹੋ ਜਿਹੀਆਂ ਪਾਉਂਦੇ ਰਹੇ ਆ। ਅਸੀਂ ਕਈਆਂ ਨੇ ਕਿਹਾ ਵੀ ਟੂਡੋ ਸਾਹਿਬ ਦੇ ਜਵਾਈ ਆ ਜੀ, ਇਹ ਗੱਲਾਂ ਕਰਨ ਵਾਲੀਆਂ ਨਹੀਂ ਹੈਗੇ। ਤੁਹਾਨੂੰ ਇਸ ਗੱਲ ਦਾ ਲੱਕੀ ਹੋ ਤੁਸੀਂ, ਇਸ ਕੰਟਰੀ ਵਿੱਚ ਆਉਣ ਵਾਸਤੇ ਲੋਕੀ ਤੁਹਾਨੂੰ ਪਤਾ ਨਹੀਂ ਕਿੰਨੇ ਕਿੰਨੇ ਪਾਪੜ ਵੇਲ ਕੇ ਆਉਂਦੇ ਆ, ਕਿੰਨੇ ਜਾਇਜ਼ ਨਾਜਾਇਜ਼ ਢੰਗਾਂ ਨਾਲ ਇੱਥੇ ਆਉਂਦੇ। ਲੋਕੀ ਮੈਕਸੀਕੋ ਤੋਂ ਬਾਰਡਰ ਕ੍ਰਾਸ ਕਰਦੇ ਨੇ US ਦੇ ਵਿੱਚ, ਐਂਡ most of them they end up in Canada। ਬਿਲਕੁਲ ਇਸ ਕੰਟਰੀ ਚ ਆਉਣਾ ਚਾਹੁੰਦੇ ਉਹੀ ਹੈ ਕਿ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਸਾਡੀ ਕਮਿਊਨਿਟੀ ਨੂੰ ਬਹੁਤ ਮਿਹਨਤ ਕਰਕੇ ਇੱਥੇ ਤੱਕ ਮਤਲਬ ਪਹੁੰਚਾਇਆ ਵਾ। ਅੱਜ ਕੱਲ ਮਿਨਿਸਟਰਸ ਦੇਖ ਲਈਏ ਫੈਡਰਲ ਲੈਵਲ ਤੱਕ ਸਾਡੀ ਕਮਿਊਨਿਟੀ ਦੇ ਮਿਨਿਸਟਰਸ ਪਹੁੰਚੇ ਹੋਏ ਨੇ, ਪਰ ਜਿਸ ਤਰੀਕੇ ਨਾਲ ਜੇਕਰ ਅਸੀਂ ਇੱਦਾਂ ਕਰਾਂਗੇ ਇੱਥੇ ਆ ਕੇ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਂਗੇ, ਉਹ ਦਿਨ ਵੀ ਦੂਰ ਨਹੀਂ ਜਦੋਂ ਵੀਜ਼ਾ ਲਗਾਉਣ ਦੇ ਮਾਮਲੇ ਵਿੱਚ ਭਾਰਤ ਨੂੰ ਪਿੱਛੇ ਰੱਖਿਆ ਜਾਊਗਾ। ਜੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਸਟੂਡੈਂਟਸ ਕੈਨੇਡਾ ਵਿੱਚ ਇੰਡੀਅਨ ਕਮਿਊਨਿਟੀ ਦੇ ਨੇ, ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਇੰਡੀਅਨ ਕਮਿਊਨਿਟੀ ਨੂੰ ਇਸ ਤੋਂ ਬੈਨ ਕਰ ਦਿੱਤਾ ਜਾਊਗਾ। ਸਟੂਡੈਂਟਸ ਲਈ ਹੋਰ ਮੁਲਕ ਬਹੁਤ ਓਪਨ ਹੈਗੇ ਕੈਨੇਡਾ ਲਈ, ਉਹਨਾਂ ਨੂੰ ਤਰਜੀਹ ਦੇਣਾ ਸੌਖਾ ਹੋ ਜਾਊਗਾ ਰੈਦਰ ਦੈਨ ਕਿ ਐਵੇਂ ਦੇ ਲੋਕਾਂ ਨੂੰ ਇੱਥੇ ਇਨਵਾਈਟ ਕੀਤਾ ਜਾਵੇ ਜੋ ਮਾਹੌਲ ਨੂੰ ਖਰਾਬ ਕਰਦੇ। ਤਰਨ ਨਾਲੇ ਜਿਹੜੇ ਆ ਗਏ ਨੇ ਭਾਈ, ਜਿਹੜੇ ਨਹੀਂ ਆਏ ਉਹਨਾਂ ਬਾਰੇ ਸੋਚੋ। ਤੁਸੀਂ ਤਾਂ ਆ ਗਏ ਹੋ ਠੀਕ ਹੈ, ਤੁਸੀਂ ਆ ਕੇ ਇੰਨਾ ਖਰੂਦ ਨਾ ਕਰੋ ਕਿ ਤੁਸੀਂ ਇੰਨੇ ਜ਼ਿਆਦਾ ਬਦਨਾਮ ਹੋ ਜਾਓ ਤੇ ਕਿ ਜਿਹੜੀ ਇੱਥੋਂ ਦੀ ਸਰਕਾਰ ਆ, ਜਿਹੜੇ ਹੋਰ ਲਾਈਨ 'ਚ ਲੱਗੇ ਹੋਏ ਆ ਉਹ ਨਾ ਆ ਸਕਣ। ਪਲੀਜ਼ ਉਹਨਾਂ ਬਾਰੇ ਸੋਚੋ। ਇਹ ਉਹਨਾਂ ਸੋਚੋ ਵੀ ਤੁਸੀਂ ਆ ਗਏ ਹੋ, ਤੁਸੀਂ ਗੱਡੀ 'ਚ ਚੜ੍ਹ ਗਏ ਤੇ ਗੱਡੀ ਦਾ ਦਰਵਾਜ਼ਾ ਬੰਦ ਕਰ ਦਿਓ, ਹੁਣ ਕੋਈ ਹੋਰ ਨਾ ਆਵੇ। ਨਾ, ਪਲੀਜ਼ ਡੋਂਟ ਡੂ ਦੈਟ। ਇਹ ਕੰਟਰੀ ਇਮੀਗ੍ਰੈਂਟਸ ਵਾਸਤੇ ਆ, ਤਰੱਕੀ ਯਾਫਤਾ ਲੋਕਾਂ ਵਾਸਤੇ, ਜਿਨ੍ਹਾਂ ਨੇ ਆ ਕੇ ਇੱਥੇ ਆਪਦੀ ਜ਼ਿੰਦਗੀ, ਆਪਦਾ ਫਿਊਚਰ ਬਣਾਉਣਾ ਹੈ। ਤੁਸੀਂ ਉਹਨਾਂ ਦਾ ਫਿਊਚਰ ਨਾ ਤਬਾਹ ਕਰੋ ਪਲੀਜ਼। ਬਿਲਕੁਲ ਜੀ। ਹਜੇ ਇੱਕ ਹੋਰ ਹਾਲਾਂਕਿ ਇੱਕ ਖਬਰ ਵਾਇਰਲ ਬਹੁਤ ਹੋ ਰਹੀ ਹੈ, ਪਰ ਹਜੇ ਉਹਦੀ ਪੁਸ਼ਟੀ ਨਹੀਂ ਹੋਈ। ਈਵ ਟੀਜ਼ਿੰਗ ਦਾ ਇਹ ਮੈਟਰ ਹੈਗਾ, ਸੋ ਜਦ ਤੱਕ ਇਹਦੀ ਪੁਸ਼ਟੀ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਖਬਰ ਅਸੀਂ ਡਿਸਕਸ ਵੀ ਨਹੀਂ ਕਰਨਾ ਚਾਹਾਂਗੇ। ਅਸੀਂ ਅਗਲੀ ਖਬਰ ਦੇ ਵੱਲ ਵਧਦੇ ਹਾਂ। ਸਰ, ਮੈਰੀਜੁਆਨਾ ਦੀ ਅਸੀਂ ਗੱਲ ਕਰੀ ਸੀ, ਮੈਰੀਜੁਆਨਾ ਤੋਂ ਬਾਅਦ ਜੇ ਅਸੀਂ ਰੁਖ ਕਰੀਏ ਹੁਣ US ਦਾ ਥੋੜਾ ਜਿਹਾ ਰੁਖ ਕਰ ਲਈਏ। ਟਰੰਪ ਸਰਕਾਰ ਦੀ ਗੱਲ ਕਰਦੇ ਆ, ਕਹਿੰਦੇ ਆ ਕਿ ਨੇਤਾ ਹੁੰਦਿਆਂ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਆ, ਵੱਖ-ਵੱਖ ਮੁਲਕਾਂ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਸੰਬੰਧ ਸੁਖਾਲੇ ਬਣਾਏ ਜਾਣ। ਪਰ ਮਿਸਟਰ ਟਰੰਪ ਨੇ ਕਹਿੰਦੇ ਵਰਲਡ ਦੇ ਵੱਖ-ਵੱਖ ਨੇਤਾਵਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਬੜੀਆਂ ਹੀ ਬੇਹੂਦਾ ਕਾਲਸ ਕੀਤੀਆਂ ਨੇ। ਤਰਨ, ਇਹ ਅੱਜ ਦੇ ਅਮਰੀਕਾ ਟਾਈਮਸ ਦੀ ਗੱਲ ਹੈ ਜੀ, ਉਹਨੇ ਖਬਰ ਦਿੱਤੀ ਹੈ। ਬਹੁਤ ਹੈਰਾਨੀ ਤਾਂ ਨਹੀਂ ਹੋਈ, ਪਰ ਇਸ ਗੱਲ ਤੇ ਅਫਸੋਸ ਜ਼ਰੂਰ ਹੋਇਆ ਕਿ ਕਿਸੇ ਦੇਸ਼ ਦਾ ਪ੍ਰੈਜ਼ੀਡੈਂਟ ਹੋਵੇ ਤੇ ਉਹ ਜਦੋਂ ਵੀ ਕਿਸੇ ਹੋਰ ਦੇਸ਼ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਦਾ ਹੋਵੇ ਤੇ ਉਹਨੂੰ ਐਕਚੁਅਲ ਟੌਪਿਕ ਦਾ ਪਤਾ ਨਾ ਹੋਵੇ। ਉਹ ਬੇਹੂਦਗੀ ਵਾਲੀਆਂ ਗੱਲਾਂ ਕੀਤੀਆਂ ਨੇ ਜੀ, ਰਿਕਾਰਡਡ ਚੀਜ਼ਾਂ ਨੇ ਇਹ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਬਹੁਤਿਆਂ ਨਾਲ ਤਾਂ ਆਪਦਾ ਫੁਕਰਪੁਣਾ ਹੀ ਕਰੀ ਗਏ ਆ ਜੀ, ਆਪਦਾ ਮੈਂ ਬਿਜ਼ਨਸਮੈਨ ਇੰਨਾ ਤਕੜਾ, ਮੈਂ ਇੰਨਾ ਕੁਛ ਕੀਤਾ, ਇਹੋ ਜਿਹੀਆਂ ਗੱਲਾਂ ਕੀਤੀਆਂ। ਇਹੋ ਜਿਹੀਆਂ ਗੱਲਾਂ ਸੋਭਦੀਆਂ ਨਹੀਂ। ਹਾਲਾਂਕਿ ਇਹਨਾਂ ਨੇ 7 ਬੈਂਕਰਪਟਸੀ ਡਿਕਲੇਅਰ ਕੀਤੇ ਨੇ, ਜਿੱਥੇ ਤੱਕ ਮੇਰਾ ਖਿਆਲ ਹੈ ਟਰੰਪ ਸਾਹਿਬ ਨੇ ਆਪਦੇ ਆਪ ਨੂੰ ਕਾਮਯਾਬ ਬਿਜ਼ਨਸਮੈਨ ਮੰਨਦੇ ਹੋਣਗੇ ਜੀ, ਠੀਕ ਹੈ। ਕਈਆਂ ਨੇਤਾਵਾਂ ਦੇ ਨਾਲ ਗੱਲ ਕਰਦਿਆਂ ਨੇ ਆਪਦੇ ਪਹਿਲੇ ਪ੍ਰੈਜ਼ੀਡੈਂਟਸ, ਨਾਟ ਜਸਟ ਮਿਸਟਰ ਓਬਾਮਾ ਬਟ ਮਿਸਟਰ ਜਿਹੜੇ ਜੂਨੀਅਰ ਜਾਰਜ ਬੁਸ਼ ਸਾਹਿਬ, ਉਹਨਾਂ ਦੇ ਬਾਰੇ ਬੜੀ ਅਪਸ਼ਬਦ ਵਰਤੇ ਨੇ, ਬੜੀ ਮਾੜੀ ਸ਼ਬਦਾਵਲੀ ਵਰਤੀ ਹੈ। 2 ਲੇਡੀਜ਼ ਲੀਡਰਸ, 1 ਪ੍ਰਾਈਮ ਮਿਨਿਸਟਰ ਜਿਹੜੇ ਬ੍ਰਿਟੇਨ ਦੇ ਸੀਗੇ, ਹੁਣ ਉਹ ਰਿਟਾਇਰ ਹੋ ਚੁੱਕੇ ਨੇ, ਤੇ ਦੂਸਰੇ ਹੈਗੇ ਨੇ ਜੀ ਜਿਹੜੀ ਐਂਗਲਾ ਮਰਕਲ ਹੈ, ਜਰਮਨੀ ਦੀ ਹੈ। ਇੱਕ ਨੂੰ ਸਟੂਪਿਡ ਕਿਹਾ ਹੈ ਜੀ, ਇੱਕ ਨੂੰ ਸਮਥਿੰਗ ਹੋਰ ਕਿਹਾ। ਯਾਨੀ ਦੀ ਪਬਲਿਕ ਦੇ ਵਿੱਚ ਕਿਸੇ ਹੋਰ ਲੀਡਰ ਦੇ ਨਾਲ ਤੁਸੀਂ ਉਹ ਆਪਣੇ ਲੈਵਲ ਦੇ ਲੀਡਰ ਬਾਰੇ ਅਜਿਹੇ ਕੁਝ ਕਹਿਣਾ, ਇਹ ਸੋਭਦਾ ਨਹੀਂ ਹੈ। ਟਰੰਪ ਸਾਹਿਬ ਦੀ ਇਸ ਗੱਲ ਦੇ ਉੱਤੇ ਇਹਨਾਂ ਦੀ ਮੈਂਟਲ ਨੌਲੇਜ, ਇਹਨਾਂ ਦੀ ਇਸ ਗੱਲ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹ ਜਦੋਂ ਵੀ ਕੋਈ ਡਿਸਕਸ਼ਨ ਕਰਨੀ ਹੈ ਤੁਹਾਨੂੰ ਬਹੁਤ ਸਿਆਣਪ ਨਾਲ ਵਧੀਆ ਡਿਸਕਸ਼ਨ ਕਰਨੀ ਚਾਹੀਦੀ ਆ। ਔਰ ਉਹਦੇ ਵਿੱਚ ਡਿਸਕਸ਼ਨਸ ਤਰਨ ਇਹ ਵੀ ਨੇ ਕਿ ਜਿਹੜੀਆਂ ਪੁਟਿਨ ਸਾਹਿਬ ਦੇ ਨਾਲ ਕੀਤੀਆਂ ਨੇ, ਔਰ ਇਹਨਾਂ ਦੀ ਇਹ ਗੱਲ ਹੋਰ ਆ ਗਈ ਹੈ ਤਰਨ, ਇਸ ਵੇਲੇ ਉਸ ਗੱਲ ਦੇ ਸਬੂਤ ਆਉਣ ਲੱਗ ਪਏ ਨੇ ਕਿ ਜਿਹੜੀ ਬਾਉਂਟੀ ਦਿੱਤੀ ਸੀ, ਕੱਲ ਆਪਾਂ ਗੱਲ ਕੀਤੀ ਸੀਗੀ ਨਾ, ਅਮਰੀਕਨ ਜਿਹੜੇ ਫੌਜੀ ਹੈ ਉਹ ਬਾਉਂਟੀ ਉਹਦੇ ਤੇ ਪੈਸੇ ਤਾਲਿਬਾਨਾਂ ਨੂੰ ਦਿੰਦੇ ਸੀਗੇ, ਰਸ਼ੀਅਨਸ। ਇਸ ਗੱਲ ਦੀ ਨੌਲੇਜ ਸੀਗੀ ਜੀ ਟਰੰਪ ਸਾਹਿਬ ਨੂੰ, ਟਰੰਪ ਸਾਹਿਬ ਦੇ ਆਫਿਸ ਨੂੰ ਨੌਲੇਜ ਸੀ। ਔਰ ਨੌਲੇਜ ਹੋਣ ਦੇ ਬਾਵਜੂਦ ਜਿਹੜੇ ਉਹਨਾਂ ਨੇ ਪੁਟਿਨ ਸਾਹਿਬ ਦੇ ਨਾਲ ਗੱਲਾਂ ਕੀਤੀਆਂ ਨੇ, ਉਹਦੇ ਵਿੱਚ ਇੱਕ ਵਾਰੀ ਵੀ ਜ਼ਿਕਰ ਨਹੀਂ ਕੀਤਾ, ਪਰ ਦੂਸਰੀਆਂ ਵਾਹਿਆਤ ਗੱਲਾਂ ਕਰਦੀਆਂ ਨੇ, ਜਿਹੜੀ ਕਿ ਬਹੁਤ ਮਾੜੀ ਗੱਲ ਹੈ ਜੀ। ਇਹਨਾਂ ਨੂੰ ਸੋਚਣਾ ਚਾਹੀਦਾ ਕਿ ਮੈਂ ਆਪਦੇ ਦੇਸ਼ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾ ਰਿਹਾ।
ਬਿਲਕੁਲ ਜੀ। ਤੇ ਸਰ ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ ਆ, ਉੱਥੇ ਹੀ ਇਹਨਾਂ ਨੂੰ ਲੈ ਕੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਇਹਨਾਂ ਦੇ ਜਿਹੜੇ ਇਹਨਾਂ ਦੇ ਕੰਪੀਟੀਟਰ ਨੇ ਇਸ ਵਕਤ ਇਲੈਕਸ਼ਨਸ ਦੇ ਵਿੱਚ ਮਿਸਟਰ ਜੋ ਬਾਈਡਨ, ਤੇ ਉਹਨਾਂ ਨੇ ਵੀ ਇਹ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਕਿ ਜਿਸ ਤਰੀਕੇ ਨਾਲ ਮਿਸਟਰ ਟਰੰਪ ਨੇ ਹੈਂਡਲ ਕੀਤਾ ਹੈ ਜੋ ਇਸ ਵਕਤ ਕਰੋਨਾ ਵਾਇਰਸ ਕਰਕੇ ਹਾਲਾਤ ਬਣੇ ਹੋਏ ਨੇ, ਕਿਉਂਕਿ ਹਾਲਾਤ ਇਹ ਨੇ ਕਿ US ਦੇ ਵਿੱਚ ਕਈ ਸਟੇਟਸ ਦੇ ਵਿੱਚ ਹੁਣ ਡਬਲ ਹੋਣੇ ਹੋ ਚੁੱਕੇ ਨੇ ਸ਼ੁਰੂ ਕਰੋਨਾ ਵਾਇਰਸ ਦੇ ਮਾਮਲੇ, ਕਿ ਕੁਝ ਸਟੇਟਸ ਦੁਬਾਰਾ ਬੰਦ ਹੋ ਸਕਦੀਆਂ ਨੇ। ਸੋ ਉਹਨਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਜਿਸ ਤਰੀਕੇ ਨਾਲ ਮਿਸਟਰ ਟਰੰਪ ਨੇ ਹੈਂਡਲ ਕੀਤਾ ਸਾਰਾ ਮਾਮਲਾ ਸਹੀ ਨਹੀਂ ਰਿਹਾ। ਅਸਲ ਤਰਨ ਜੋ ਬਾਈਡਨ ਸਾਹਿਬ ਨੂੰ ਬੋਲਣ ਦੀ ਲੋੜ ਹੀ ਹੈ ਨਹੀਂ, ਕਿਉਂਕਿ ਜੋ ਕੁਝ ਟਰੰਪ ਸਾਹਿਬ ਬੋਲਦੇ ਉਹਨਾਂ ਦੇ ਅਗੇਂਸਟ ਜਾ ਰਿਹਾ। ਸੋ ਇਸੇ ਕਰਕੇ ਜੋ ਬਾਈਡਨ ਸਾਹਿਬ ਚੁੱਪ ਬੈਠੇ, ਮਾੜਾ ਮੋਟਾ ਕਿਤੇ ਖਬਰਾਂ ਚਾਹਣਗੇ ਤੁਸੀਂ ਨੋਟ ਰੱਖਿਓ। ਜਦ ਤੱਕ ਨੈਗੇਟਿਵਿਟੀ ਟਰੰਪ ਸਾਹਿਬ ਦੇ ਨਾਲ ਚੱਲ ਰਹੀ ਹੈ, ਜੋ ਬਾਈਡਨ ਸਾਹਿਬ ਦੇ ਨੈਚੁਰਲੀ ਤੁਸੀਂ ਦੇਖਿਓ ਵੀ ਬਿਆਨ ਬਹੁਤ ਘੱਟ ਆਉਣਗੇ। ਆਹ ਬਿਆਨ ਆਇਆ ਜੀ ਇਹ ਰਿਗਾਰਡਿੰਗ ਇਹੀ ਆਇਆ ਕਰੋਨਾ ਵਾਇਰਸ ਦੇ, ਕੋਈ ਇਕਨੋਮੀ ਬਾਰੇ ਆਇਆ, ਕੋਈ ਕੁਛ ਨਹੀਂ ਆਇਆ। ਰੀਜ਼ਨ ਕਰੋਨਾ ਜਿਹੜਾ COVID-19 ਹੈ ਜੀ, ਇਹ ਕੰਟਰੋਲ 'ਚ ਨਹੀਂਗਾ। ਟਰੰਪ ਸਾਹਿਬ ਨੇ ਇਹਨੂੰ ਡਿਨਾਈ ਕੀਤਾ, ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਡਿਨਾਈ ਕੀਤਾ। ਅੱਜ ਜਿਹੜੇ ਜੀ ਬਿਮਾਰੀਆਂ ਦੇ ਜਿਹੜੇ ਲਾਗ ਵਾਲੀਆਂ ਬਿਮਾਰੀਆਂ ਦੇ ਡਾਕਟਰ ਨੇ ਜੀ ਫੌਚੀ ਸਾਹਿਬ, ਉਹਨਾਂ ਦਾ ਬਿਆਨ ਇਹ ਹੈ ਵੀ ਲੱਖ ਤੱਕ, ਇਹ ਸੁਣਨ ਵਾਲੀ ਗੱਲ ਆ ਤਰਨ, 1 ਲੱਖ ਤੱਕ ਕੋਵਿਡ ਦੇ ਕੇਸਿਸ ਰੋਜ਼ਾਨਾ ਹੋ ਸਕਦੇ ਨੇ US ਦੇ ਵਿੱਚ, ਬਿਕਾਜ਼ ਲੀਡਰਸ਼ਿਪ ਦੀ ਘਾਟ ਹੈ। ਲੀਡਰਸ਼ਿਪ ਮੰਨ ਹੀ ਨਹੀਂ ਰਹੀ ਇਸ ਗੱਲ ਨੂੰ। ਟਰੰਪ ਸਾਹਿਬ ਜਾਣੀ ਦੀ ਵੱਧ ਰਹੇ ਨੇ, ਟਰੰਪ ਸਾਹਿਬ ਦੇ ਕੰਟਰੋਲ 'ਚ ਹੈ ਨਹੀਂ ਗੀ। ਇਹਨਾਂ ਨੇ ਨਾ ਉਹਦੀ ਗੱਲ ਮੰਨੀ ਆ, ਹੁਣ ਤੱਕ ਫੇਸ ਮਾਸਕ ਨੂੰ ਤਿਆਰ ਨਹੀਂ ਹੋਏ। ਪਰ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੀ ਕੱਲ੍ਹ ਜਿਹੜੀ ਮੀਟਿੰਗ 'ਤੇ ਗਏ ਜੀ, ਉੱਥੇ ਫੇਸ ਮਾਸਕ ਲਾ ਕੇ ਗਏ ਆ। ਸੋ ਕੁਛ ਨੇੜੇ ਨੂੰ ਸੁਨੇਹਾ ਜਾਣ ਲੱਗ ਪਿਆ। ਪਰ ਜਿਹੜੇ ਇਹ ਵੱਧ ਰਹੇ ਨੇ ਕੇਸਿਸ, ਇਹ ਸੁਨੇਹਾ ਸਿੰਪਲ ਜਿਹਾ ਯੂਰਪੀਅਨ ਯੂਨੀਅਨ ਨੇ ਬੰਦ ਕੀਤਾ US ਨੂੰ, ਅਸੀਂ ਕੈਨੇਡਾ ਨੇ ਅਸੀਂ ਇਹਨਾਂ ਨੂੰ ਬੰਦ ਕੀਤਾ ਹੈ, ਸਾਡੇ ਇਸ ਤਾਂ ਗੁਆਂਢੀ ਹੈ, ਫਿਰ ਵੀ ਇੱਥੇ ਕੋਈ ਅਸਰ ਨਹੀਂ ਹੋ ਰਿਹਾ। ਬਹੁਤ ਇਹ ਬੜਾ ਇਹਨਾਂ ਨੂੰ ਭੁਗਤਣਾ ਪਵੇਗਾ ਜੀ ਇਹਦਾ ਰੋਜ਼ਾਨਾ। ਇਲੈਕਸ਼ਨ ਦੀ ਤਾਂ ਗੱਲ ਛੱਡੋ, ਪਰ ਜਿਹੜਾ ਲੋਕਾਂ ਦਾ ਉੱਥੇ ਨੁਕਸਾਨ ਹੋ ਜਾਣਾ ਉਹ ਬਹੁਤ ਵੱਡੀ ਗੱਲ ਹੋ ਜਾਏਗੀ ਜੀ। ਬਿਲਕੁਲ ਜੀ। ਤੇ ਸਰ ਜਿਵੇਂ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਉੱਥੇ ਕੁਝ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ 에ਅਰਲਾਈਨਸ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੁਣ 에ਅਰਲਾਈਨਸ ਬਿਲਕੁਲ ਪੈਕ ਹੋ ਕੇ ਹੁਣ ਕਹਿ ਰਹੀਆਂ ਨੇ ਕਿ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਉੱਥੇ ਦੇਖੀ ਜਾਏਗੀ, ਨਾਲ ਦੀ ਸੀਟ ਤੇ ਵੀ ਪੈਸੇਂਜਰ ਬਿਠਾਇਆ ਜਾਏਗਾ। ਸੋ ਇੱਕ ਪਾਸੇ ਕੱਲ੍ਹ ਉਹ ਕਹਿ ਰਹੇ ਨੇ, WHO ਦੀ ਵੀ ਸਟੇਟਮੈਂਟ ਆਈ ਹੈ ਕਿ ਹਜੇ ਵਰਸਟ ਹੋਣੇ ਆ, ਹੋਰ ਜ਼ਿਆਦਾ ਹਾਲਾਤ ਹਜੇ ਹੋਰ ਬਦ ਤੋਂ ਬੱਤਰ ਹੋਣੇ ਆ। ਅਜਿਹੇ ਵਿੱਚ 에ਅਰਲਾਈਨਸ ਵੀ ਐਵੇਂ ਦੇ ਡਿਸੀਜ਼ਨਸ ਲੈਣੀ ਸ਼ੁਰੂ ਹੋ ਚੁੱਕੀਆਂ ਨੇ ਕਿ ਬਸ ਹੁਣ ਬਹੁਤ ਹੋ ਚੁੱਕਿਆ, ਹੁਣ ਬਸ ਜਿਹੜਾ ਘਾਟਾ ਵਾ ਉਹਨੂੰ ਪੂਰਾ ਕੀਤਾ ਜਾਵੇ। ਇੱਕ ਤਰ੍ਹਾਂ ਨਾਲ ਪੈਸੇਂਜਰਸ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਹੈ। ਬਿਲਕੁਲ ਜੀ। ਦੇਖੋ ਇਹ ਗੱਲ ਇਹਨਾਂ ਨੇ ਹਮੇਸ਼ਾ ਬਿਜ਼ਨਸ ਹੀ ਕਰਨੀ ਹੈ, ਪਰ ਬਿਜ਼ਨਸ ਤੁਹਾਨੂੰ ਤਾਂ ਹੀ ਹੋਏਗਾ ਜੇ ਬਿਜ਼ਨਸ ਕੋਈ ਦੇਣ ਵਾਲਾ ਬਚੇਗਾ। ਇਹਨਾਂ ਨੂੰ ਇਹ ਗੱਲ ਦੀ ਹਲੇ ਸਮਝ ਨਹੀਂ ਮੈਨੂੰ ਲੱਗਦਾ। ਔਰ ਇਹ ਜਿਹੜੇ ਜੀ ਅਗਲੀ ਇਹਨਾਂ ਦੀ ਜਿੱਥੇ ਹੋਣੀਆਂ ਨੇ ਜੀ, ਇਹਨਾਂ ਦਾ ਇਕੱਠ ਕੀਤਾ ਟਰੰਪ ਸਾਹਿਬ ਨੇ, ਉਹ ਮੇਰੇ ਖਿਆਲ ਫਲੋਰੀਡਾ ਦੇ ਵਿੱਚ ਆ, ਜੇ ਮੈਂ ਨਹੀਂ ਬੋਲਦਾ ਜੈਕਸਨਵਿਲ 'ਚ, ਜੇ ਸ਼ਾਇਦ ਹੋ ਸਕਦਾ ਮੈਂ ਨਾਂ ਗਲਤ ਕਰ ਜਾਵਾਂ। ਉਸ ਜਗ੍ਹਾ ਦੇ ਗਵਰਨਰ ਨੇ ਜੀ, ਉਸ ਜਗ੍ਹਾ ਦੇ ਉਸ ਸਿਟੀ ਦੇ ਮੇਅਰ ਨੇ ਇਹਨਾਂ ਨੂੰ ਸੁਨੇਹਾ ਦੇ ਦਿੱਤਾ ਕਿ ਭਾਈ ਤੁਹਾਨੂੰ ਜਿਹੜੀ ਸੋਸ਼ਲ ਡਿਸਟੈਂਸਿੰਗ ਰੱਖਣੀ ਪਵੇਗੀ, ਤੁਹਾਨੂੰ ਸੀਟਾਂ ਦੇ ਵਿੱਚ ਵੀ ਫਰਕ ਰੱਖਣਾ ਪਵੇਗਾ ਤੇ ਮਾਸਕ ਵੀ ਲਾਉਣੇ ਪੈਣਗੇ। ਹੁਣ ਟਰੰਪ ਸਾਹਿਬ ਕੀ ਕਰਨਗੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ। ਔਰ ਜਿੰਨਾ ਇਹ ਕਹਿਣਾ ਨਹੀਂ ਮੰਨਣਗੇ ਉਨੀਆਂ ਚੀਜ਼ਾਂ ਇਹਨਾਂ ਦੇ ਅਗੇਂਸਟ ਆ ਰਹੀਆਂ। ਰਾਈਟ ਨਾਓ ਹੀ ਇਜ਼ ਗੋਇੰਗ ਡਾਊਨ ਇਨ ਪੋਲਸ ਐਂਡ ਐਕਚੁਅਲੀ ਗੋਇੰਗ ਫਰਦਰ ਡਾਊਨ ਇਨ ਪੋਲਸ। ਇਹ ਟਰੰਪ ਸਾਹਿਬ ਨੂੰ ਕੁਛ ਨਾ ਕੁਛ ਇਹਨਾਂ ਨੂੰ ਆਪਦੀ ਜਿਹੜੀ ਟੀਮ ਹੈ ਉਹਨੂੰ ਸੁਣ ਲੈਣਾ ਚਾਹੀਦਾ, ਤਾਂ ਕੁਛ ਇਹਨਾਂ ਦੀ ਪੋਲਸ ਦੇ ਵਿੱਚ ਬਾਉਂਸ ਆ ਸਕਦਾ। ਅਦਰਵਾਈਜ਼ ਜੇ ਆਪਦੀ ਮਨਮਰਜ਼ੀ ਕਰਨਗੇ ਜਿਹੜੀ ਕਿ ਹਮੇਸ਼ਾ ਕਰੀ ਜਾ ਰਹੇ ਨੇ ਇਹਨਾਂ। ਸੱਚ ਤਰਨ ਇੱਕ ਹੋਰ ਗੱਲ ਦੱਸਾਂ, ਕੱਲ ਆਪਾਂ ਗੱਲ ਕੀਤੀ ਸੀਗੀ ਨਾ, ਜਿਹੜਾ ਮੁਜ਼ਾਹਰਾ ਹੋ ਰਿਹਾ ਸੀ ਉੱਥੇ ਇੱਕ ਲੇਡੀ ਤੇ ਇੱਕ ਆਦਮੀ ਦੇ ਗਨ ਕੱਢ ਕੇ ਲੈ ਕੇ ਆਂਦੀ ਸੀਗੀ, ਆਪਾਂ ਕੱਲ੍ਹ ਇਹ ਖਬਰ ਕੀਤੀ ਹੈ ਨਾ। ਅੱਛਾ, ਉਹਦੀ ਵੀਡੀਓ ਟਰੰਪ ਸਾਹਿਬ ਨੇ ਕੱਲ ਫੇਰ ਟਵੀਟ ਕੀਤੀ ਹੈ ਜੀ। ਇਮੈਜਿਨ ਕਰੋ, ਪਹਿਲੀ ਵੀਡੀਓ ਦਾ ਰੌਲਾ ਪੈ ਗਿਆ ਸੀਗਾ ਕਿ ਜਿਹ 'ਚ ਵਾਈਟ ਪਾਵਰ ਦਾ ਰੌਲਾ ਪਾਇਆ ਸੀ, ਤੇ ਉਸ ਤੋਂ ਮਗਰੋਂ ਕੱਲ ਟਰੰਪ ਸਾਹਿਬ ਨੇ ਇਹ ਇਦੋਂ ਹੋਰ, ਪਾਰਡਨ ਮਾਈ ਲੈਂਗੁਏਜ, ਬੇਵਕੂਫੀ ਕੀ ਹੋ ਸਕਦੀ ਹੈ ਤੁਹਾਨੂੰ ਇਹ ਕਰ ਦੇਣਾ। ਔਰ ਮੈਨੂੰ ਅਮਰੀਕਨ ਸੌਰੀ ਤਰਸ ਆਉਂਦਾ ਜੀ, ਤੁਹਾਡਾ ਪ੍ਰੈਜ਼ੀਡੈਂਟ ਹੈ ਇਹ ਔਰ ਤੁਸੀਂ ਇਹਨੂੰ ਟੋਲਰੇਟ ਕਰ ਰਹੇ ਹੋ। ਆਈ ਡੋਂਟ ਨੋ, ਇਹਨੂੰ ਸ਼ਾਇਦ ਦੁਬਾਰੇ ਬਣਾ ਦਿਓ, ਹੂ ਨੋਜ਼, ਡਿਪੈਂਡ, ਇਟ ਵੋਟਿੰਗ ਹੈਗੀ ਹੈ। ਪਰ ਜੋ ਕੁਛ ਬਾਹਰਲੇ ਲੋਕ ਦੇਖ ਰਹੇ ਹਾਂ ਅਸੀਂ US ਤੋਂ ਬਾਹਰ, ਉਹ ਤੁਹਾਡਾ ਕੋਈ ਬਹੁਤਾ ਵਧੀਆ ਰੈਪੂਟੇਸ਼ਨ ਹੈ ਜੀ ਬਾਹਰ ਜਾ ਰਿਹਾ ਤੁਹਾਡੇ ਪ੍ਰੈਜ਼ੀਡੈਂਟ ਦਾ। ਬਿਲਕੁਲ ਜੀ। ਤੇ ਨਾਲ ਦੀ ਨਾਲ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਆਪਣੀ TV ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਨਾਲ ਦੀ ਨਾਲ ਫਲਾਈਟਸ ਦਾ ਅਸੀਂ ਸਾਰਾ ਚਾਰਟ ਜਿਹੜਾ ਤੁਹਾਨੂੰ ਸ਼ੋਅ ਕਰ ਰਹੇ ਹਾਂ। ਸੋ ਆਪਣੀ ਟਾਈਮਿੰਗ ਜ਼ਰੂਰ ਨੋਟ ਕਰ ਲਿਓ। ਇੰਟਰਨੈਸ਼ਨਲ ਬ੍ਰਾਂਡ ਦੀ ਜਿਹੜੀ ਗੱਲ ਹੋ ਰਹੀ ਹੈ ਕਿ ਕਿੰਨਾ ਉੱਤੇ ਲੱਗਿਆ ਗਿਆ ਹੈ, ਅਸੀਂ ਪ੍ਰੋਗਰਾਮ ਦੇ ਅਖੀਰ 'ਚ ਤੁਹਾਨੂੰ ਜ਼ਰੂਰ ਡਿਸਕਸ ਕਰਾਂਗੇ। ਸੋ ਜਿੰਨੇ ਵੀ ਦਰਸ਼ਕ ਇਸ ਵਕਤ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਤੁਹਾਨੂੰ ਦੱਸ ਦਈਏ ਕਿ ਇੰਡੀਆ ਹਾਈ ਕਮਿਸ਼ਨ ਦੇ ਪੇਜ ਦੇ ਉੱਤੇ ਤੁਸੀਂ ਜਾ ਕੇ ਇਹ ਫਲਾਈਟਸ ਦਾ ਜਿਹੜਾ ਬਿਊਰਾ ਤੁਸੀਂ ਚੈੱਕ ਕਰ ਸਕਦੇ ਹੋ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ 4th ਫੇਸ ਦੀਆਂ ਜਿਹੜੀਆਂ ਫਲਾਈਟ ਨੇ ਉਹਨਾਂ ਦਾ ਬਿਊਰਾ ਇਸ ਵਕਤ ਸ਼ੁਰੂ ਹੋ ਚੁੱਕਿਆ।
ਇੰਡੀਆ ਦੇ ਵਿੱਚ ਤੁਸੀਂ ਜਾਣਦੇ ਹੋ ਕਿ 4th ਫੇਜ਼ ਦੀਆਂ ਜਿਹੜੀਆਂ ਫਲਾਈਟਸ ਸ਼ੁਰੂ ਹੋ ਗਈਆਂ ਨੇ, ਸੋ ਉਹਨਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਸੋ ਨਾਲ ਦੀ ਨਾਲ ਤੁਹਾਨੂੰ ਉਹ ਦਿਖਾ ਰਿਹਾ ਪੂਰਾ ਚਾਰਟ ਜਿਹਦੇ ਉੱਤੇ ਲਿਖਿਆ ਹੋਇਆ ਵਾ ਕਿ ਕਿਹੜੀ ਫਲਾਈਟ, ਕਿਹੜੇ ਨੰਬਰ ਦੀ ਫਲਾਈਟ ਕਿਹੜੀ ਤਰੀਕ ਨੂੰ ਟੋਰਾਂਟੋ ਤੋਂ ਇੰਡੀਆ ਦੇ ਕਿਹੜੇ ਸ਼ਹਿਰਾਂ ਨੂੰ ਚੱਲਣੀ ਆ। ਡੈਸਟੀਨੇਸ਼ਨ ਮੇਨ ਉੱਥੇ ਦਿੱਲੀ ਦੀ ਹੋਏਗੀ। ਦਿੱਲੀ ਤੋਂ ਬਾਅਦ ਅੱਗੇ ਜਿੱਥੇ ਤੱਕ ਤੁਸੀਂ ਜਾਣਾ, ਹੈਦਰਾਬਾਦ, ਅੰਮ੍ਰਿਤਸਰ, ਬੈਂਗਲੁਰੂ, ਚੇਨਈ, ਕੋਚੀ ਤੱਕ ਦੀਆਂ ਜਿਹੜੀਆਂ ਫਲਾਈਟਸ ਹੈਗੀਆਂ ਨੇ ਉੱਥੇ ਤੱਕ ਅੱਗੇ ਅਰੇਂਜ ਹੋਣਗੀਆਂ। ਸੋ ਸਮਾਂ ਡੇਟ ਤੁਸੀਂ ਨੋਟ ਕਰ ਲਵੋ, ਡੇਟ ਨੋਟ ਕਰ ਲਵੋ। ਇੰਡੀਅਨ ਹਾਈ ਕਮਿਸ਼ਨ ਦੀ ਤੁਸੀਂ ਜਿਹੜਾ ਪੇਜ ਆ ਉੱਥੇ ਜਾ ਕੇ ਇਹਨਾਂ ਫਲਾਈਟਸ ਦੇ ਬਾਰੇ ਵਿੱਚ ਜ਼ਿਆਦਾ ਡਿਟੇਲ ਜਿਹੜੀ ਆ ਲੈ ਸਕਦੇ ਹੋ। ਕਿੰਨਾ ਉੱਤੇ ਬਿਆਨ ਲੱਗਿਆ ਇਸ ਵਕਤ ਕੈਨੇਡਾ ਵਿੱਚ ਨਹੀਂ ਆ ਸਕਦੇ, ਉਹਦੇ ਬਾਰੇ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ 'ਚ ਦੱਸਾਂਗੇ। ਸਰ ਅਗਲੀ ਖਬਰ ਦੇ ਵੱਲ ਵਧੀਆ ਤਾਂ ਪੀਲ ਰੀਜਨ ਵਿੱਚ ਵੀ ਹੁਣ ਮਾਸਕ ਜਿਹੜੇ ਆ ਉਹ ਮੈਂਡੇਟਰੀ ਕਰ ਦਿੱਤੇ ਗਏ ਨੇ। ਕਿੰਨਾਂ ਲਈ ਲਾਜ਼ਮੀ ਨੇ, ਕਦੋਂ ਪਾਉਣੇ ਨੇ, ਇਹ ਵੀ ਜਾਣਕਾਰੀ ਦੇ ਦਿਓ। ਤਰਨ ਨੇ ਟੋਰਾਂਟੋ ਤੋਂ ਸ਼ੁਰੂ ਹੋਇਆ ਜੀ, ਟੋਰਾਂਟੋ ਨੇ ਅੱਜ ਪਾਸ ਕਰ ਦਿੱਤਾ। ਬਾਕੀ ਜਿਹੜੀ ਮਿਊਨਿਸਪੈਲਿਟੀਆਂ, ਕੱਲ ਐਕਚੁਅਲੀ ਆਪਾਂ ਖਬਰ ਕੀਤੀ ਸੀ ਕਿ ਸਾਰੀ ਮਿਊਨਿਸਪੈਲਿਟੀਜ਼ ਦੇ ਜਿਹੜੇ GTA ਦੇ ਮੇਅਰਸ ਨੇ ਉਹਨਾਂ ਨੇ ਰਿਕੁਐਸਟ ਕੀਤੀ ਸੀ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕਿ ਇਹ ਮਾਸਕ ਲਾਉਣੇ ਜ਼ਰੂਰੀ ਕਰ ਦਿੱਤੇ ਜਾਣ। ਪਰ ਜਿਹੜੀ ਸਾਡੀ ਸਰਕਾਰ ਹੈ, ਸੂਬਾ ਸਰਕਾਰ, ਫੋਰਡ ਗਵਰਨਮੈਂਟ ਆ, ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਨਹੀਂ ਇਹ ਗੱਲ ਕਰਨੀ, ਤੁਹਾਡੇ ਕੋਲ ਰਾਈਟਸ ਹੈਗਾ, ਤੁਸੀਂ ਕਰੋ। ਸੋ ਅੱਜ ਟੋਰਾਂਟੋ ਨੇ ਇਹ ਗੱਲ ਪਾਸ ਕਰਤੀ ਹੈ ਜੀ। ਬਾਕੀ ਮਿਊਨਿਸਪੈਲਿਟੀਜ਼ ਦੇ ਵਿੱਚ ਇਹ ਪਾਸ ਹੋ ਜਾਏਗੀ। ਸਭ ਨੂੰ ਜਿਹੜੇ ਮਾਸਕਸ ਹੈ ਉਹ ਲਾਉਣੇ ਜ਼ਰੂਰੀ ਹੋ ਜਾਣਗੇ। ਜਿਹੜੇ ਵੀ ਤੁਸੀਂ ਕਨਫਾਈਨਡ ਏਰੀਆ 'ਚ, ਜਿਹੜਾ ਕਿ ਕਮਰਿਆਂ ਦੇ ਵਿੱਚ ਕਿਤੇ ਵੀ ਹੈਗੇ, ਤੁਹਾਨੂੰ ਮਾਸਕ ਲਾਉਣਾ ਜ਼ਰੂਰੀ ਹੋ ਜਾਏਗਾ ਜੀ, ਔਰ ਉਹਦਾ ਫਾਈਨ ਵੀ ਹੋਏਗਾ। ਇਹ ਗੱਲ ਵੱਖਰੀ ਹੈ ਜੀ। ਅੱਜ ਜੌਨ ਟੋਰੀ ਸਾਹਿਬ ਜਿਹੜੇ ਮੇਅਰ ਨੇ ਸਾਡੇ ਟੋਰਾਂਟੋ ਦੇ, ਉਹਨਾਂ ਨੂੰ ਕੁਐਸਚਨ ਕੀਤਾ ਗਿਆ ਵੀ ਤੁਸੀਂ, ਤੁਹਾਡੇ ਕੋਲ ਸੋਰਸਿਸ ਹੈਗੇ ਨੇ ਕਿ ਤੁਸੀਂ ਹਰੇਕ ਨੂੰ ਫਾਈਨ ਕਰ ਸਕੋ। ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਸਾਡੇ ਕੋਲ ਇਹਨੇ ਸੋਰਸਿਸ ਹੈ ਨਹੀਂਗੇ, ਅਸੀਂ ਫਾਈਨ ਹਰੇਕ ਨੂੰ ਕਰ ਨਹੀਂ ਸਕਦੇ, ਪਰ ਅਸੀਂ ਇਹ ਐਕਸਪੈਕਟ ਕਰਦੇ ਹਾਂ। ਦੇਖੋ ਕਿੰਨੀ ਵੱਡੀ ਗੱਲ ਹੈ ਤਰਨ, ਐਂਡ ਮੋਸਟ ਆਫ ਦ ਪੀਪਲ ਵਿਲ ਫੋਲੋ ਦਿਸ ਥਿੰਗ ਐਜ਼ ਵੈਲ। ਸਾਡੇ ਰਿਵਾਜ ਨਹੀਂ ਹੈ ਜੀ, ਜੇ ਮੈਂ ਪੋਲੀਟਿਕਸ ਆਇਆ ਤੇ ਮੈਂ ਕਹਿਣਾ ਨਹੀਂ ਮੰਨਣਾ ਵੀ ਤੁਸੀਂ ਜਿਹੜਾ ਕੋ ਕਰਨਾ ਕਰੋ ਜੀ, ਮੇਰਾ ਪਤਾ ਤਾਂ ਲੱਗੂਗਾ ਵੀ ਮੈਂ ਪੁੱਠਾ ਕੰਮ ਕਰ ਰਿਹਾ। ਨਹੀਂ ਜੀ, ਸਾਡੇ ਪੋਲੀਟੀਸ਼ੀਅਨ ਪਹਿਲਾਂ ਲਾਉਣਗੇ ਜੀ, ਸਾਡੇ ਲੋਕ ਬਹੁਤੇ ਫੋਲੋ ਕਰਨਗੇ। ਕੁਛ ਲੋਕ ਹੋਣਗੇ ਜਿਹੜੇ ਅਜਿਹਾ ਕੁਛ ਨਹੀਂ ਕਰਨਗੇ, ਉਹਨਾਂ ਨੂੰ ਫਾਈਨ ਕੀਤਾ ਜਾਵੇਗਾ। ਪਰ ਸਾਡੀ ਸਰਕਾਰਾਂ ਸਾਡੇ ਤੋਂ ਇਹ ਐਕਸਪੈਕਟ ਕਰਦੀਆਂ ਕਿ ਜਿਹੜਾ ਉਹ ਸਾਨੂੰ ਹੁਕਮ ਕਰਦੀਆਂ ਨੇ, ਜਿਹੜੀਆਂ ਸਾਨੂੰ ਹਦਾਇਤਾਂ ਦਿੰਦੀਆਂ, ਅਸੀਂ ਉਹਨਾਂ ਨੂੰ ਫੋਲੋ ਕਰੀਏ। ਬਿਲਕੁਲ ਜੀ। ਹਦਾਇਤਾਂ ਤੋਂ ਬਾਅਦ ਨੈਕਸਟ ਗੱਲ ਕਰ ਲਈ ਆਪਾਂ। ਬਾਰ-ਬਾਰ ਇਹ ਗੱਲ ਨੂੰ ਖਬਰ ਕਰ ਰਹੇ ਹਾਂ ਕਿ ਜੇ ਵੈਕਸੀਨ ਨਹੀਂ ਹੈਗੀ, ਸੋ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਹਦਾਇਤਾਂ ਦਾ ਪਾਲਣ ਕਰੋ। ਸਰ ਹਾਈਡਰੋਕਸੀ ਕਲੋਰੋਕੁਈਨ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਆ ਸਵਾਲਾਂ ਦੇ ਘੇਰੇ ਵਿੱਚ ਘਿਰ ਚੁੱਕੀ ਹੈ। ਕਦੇ ਇਹਨੂੰ ਲੈ ਕੇ ਜਿਹੜੇ ਆ ਉਹ ਟੈਸਟ ਸ਼ੁਰੂ ਹੋ ਜਾਂਦੇ ਆ, ਕਦੇ ਲੈ ਕੇ ਟੈਸਟ ਬੰਦ ਹੋ ਜਾਂਦੇ ਆ। ਹੁਣ ਜੋ ਲੇਟੈਸਟ ਨਵੀਂ ਖਬਰ ਸਾਹਮਣੇ ਆਈ ਹੈ ਕਿ ਹਾਈਡਰੋਕਸੀ ਕਲੋਰੋਕੁਈਨ ਨੂੰ ਲੈ ਕੇ ਬ੍ਰਿਟੇਨ ਦੇ ਰਿਸਰਚਰਸ ਨੇ ਇਸ ਚੀਜ਼ ਨੂੰ ਪਾਸ ਕਰ ਦਿੱਤਾ ਤੇ ਟੈਸਟ ਮੁੜ ਤੋਂ ਸ਼ੁਰੂ ਹੋ ਗਿਆ। ਐਡਾ ਲੰਬਾ ਨਾਮ ਹੈ ਜੀ, ਦੇਖ ਲਓ ਸਾਰੇ ਜਾਣੇ ਲੈਣ ਲੱਗ ਪਏ ਨੇ। ਉਧਰੋਂ ਟਰੰਪ ਸਾਹਿਬ ਕਹਿੰਦੇ ਮੈਂ ਦਵਾਈ ਲੈਣੀ ਸ਼ੁਰੂ ਕੀਤੀ, ਮੈਂ ਲੈ ਹੀ ਰਿਹਾ। ਇਹਦਾ ਜਿਹੜੇ ਪਹਿਲੇ ਟੈਸਟ ਸੀਗੇ ਤਰਨ UK ਦੇ ਵਿੱਚ ਜਿਹੜੇ ਹੋਏ ਆ, ਉਹ ਕਾਮਯਾਬ ਨਹੀਂ ਸੀ। ਉਹਦੇ ਵਿੱਚ ਇਹ ਸੀਗਾ ਕਿ ਅਸਰ ਨਹੀਂ ਕਰਦੀ ਹੈ, ਪਰ ਦੁਬਾਰੇ ਹੁਣ ਰੀਜ਼ਨ ਕੀ ਹੋਇਆ ਪਤਾ ਨਹੀਂ ਹੈ ਕਿਉਂ ਆ। UK ਦੀ ਜਿਹੜੀ ਸਰਕਾਰ ਹੈ ਉਹਨੇ ਅਲਾਉ ਕੀਤਾ ਕਿ ਹਾਈਡਰੋਕਸੀ ਕਲੋਰੋਕੁਈਨ ਇਹਨੂੰ ਅਸੀਂ ਦੁਬਾਰੇ ਇਹਦੇ ਟੈਸਟ ਕੀਤੇ ਜਾਣ। ਇਹਨੂੰ ਮਲੇਰੀਏ ਦੀ ਦਵਾਈ ਹੈ ਜੀ ਇਹ, ਔਰ ਉਹ ਪਹਿਲਾਂ ਇਹ ਗੱਲ ਹੋਈ ਸੀਗੀ ਸ਼ਾਇਦ ਇਹਦੇ ਅਸਰ ਕਰਦੀ ਆ COVID-19 ਬਾਰੇ, ਫਿਰ ਆ ਗਈ ਅਸਰ ਇਹਦੀ ਰਿਸਰਚ ਆਈ ਹੈ ਵੀ ਨਹੀਂ ਕਰਦੀ, ਦੁਬਾਰੇ ਫੇਰ ਸ਼ੁਰੂ ਹੋਈ ਹੈ। ਤਰਨ ਅੱਜ ਮੈਂ ਇੱਕ ਹੋਰ ਗੱਲ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀਗਾ ਕਿ ਜੇ ਇਹਦੀ ਦਵਾਈ ਆ ਵੀ ਜਾਂਦੀ ਹੈ, ਉਹ ਕਹਿੰਦੇ ਹਜੇ 2 ਸਾਲ ਤੱਕ ਦਵਾਈ ਨਹੀਂ ਆਏਗੀ। ਰੀਜ਼ਨ 1 ਸਾਲ ਤਾਂ ਹੁਣ ਤੋਂ ਲੈ ਕੇ ਤਿਆਰ ਕਰਨ ਵਾਸਤੇ ਲੱਗੇਗਾ, ਪਾਸ ਕਰਨ ਵਾਸਤੇ ਲੱਗਿਆ। ਫਿਰ ਜ਼ਰੂਰੀ ਨਹੀਂ ਹੈ ਕਿ ਉਹ ਜਦੋਂ ਦਵਾਈ ਆ ਗਈ ਉਹ ਹਰੇਕ ਤੇ ਅਸਰ ਕਰੇਗੀ। ਇਹ ਵੀ ਨਹੀਂ ਪਤਾ ਕਿਸੇ ਤੇ ਘੱਟ ਕਰੇਗੀ, ਕਿਸੇ ਤੇ ਵੱਧ ਕਰੇਗੀ, ਕਿਹੜੇ ਏਜ ਗਰੁੱਪ ਦੇ ਉੱਤੇ ਕਰੀ। ਆਮ ਹੁਣ ਕਹਿਣ ਲੱਗ ਪਿਆ ਵੀ ਹੋ ਸਕਦਾ 2 ਸਾਲ ਲੱਗ ਜਾਣ। ਸੋ ਵੀ ਹੈਵ ਟੂ ਲਰਨ ਟੂ ਲਿਵ ਵਿਦ COVID-19। ਸਾਨੂੰ ਇਹਦੇ ਰਹਿਣਾ ਸਿੱਖੀਏ, ਇਹਦੇ ਨਾਲ ਇਹ ਤੋਂ ਬਚਾਅ ਕਰਨਾ ਸਿੱਖੀਏ, ਇਹਨੂੰ ਫੈਲਾਈਏ ਨਾ, ਕੋਸ਼ਿਸ਼ ਕਰੋ। ਔਰ ਜਿਹੜੀਆਂ ਸਾਨੂੰ ਸਰਕਾਰਾਂ ਜੋ ਹਦਾਇਤਾਂ ਦੇ ਰਹੀਆਂ ਨੇ, ਆਪਾਂ ਨੂੰ ਉਹਨੂੰ ਮੰਨ ਲੈਣਾ ਚਾਹੀਦਾ ਹੈ। ਬਿਲਕੁਲ ਜੀ ਸਰ। ਤੇ ਹੁਣ ਥੋੜਾ ਜਿਹਾ ਭਾਰਤ ਦਾ ਰੁਖ ਕਰ ਲਈਏ ਤੇ ਮੋਦੀ ਸਰਕਾਰ ਦੇ ਵੱਲੋਂ ਜੋ ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਚੁੱਕੇ ਨੇ। ਹੈਲੋ ਮੈਡਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਹੋ? ਵਿਨੀਪੈਗ ਤੋਂ ਬੋਲ ਰਿਹਾ ਜੀ ਮੈਂ। ਮੈਡਮ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ, ਜਿਹੜੀਆਂ ਭਾਰਤ ਵੰਦੇ ਮਿਸ਼ਨ ਦੇ ਤਹਿਤ ਫਲਾਈਟਸ ਜਿਹੜੀਆਂ ਹੈਗੀਆਂ ਟੋਰਾਂਟੋ ਤੋਂ ਅੰਮ੍ਰਿਤਸਰ ਜਾ ਰਹੀਆਂ ਨੇ ਜੀ, ਤਾਂ ਜਿਹੜੇ ਬੰਦੇ ਵਿਨੀਪੈਗ ਤੋਂ ਟੂਰਿਸਟ ਆਏ ਨੇ, ਜਿਨ੍ਹਾਂ ਨੇ ਵਿਨੀਪੈਗ ਤੋਂ ਟੋਰਾਂਟੋ ਆਉਣਾ ਹੈ, ਕੀ ਉਹ ਜਿਹੜੀਆਂ ਡੋਮੈਸਟਿਕ ਫਲਾਈਟਸ ਲੈ ਸਕਦੇ ਇੱਥੋਂ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਸਰ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇਖੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਅਸੀਂ ਜਵਾਬ ਦੇ ਰਹੇ ਹਾਂ। ਜਸਟ 10 ਮਿੰਟ ਲਈ ਵੇਟ ਕਰ ਲਿਓ। ਥੈਂਕ ਯੂ ਸੋ ਮਚ ਸਰ। ਸਾਰੇ ਜਵਾਬ ਦੇਵਾਂਗੇ। ਥੈਂਕ ਯੂ ਜੀ ਬਿਲਕੁਲ ਸਰ। ਭਾਰਤ ਸਰਕਾਰ ਦੀ ਮੈਂ ਗੱਲ ਕਰ ਰਹੀ ਸੀ। ਮੋਦੀ ਸਰਕਾਰ ਨੇ ਖਾਸ ਤੌਰ ਤੇ ਜਿਹੜੀ ਸਾਡੀ ਉੱਥੇ ਗਰੀਬ ਕਮਿਊਨਿਟੀ ਆ ਉਹਨਾਂ ਦੇ ਲਈ 3 ਮਹੀਨੇ ਤੋਂ, ਕਿਉਂਕਿ ਸਭ ਨੂੰ ਪਤਾ ਹੈ ਕਿ ਹਰ ਕੋਈ ਉੱਥੇ ਜਿੰਨਾ ਕੁ ਕਮਾਉਂਦਾ ਉਹਨਾਂ ਕੁ ਖਾਂਦਾ ਆ, ਸੋ ਦਿਹਾੜੀਦਾਰ ਮਜ਼ਦੂਰਾਂ ਦੇ ਲਈ ਖਾਸ ਤੌਰ ਤੇ ਜਿਹੜਾ ਆ ਉਹਨਾਂ ਨੇ ਰਾਸ਼ਨ ਦਾ ਜਿਹੜਾ ਇੰਤਜ਼ਾਮ ਕੀਤਾ ਸੀ। ਦਾਲ ਚੌਲ ਹਰ ਰੋਜ਼ ਕੁਝ ਆਮਦ ਦੇ ਤਹਿਤ ਵੰਡੇ ਜਾ ਰਹੇ ਸੀਗੇ।
ਸੋ ਹੁਣ ਕਿਹਾ ਗਿਆ ਕਿ ਇਸ ਪ੍ਰੋਸੈਸ ਨੂੰ ਉਹਨਾਂ ਨੇ ਜੋ ਭੋਜਨ ਵੰਡਣਾ ਸੀ ਉਹਦੇ ਪ੍ਰੋਸੈਸ ਨੂੰ 2 ਮਹੀਨੇ ਲਈ ਹੋਰ ਵਧਾ ਦਿੱਤਾ ਗਿਆ, ਨਵੰਬਰ ਤੱਕ ਇਹਨੂੰ ਵਧਾ ਕੇ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨਾਮ ਬੜਾ ਵਧੀਆ ਰੱਖਿਆ ਜੀ। ਦੇਖੋ ਜੀ ਸ਼ੁਕਰ ਹੈ ਐਤਕੀ ਇਹਨਾਂ ਨੇ ਇਹ ਨਹੀਂ ਕਿਹਾ ਤਾਲੀ ਵਜਾਓ ਥਾਲੀ ਵਜਾਓ ਪਟਾਕੇ ਚਲਾਓ ਕੁਛ ਹੋਰ ਕਰੋ ਤੁਹਾਡਾ ਇਲਾਜ ਹੋ ਜਾਊਗਾ। ਚਲੋ ਉਸ ਯੋਜਨਾ ਦੇ ਅਧੀਨ ਜੀ ਇਹਨਾਂ ਨੇ ਨਵੰਬਰ ਤੱਕ, ਕਿਉਂਕਿ ਉਹਦਾ ਰੀਜ਼ਨ ਹੈ ਤਰਨ ਇਹ ਤਾਂ ਵੀ ਉਹ ਸਾਰਾ ਫੈਸਟਿਵ ਸੀਜ਼ਨ ਉਦੋਂ ਤੱਕ ਹੁੰਦਾ, ਉਦੋਂ ਜ਼ਰੂਰਤ ਪਏਗੀ ਸਭ ਨੂੰ, ਉਹਦੇ ਕਰਕੇ ਜੀ 5 ਕਿਲੋ ਕੋਈ ਵੀ ਵੀਟ ਕਿਸੇ ਵੀ ਕਿਸਮ ਦਾ ਚੌਲ ਹੋ ਸਕਦੇ ਆ, ਕਣਕ ਹੋ ਸਕਦੀ ਹੈ, ਕੁਛ ਵੀ, ਤੇ 1 ਕਿਲੋ ਦਾਲ ਫ੍ਰੀ ਆਫ ਕਾਸਟ ਮਿਲੇਗੀ ਜੀ। ਮੈਨੂੰ ਸਮਝ ਨਹੀਂ ਆਉਂਦੀ ਤਰਨ ਵੀ ਇੰਨੇ ਕੁ ਨਾਲ ਕਿਵੇਂ ਗੁਜ਼ਾਰਾ ਹੋਏਗਾ, ਕਿਸ ਤਰ੍ਹਾਂ ਹੋਏਗਾ ਇੱਕ ਪਰਿਵਾਰ ਦਾ, ਪਰ ਸਰਕਾਰ ਦੇ ਰਹੀ ਹੈ, ਠੀਕ ਹੈ, ਇਹ ਵੀ ਨਹੀਂ ਪਤਾ ਜਿਹੜੇ ਸਿਫਾਰਸ਼ੀ ਉਹ ਲੈ ਜਾਂਦੇ ਆ। ਸਰ ਉਹੀ ਮੈਂ ਕਹਿਣ ਲੱਗੀ ਸੀ, ਮਿਲੇ ਕਿੰਨੇ ਕੁ ਨੂੰ ਨੇ, ਕਿਉਂਕਿ ਜਿੰਨੀਆਂ ਕਿ ਇਸ ਵਕਤ ਸੋਸ਼ਲ ਮੀਡੀਆ ਤੇ ਅਸੀਂ ਜਿੰਨੀਆਂ ਕੁ ਇੰਟਰਨੈਸ਼ਨਲ ਮੀਡੀਆ ਉੱਤੇ ਅਸੀਂ ਵੀਡੀਓਜ਼ ਦੇਖੀਆਂ ਨੇ, ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ, ਭੁੱਖ ਦੇ ਕਰਕੇ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਰੇਲਵੇ ਸਟੇਸ਼ਨ ਦੇ ਉੱਤੇ, ਜਿਹਦੇ ਉੱਤੇ ਚਾਦਰ ਦਿੱਤੀ ਹੋਈ ਸੀ ਤੇ ਉਹਦਾ ਮਹਿਜ਼ 1.5 ਸਾਲ ਦਾ ਬੱਚਾ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਭੁੱਖਮਰੀ ਕਰਕੇ ਉਹਨਾਂ ਦੀ ਡੈਥ ਹੋਈ ਸੀ, ਉਹਨਾਂ ਨੂੰ 2-3 ਦਿਨ ਤੋਂ ਖਾਣਾ ਨਹੀਂ ਮਿਲਿਆ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਰਾਸ਼ਨ ਵੰਡਿਆ ਕਿਹਨੂੰ ਜਾ ਰਿਹਾ। ਤਰਨ ਰੌਲਾ ਹੀ ਇਸ ਗੱਲ ਦਾ ਕਿ ਸਾਡੀ ਉੱਥੋਂ ਦੀ ਸਰਕਾਰ ਕਈਆਂ ਨੂੰ ਮੇਰੀ ਗੱਲ ਚੰਗੀ ਲੱਗਣੀ ਜੀ, ਇਸ ਮਾਮਲੇ 'ਚ ਟੋਟਲੀ ਫੇਲ ਹੋਈ ਹੈ ਜੀ। ਕੱਲੀ ਸੈਂਟਰਲ ਸਰਕਾਰ ਨੇ ਜੀ, ਇਨਕਲੂਡਿੰਗ ਜਿਹੜੀਆਂ ਸਾਡੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ, ਉਹਨਾਂ ਨੇ ਵੀ ਕੋਈ ਪੱਤਾ ਨਹੀਂ ਜੀ ਵਾਚਿਆ, ਕਿਸੇ ਦਾ ਕੋਈ ਹਾਲ ਨਹੀਂ ਕੀਤਾ। ਇਮੈਜਿਨ ਕਰੋ ਸਾਡੀ ਫੈਡਰਲ ਸਰਕਾਰ ਨੇ ਹੁਕਮ ਕਰਤਾ ਜੀ ਬੰਦ, ਉਹ ਭਾਈ ਬੰਦ ਨੂੰ ਕਰੋਗੇ ਕਿਵੇਂ? ਜਿਹੜੇ ਲੋਕੀ ਥਾਂ ਥਾਂ ਤੇ ਗਏ ਹੋ ਕਿਵੇਂ ਜਾਣਗੇ? ਲੋਕੀ 1200 1300 ਕਿਲੋਮੀਟਰ 2000 ਕਿਲੋਮੀਟਰ ਤੁਰ ਕੇ ਗਏ ਨੇ ਜੀ, ਉਹਨਾਂ 'ਚ ਕਿੰਨਿਆਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਭੁੱਖਣ ਭਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਅਜਿਹਾ ਕੁਛ ਹੈ। ਸਰਕਾਰ ਅੰਦਰ 에ਅਰ ਕੰਡੀਸ਼ਨਾਂ ਦੇ ਵਿੱਚ ਬਹਿ ਕੇ, ਪਹਿਲੀ ਗੱਲ ਤੁਸੀਂ ਉਹ ਦੇਖੋ ਤਰਨ, ਐਡੀ ਵੱਡੀ ਗੱਲ ਚੱਲ ਰਹੀ ਹੈ, ਪ੍ਰਧਾਨ ਮੰਤਰੀ ਦਾ ਕਿਤੇ ਬਿਆਨ ਹੁੰਦਾ, ਹੋਮ ਮਿਨਿਸਟਰ ਪਤਾ ਹੀ ਨਹੀਂ ਕਿੱਥੇ ਆ, ਹੈਲਥ ਮਿਨਿਸਟਰ ਦਾ ਕੋਈ ਪਤਾ ਨਹੀਂ ਹੈ, ਸਾਡਾ ਫਾਈਨੈਂਸ ਮਿਨਿਸਟਰ ਉਹ ਪਤਾ ਨਹੀਂ ਕੀ ਕਿੱਥੇ ਹੈਗੇ ਆ। ਤੁਸੀਂ ਘੱਟੋ ਘੱਟ ਲੋਕਾਂ 'ਚ ਆਓ। ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਜੀ, ਹਰ ਰੋਜ਼ ਆ ਕੇ ਬਿਆਨ ਦੇ ਕੇ ਜਾਂਦਾ ਜੀ। ਸਾਡਾ ਪ੍ਰੀਮੀਅਰ ਹੈ ਜੀ ਫੋਰਡ ਸਾਹਿਬ, ਹਰ ਰੋਜ਼ ਆ ਕੇ ਬਿਆਨ ਦੇ ਕੇ ਜਾਂਦੇ। ਸਰ ਉਹਨਾਂ ਦੇ ਬਿਆਨ ਦੀ ਵੇਟ ਹੁੰਦੀ ਹੈ ਕਿ ਆਉਣਗੇ, ਕੋਈ ਨਵੀਂ ਅਨਾਉਂਸਮੈਂਟ ਕਰਨਗੇ, ਕੁਝ ਨਵਾਂ ਮਿਲੂਗਾ। ਜਦੋਂ ਪ੍ਰਧਾਨ ਮੰਤਰੀ ਸਾਹਿਬ ਅਨਾਉਂਸਮੈਂਟ ਕਰਨ ਲੱਗਦੇ ਨਾ, ਪਹਿਲਾਂ ਹੀ ਜਨਤਾ ਡਰ ਜਾਂਦੀ ਹੈ ਕਿ ਹੁਣ ਕੀ ਬੰਦ ਕਰਨ ਲੱਗੇ, ਹੁਣ ਕੀ ਨਵਾਂ ਤਹਿਲਕਾ ਮਚਾਉਣਾ ਉਹਨਾਂ ਨੇ। ਤੇ ਅੱਗੇ ਜਿਹੜੇ ਭਗਤ ਨੇ ਉਹਨਾਂ ਦਾ ਉਹ ਭੰਗੜੇ ਪਾ ਰਹੇ ਆ। ਦੱਸੋ ਤੁਸੀਂ, ਤੁਹਾਨੂੰ ਉਹਨੇ ਤਾਲੀ ਵਜਾਉਣ ਨੂੰ ਕਿਹਾ ਤੇ ਤੁਸੀਂ ਢੋਲ ਵਜਾ ਕੇ, ਕੋਵਿਡ ਤੁਹਾਨੂੰ ਕਿਹਾ ਵੀ ਪਰੇ ਰਹੋ, ਤੁਸੀਂ ਇਕੱਠੇ ਰਲ ਕੇ ਭੰਗੜੇ ਪਾ ਰਹੇ ਹੋ। ਕਿ ਪਰਮਾਤਮਾ ਸਮਤ ਬਖਸ਼ੇ, ਸਭ ਨੂੰ ਬਖਸ਼ੇ ਜੀ। ਪਲੀਜ਼ ਪ੍ਰਚਾਰ ਰੱਖੋ, ਅਜੇ ਦੀ ਦਵਾਈ ਨਹੀਂ ਆਈ। ਬਿਲਕੁਲ ਜੀ। ਤੇ ਸਰ ਪ੍ਰੋਗਰਾਮ ਵੀ ਸਮਾਪਤੀ ਵੱਲ ਵੱਧ ਰਿਹਾ ਹੈ ਤੇ ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ, ਜਿਹੜੇ ਇਸ ਵਕਤ ਸਾਨੂੰ ਕਾਲਰਸ ਨੇ ਕਾਲ ਕੀਤੀ ਸੀ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਨਾ ਰਹਿ ਜਾਣ। ਉਸ ਤੋਂ ਬਾਅਦ ਤੁਹਾਡਾ ਜੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਹੋ, ਇੰਟਰਸਟਿੰਗ ਫੈਕਟ ਦੱਸਦੇ ਹੋ, ਉਹਦੇ ਬਾਰੇ ਵੀ ਅਸੀਂ ਜਾਣਾਂਗੇ। ਪਹਿਲਾਂ ਜਿਹੜੀ ਕਾਲ ਆਈ ਸੀ, ਮੈਮ ਨੇ ਪੁੱਛਿਆ ਸੀਗਾ ਕਿ PR ਆ ਸਕਦੇ ਹਨ ਜਾਂ ਨਹੀਂ, ਇਹਦੇ ਵਿੱਚ ਕੁਝ ਐਗਜ਼ੈਂਪਸ਼ਨਸ ਵੀ ਹੈਗੇ ਨੇ ਸਰ, ਪਹਿਲਾਂ ਇਹਨਾਂ ਦੇ ਬਾਰੇ ਡਿਟੇਲ 'ਚ ਤੁਸੀਂ ਜ਼ਰੂਰ ਦੱਸ ਦਿਓ। ਤੇ ਮੈਨੂੰ ਇਉਂ ਲੱਗਦਾ ਤਰਨ, ਜਿਹਨਾਂ ਨੇ ਪਹਿਲਾਂ ਆਲਰੇਡੀ ਕੀਤਾ ਹੈ ਉਹ ਚੀਜ਼ਾਂ ਨਹੀਂ ਬੰਦ ਹੁੰਦੀਆਂ। ਇਹ ਜਿਹੜੀ ਨਵੀਂ ਆਈ ਹੈਗੀ ਆ, ਜਿਹੜੀ 31 ਜੁਲਾਈ ਤੱਕ ਹੈ, ਜਿਨ੍ਹਾਂ ਨੇ ਹੁਣ ਤੱਕ ਕੁਝ ਨਹੀਂ ਕੀਤਾ ਹੈਗਾ, ਮੈਨੂੰ ਲੱਗਦਾ ਉਹ ਸਾਰਿਆਂ ਦੇ ਵਿੱਚ ਬੈਨ ਹੋ ਜਾਏਗਾ ਜੀ। ਬਟ ਸਟਿਲ ਪਲੀਜ਼ ਚੈੱਕ ਵਿਦ ਦਾ 에ਅਰਲਾਈਨ ਜਿਹੜੀਆਂ ਤੁਸੀਂ। ਬਿਲਕੁਲ, ਅੱਜ ਮੇਰੀ ਐਕਚੁਅਲੀ ਮਿਸਟਰ ਖੈਰਾ ਦੇ ਨਾਲ ਇਸ ਮਾਮਲੇ ਉੱਤੇ ਗੱਲਬਾਤ ਹੋਈ ਸੀ ਕਿ ਕੌਣ ਕੌਣ ਆ ਸਕਦਾ, ਕੌਣ ਕੌਣ ਨਹੀਂ ਆ ਸਕਦਾ। ਜੇ ਤੁਸੀਂ ਇਜਾਜ਼ਤ ਦੇਵੋ ਤਾਂ ਮੈਂ ਜ਼ਰੂਰ ਦਰਸ਼ਕਾਂ ਨਾਲ ਥੋੜੀ ਜਿਹੀ ਸਾਂਝੀ ਕਰਨਾ ਚਾਹੂੰਗੀ। ਸੋ ਖਾਸ ਤੌਰ ਤੇ ਜਿਨ੍ਹਾਂ ਨੇ ਜਿਹੜੇ ਵੀ ਇਸ ਵਕਤ ਵਰਕ ਪਰਮਿਟ ਹੋਲਡਰਸ ਨੇ, ਚਾਹੇ ਉਹ ਓਪਨ ਵਰਕ ਪਰਮਿਟ ਹੈ ਜਾਂ ਫਿਰ ਉਹ ਕਿਸੇ EMPLOYER ਸਪੈਸੀਫਿਕ ਵਰਕ ਪਰਮਿਟ ਹੈ, ਉਹਨਾਂ ਨੂੰ, ਤੇ ਨਾਲ ਦੇ ਨਾਲ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਖਾਸ ਤੌਰ ਤੇ ਤੁਹਾਨੂੰ ਆਪਣੇ ਆਪਣੇ ਅਦਾਰਿਆਂ ਤੋਂ ਇੱਕ ਲੈਟਰ ਲੈਣੀ ਪੈਣੀ ਹੈ ਕਿ ਅਫਕੋਰਸ ਤੁਹਾਨੂੰ ਤੁਹਾਡੀ ਇੱਥੇ ਜ਼ਰੂਰਤ ਹੈਗੀ ਹੈ, ਤੁਹਾਡੇ ਤੋਂ ਬਿਨਾਂ ਕੰਮ ਨਹੀਂ ਚੱਲਣਾ ਹੈਗਾ। ਸਟੂਡੈਂਟਸ ਨੂੰ ਲੈਟਰ ਲੈਣੀ ਪੈਣੀ ਹੈ ਕਾਲਜਸ ਲਈ ਕਿ ਤੁਹਾਡਾ ਪ੍ਰੈਜ਼ੈਂਟ ਹੋਣਾ ਕਾਲਜ ਵਿੱਚ ਜ਼ਰੂਰੀ ਹੈ, ਕਾਲਜ ਖੁੱਲ ਚੁੱਕੇ ਨੇ, ਤਾਂ ਹੀ ਤੁਹਾਨੂੰ 에ਅਰਲਾਈਨਸ ਵਿੱਚ ਆਉਣ ਦੀ ਇਜਾਜ਼ਤ ਹੋਏਗੀ। ਬਾਕੀ ਰਹੀ ਗੱਲ PR ਹੋਲਡਰਸ ਐਂਡ ਸਿਟੀਜ਼ਨਸ ਦੀ, ਉਹ ਆ ਸਕਦੇ ਨੇ ਪ੍ਰਾਇੋਰਟੀ ਬੇਸਿਸ ਦੇ ਉੱਤੇ, ਕਿਉਂਕਿ ਉਹਨਾਂ ਦੀ ਪ੍ਰਾਇੋਰਟੀ ਹੈ, ਉਹਨਾਂ ਦਾ ਇਸ ਦੇਸ਼ ਵਿੱਚ ਆਉਣ ਦਾ ਪੂਰਾ ਅਧਿਕਾਰ ਹੈ। ਬਾਕੀ ਜਿਹੜੇ ਟੂਰਿਸਟ ਵੀਜ਼ਾ ਹੋਲਡਰ ਨੇ ਜਾਂ ਦੂਸਰੇ ਨੇ, ਉਹਨਾਂ ਦਾ ਆਉਣਾ ਥੋੜਾ ਮੁਸ਼ਕਿਲ ਹੈ। ਜੇ ਵਰਕ ਪਰਮਿਟ ਹੋਲਡਰ ਦਾ ਕੋਈ ਤੁਹਾਡੀ ਫੈਮਿਲੀ ਦਾ ਕੋਈ ਮੈਂਬਰ ਜਿਹੜਾ ਇੱਥੇ ਕੈਨੇਡਾ ਵਿੱਚ PR ਹੈ, ਤਾਂ ਉਸ ਬੇਸ ਦੇ ਉੱਤੇ ਤੁਸੀਂ ਸ਼ਾਇਦ ਅਪਲਾਈ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਥੋੜੀ ਪ੍ਰਾਇੋਰਟੀ ਦਿੱਤੀ ਜਾ ਸਕਦੀ ਹੈ। ਪਰ ਫਿਲਹਾਲ ਜੇਕਰ ਤੁਸੀਂ ਟਿਕਟ ਬੁੱਕ ਕਰਾਉਣੀ ਹੈ, ਉਸ ਤੋਂ ਪਹਿਲਾਂ ਤੁਸੀਂ ਅਥਾਰਟੀ ਲੈਟਰ ਜ਼ਰੂਰ ਆਪਣੇ EMPLOYER ਤੋਂ ਜਾਂ ਫਿਰ ਆਪਣੇ ਕਾਲਜ ਤੋਂ ਲੈ ਲਿਓ। ਸਿਟੀਜ਼ਨਸ ਪੱਕਾ ਆ ਸਕਦੇ ਨੇ, PR ਹੋਲਡਰਸ ਉਹਨਾਂ ਨਾਲ ਆ ਸਕਦੇ ਨੇ ਜਿਨ੍ਹਾਂ ਦਾ ਕੋਈ ਮੈਂਬਰ ਜਿਹੜਾ ਸਿਟੀਜ਼ਨ ਹੈਗਾ, ਅਦਰਵਾਈਜ਼ ਸੈਕੰਡ ਪ੍ਰਾਇੋਰਟੀ PR ਹੋਲਡਰਸ ਨੂੰ ਹੋਏਗੀ। ਬਾਕੀ ਸਰ ਓਵਰ ਟੂ ਯੂ। ਥੈਂਕ ਯੂ ਤਰਨ। ਇੱਕ ਆਪਾਂ ਨੂੰ ਸਵਾਲ ਆਇਆ ਸੀਗਾ ਕਿ ਤੁਸੀਂ ਵਿਜ਼ਟਰ ਆਏ ਹੋਏ ਨੇ ਤੇ ਉਹ ਟਰੈਵਲ ਕਰਨਾ ਚਾਹੁੰਦੇ ਆ। ਮੇਰੇ ਖਿਆਲ ਵਿਜ਼ਟਰ ਵਿਦਨ ਕੈਨੇਡਾ ਟਰੈਵਲ ਕਰ ਸਕਦੇ ਜੀ, ਅਕੋਰਡਿੰਗ ਟੂ ਜਿਹੜਾ ਤੁਸੀਂ ਤੁਹਾਨੂੰ 에ਅਰਪੋਰਟ ਦੇ ਵਿੱਚ ਜਿਹੜੀਆਂ ਮਾਸਕ ਲਾ ਕੇ ਜਾਣਾ ਪੈਂਦਾ, ਜਿਹੜੀ ਸੀਟ ਵੀ ਹੋਏਗੀ ਤੁਹਾਡੀ ਉਹ ਇਕੱਲਿਆਂ ਦੀ। ਬਟ
ਮੈਨੂੰ ਜਿੰਨਾ ਕੁ ਪਤਾ ਸੀ ਮੈਂ ਉਨੀ ਦੱਸ ਰਿਹਾ ਜੀ, ਪਰ ਸਟਿਲ ਬਿਫੋਰ ਯੂ ਗੋ ਟੂ ਦੀ 에ਅਰਪੋਰਟ ਪਲੀਜ਼ ਚੈੱਕ ਵਿਦ ਯੂਰ ਅਥਾਰਟੀਜ਼ ਤੇ ਤੁਹਾਨੂੰ ਫਿਰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ ਜੀ। ਬਿਲਕੁਲ ਜੀ, ਜਿਹੜੇ ਇਸ ਵਕਤ ਬੈਨ ਦੇ ਵਿੱਚ ਐਸੈਂਸ਼ੀਅਲ ਜਿਹੜੇ ਵਰਕਰ ਨੇ ਉਹਨਾਂ ਨੂੰ ਜ਼ਰੂਰ ਕਿਹਾ ਗਿਆ ਕਿ ਉਹਨਾਂ ਨੂੰ ਥੋੜਾ ਜਿਹਾ ਵਿੱਚ ਥੋੜੀ ਬਹੁਤ ਛੋਟ ਦਿੱਤੀ ਗਈ ਹੈ। ਸੋ ਜੇਕਰ ਤੁਸੀਂ ਫੋਰਨ ਵਰਕਰ ਹੈਗੇ ਹੋ ਪਰ ਤੁਹਾਡੇ ਕੁਝ ਸੀਜ਼ਨਲ ਵਰਕਰਸ ਵਿੱਚ ਆਉਂਦੇ ਹੋ, ਤੁਸੀਂ ਕੇਅਰ ਗਿਵਰ ਦੇ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਇਸ ਦੇ ਵਿੱਚੋਂ ਥੋੜੀ ਜਿਹੀ ਅਸੰਪਸ਼ਨਸ ਜਿਹੜੀਆਂ ਮਿਲੀਆਂ ਹੋਈਆਂ ਨੇ। ਤੁਸੀਂ ਕੋਈ ਕੈਬਨ ਕਰੀਓ ਕਿਸੇ 에ਅਰਲਾਈਨਸ ਦੇ ਨਾਲ, ਤੁਸੀਂ ਕੋਈ ਡਿਪਲੋਮੈਟਸ ਦੇ ਨਾਲ ਤੁਹਾਡੇ ਰੈਲੇਵੈਂਟ ਤੁਸੀਂ ਹੈਗੇ ਹੋ ਕਿਸੇ ਐਵੇਂ ਦੇ ਅਹੁਦੇ ਉੱਤੇ, ਸੋ ਤੁਸੀਂ ਆ ਸਕਦੇ ਹੋ, ਤੁਹਾਨੂੰ ਕੋਈ ਪਾਬੰਦੀ ਨਹੀਂ ਹੈਗੀ। ਬਟ ਇਹ ਜ਼ਰੂਰ ਹੈ ਕਿ ਨਾਲ ਤੁਸੀਂ ਆਪਣੀ ਇੱਕ ਲੈਟਰ ਜ਼ਰੂਰ ਜਿਹੜੀ ਆ ਉਹ 에ਅਰਲਾਈਨ ਬੁੱਕ ਕਰਵਾਉਣ ਵੇਲੇ ਨਾਲ ਜ਼ਰੂਰ ਲਗਾਉਣੀ ਹੈ। ਸੋ ਸਰ ਸਮਾਂ ਵੀ ਹੋ ਚੁੱਕਿਆ ਹੁਣ ਇਸ ਵਕਤ ਤੁਹਾਡੇ ਫੈਕਟ ਜਾਣਨ ਦਾ, ਸੋ ਉਹਦੇ ਬਾਰੇ ਜ਼ਰੂਰ ਦੱਸਿਓ ਅੱਜ ਕਿਸ ਚੀਜ਼ ਬਾਰੇ ਜਾਣਕਾਰੀ ਦੇ ਰਹੇ ਹੋ। ਤਰਨ ਅੱਜ ਮੈਂ ਫਿਰ ਕੁਝ ਪਰਸਨੈਲਿਟੀਜ਼ ਬਾਰੇ ਲਗਾਤਾਰ ਚੱਲ ਰਹੀ ਜਾ ਰਿਹਾ, ਮੈਂ ਆਈ ਵਿਲ ਟਰਾਈ ਟੂ ਚੇਂਜ ਇਟ। ਅੱਜ ਫਿਰ ਪਰਸਨੈਲਿਟੀ ਬਾਰੇ ਗੱਲ ਕਰ ਰਹੇ ਜੀ। ਇਹ ਜਿਹੜੀ ਪਰਸਨੈਲਿਟੀ ਹੈ ਜੀ, ਮੈਂ ਤੁਹਾਨੂੰ ਹਿੰਟ ਨਾਲ ਦੇ ਚੱਲਾਂਗਾ। ਆਈ ਵਿਸ਼ ਕਿ ਤੁਸੀਂ ਪਲੀਜ਼ ਦੱਸਿਆ ਕਰੋ। ਇਹ ਬ੍ਰਿਟਿਸ਼ ਇੰਡੀਅਨ ਐਕਟਰ ਸੀਗੇ ਜੀ, ਇਹ ਕਈ ਲੈਂਗੁਏਜਸ ਬੋਲ ਸਕਦੇ ਸੀਗੇ। ਇਹ ਰੇਡੀਓ ਤੇ ਕੰਮ ਕੀਤਾ ਜੀ, ਸਟੇਜ ਤੇ ਕੰਮ ਕੀਤਾ, ਟੈਲੀਵਿਜ਼ਨ 'ਚ ਕੰਮ ਕੀਤਾ। ਇਹਨਾਂ ਦੇ 6 ਦਹਾਕੇ ਇਹਨਾਂ ਨੇ ਇਸ ਸਿਸਟਮ ਦੇ ਵਿੱਚ ਕੰਮ ਕੀਤਾ ਜੀ। ਇਹਨਾਂ ਨੇ 150 ਬ੍ਰਿਟਿਸ਼ ਫਿਲਮਾਂ 'ਚ ਕੰਮ ਕੀਤਾ ਜੀ, 150 ਬ੍ਰਿਟਿਸ਼ ਅਮਰੀਕਨ ਤੇ ਇੰਡੀਅਨ ਮੂਵੀਜ਼ ਦੇ ਵਿੱਚ ਕੰਮ ਕੀਤਾ ਜੀ। ਇਹਨਾਂ ਨੇ ਇੱਕ ਸੀਗਾ ਜੀ ਫਿਲਮ ਸੀਗੀ ਸੂਟੇਬਲ ਬॉय, ਤੁਹਾਨੂੰ ਲੱਭ ਸਕਦਾ ਜੀ ਹੁਣ ਸੂਟੇਬਲ ਬॉय, ਉਹਦੇ ਵਿੱਚ ਇਹਨਾਂ ਨੇ ਆਵਾਜ਼ ਦਿੱਤੀ ਸੀਗੀ। ਉਹਦੇ 86 ਕਰੈਕਟਰਸ ਨੇ ਤਰਨ, ਸਾਰਿਆਂ ਦੀ ਆਵਾਜ਼ ਇਹਨਾਂ ਨੇ ਦਿੱਤੀ ਸੀਗੀ। ਇਮੈਜਿਨ ਕਰੋ 86 ਬੰਦਿਆਂ ਦੀ ਆਵਾਜ਼ ਬਦਲ ਕੇ ਉਹਦੇ 'ਚ ਰਿਕਾਰਡ ਕਰਵਾਉਣੀ, ਇਹਨਾਂ ਨੇ ਆਵਾਜ਼ ਦਿੱਤੀ ਸੀਗੀ ਜੀ। ਇਹਨਾਂ ਨੂੰ ਮੋਸਟ ਐਕਸੀਲੈਂਟ ਆਰਡਰ ਆਫ ਬ੍ਰਿਟਿਸ਼ ਅੰਪਾਇਰ ਉਹ ਇਹਨਾਂ ਨੂੰ ਮਿਲਿਆ ਹੋਇਆ ਜੀ। ਇਹ ਪਹਿਲੇ ਏਸ਼ੀਅਨ ਸੀਗੇ ਜਿਨ੍ਹਾਂ ਨੂੰ ਬ੍ਰਿਟਿਸ਼ ਤੇ ਕੈਨੇਡੀਅਨ ਫਿਲਮ ਅਵਾਰਡ ਵਾਸਤੇ ਨੋਮੀਨੇਟ ਕੀਤਾ ਗਿਆ। ਇਹਨਾਂ ਨੂੰ ਡੈਥ ਤੋਂ ਬਾਅਦ ਪਦਮ ਸ਼੍ਰੀ ਵੀ ਦਿੱਤਾ ਗਿਆ ਜੀ। ਇਹਨਾਂ ਨੇ ਜਿਹੜਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਏ ਇੰਗਲਿਸ਼ ਅਨਾਉਂਸਰ ਸ਼ੁਰੂ ਕੀਤਾ ਸੀਗਾ ਜੀ, ਔਰ 250 ਰੁਪਏ ਇਹਨਾਂ ਨੂੰ ਮਹੀਨੇ ਦਾ ਮਿਲਦਾ ਸੀ। ਉਸੇ ਹਾਲਤ ਇਹ ਸੀਗੀ, ਇਹਨਾਂ ਕੋਲੇ ਰਹਿਣ ਨੂੰ ਥਾਂ ਨਹੀਂ ਸੀ, ਔਰ ਰੇਲਵੇ ਸਟੇਸ਼ਨ ਤੇ ਜਾ ਕੇ ਇਹ ਪਹਿਲਾਂ ਰਹਿੰਦੇ ਰਹੇ ਜੀ। ਇਹਨੇ ਫਿਲਮਾਂ ਦਾ ਦੱਸ ਦਿੰਦਾ ਸ਼ਾਇਦ ਹੁਣ ਤੁਹਾਨੂੰ ਪਤਾ ਲੱਗ ਜੇ ਫਿਲਮਾਂ ਕਿਹੜੀਆਂ 'ਚ ਕੰਮ ਕੀਤਾ, ਮਸ਼ਹੂਰ ਫਿਲਮਾਂ। ਵੈਸੇ ਇਹਨਾਂ ਸ਼ੌਨ ਕਾਨਰੀ ਨਾਲ ਕੰਮ ਕੀਤਾ ਜੀ, ਮਾਈਕਲ ਕੇਨ ਦੇ ਨਾਲ ਕੀਤਾ, ਪ੍ਰਿੰਸ ਬ੍ਰੌਨਸਨ ਦੇ ਨਾਲ ਕੰਮ ਕੀਤਾ, ਰਿਚਰਡ ਐਟਨਬਰੋ ਜਿਹਦੇ ਕਿ ਗਾਂਧੀ ਫਿਲਮ ਬਣਾਈ ਸੀ ਜੀ, ਉਹਦੇ ਕੰਮ ਕੀਤਾ ਜੀ। ਵਿਲ ਬੀ ਕਨਸਪੀਰੇਸੀ 'ਚ ਕੰਮ ਕੀਤਾ, ਮੈਨ ਹੂ ਵੁੱਡ ਬੀ ਕਿੰਗ ਉਹ 'ਚ ਕੰਮ ਕੀਤਾ, ਸ਼ਤਰੰਜ ਕੇ ਖਿਲਾੜੀ, ਸਫਿੰਕਸ, ਗਾਂਧੀ, ਪੈਸੇਜ ਟੂ ਇੰਡੀਆ, ਦ ਫਾਰ ਪਵੇਲੀਅਨ, ਰੇਜ਼ਰਜ਼ ਐਜ, ਮਾਈ ਬਿਊਟੀਫੁਲ ਲੌਂਡਰੇਟ, ਗੈਂਗਸਟਰ 'ਚ, ਜੂਲ ਇਨ ਦ ਕਰਾਊਨ, ਤੰਦੂਰੀ ਨਾਈਟਸ, ਲਿਟਲ ਨੈਪੋਲੀਅਨਸ, ਕੋਰੋਨੇਸ਼ਨ ਸਟਰੀਟ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਜੀ। ਆਇਆ ਕੋਈ ਜਵਾਬ? ਨਹੀਂ ਜੀ, ਅਜੇ ਤੱਕ ਤਾਂ ਕੋਈ ਜਵਾਬ ਨਹੀਂ ਆਇਆ। ਸੈਯਦ ਜਾਫਰੀ ਜੀ, ਸੈਯਦ ਜਾਫਰੀ ਦੀ ਗੱਲ ਕਰ ਰਹੇ ਜੀ। ਇਹ ਇੰਨੀਆਂ ਕੁਆਲਿਟੀਜ਼ ਦੇ ਮਾਲਕ ਸਨ ਜੀ। ਇਹਨਾਂ ਦੀ ਡੈਥ ਹੋ ਗਈ ਸੀਗੀ ਨਵੰਬਰ 2015 ਦੇ ਵਿੱਚ। ਬਹੁਤ ਫਿਲਮਾਂ 'ਚ ਕੰਮ ਕੀਤਾ ਐਂਡ ਵੈਰੀ ਵਰਸਟਾਈਲ ਐਕਟਰ, ਦੇਖਣ ਵਾਲਾ ਐਕਟਰ ਸੀ। ਜਦੋਂ ਜਿਹੜੇ ਵੀ ਰੋਲ 'ਚ ਮੈਂ ਦੇਖਿਆ ਜੀ, ਕਮਾਲ ਦੀ ਐਕਟਿੰਗ ਕੀਤੀ ਹੈ ਜੀ ਸੈਯਦ ਜਾਫਰੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ। ਅੱਜ ਇੰਨੇ ਕਾਫੀ, ਕੱਲ੍ਹ ਨੂੰ ਫਿਰ ਮਿਲਾਂਗੇ। ਕੱਲ੍ਹ ਨੂੰ ਸਰ ਕੈਨੇਡਾ ਡੇ ਹੈ ਜੀ, ਤੁਹਾਨੂੰ ਕੁਛ ਕੈਨੇਡਾ ਦੇ ਬਾਰੇ ਕੋਸ਼ਿਸ਼ ਕਰਾਂਗੇ। ਤਰਨਜੀਤ ਜੀ ਤੱਥ ਲੈ ਕੇ ਆਏਗੀ ਕੁਛ ਨਾ ਕੁਛ ਕੈਨੇਡਾ ਬਾਰੇ। ਸਰ ਤੁਸੀਂ ਮੇਰੀ ਨਵੀਂ ਡਿਊਟੀ ਲਾ ਦੀ, ਖਬਰਾਂ ਦੇ ਮੈਂ ਲੱਭਣੀ, ਹੁਣ ਮੈਂ ਨਵੇਂ ਤੱਥ ਲੱਭਣੇ, ਇਹ ਡਿਊਟੀ ਤੁਹਾਡੀ ਸਰ। ਦੇਖਾਂਗੇ ਫਿਰ। ਬਿਲਕੁਲ ਜੀ, ਕੱਲ੍ਹ ਨੂੰ ਕੈਨੇਡਾ ਡੇ ਤੇ ਕੁਛ ਨਵਾਂ ਲੈ ਕੇ ਆਵਾਂਗੇ, ਹਾਜ਼ਰ ਹੋਵਾਂਗੇ। ਤੇ ਫਿਲਹਾਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਸਾਥ ਦੇਣ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਜੀ, ਜਿਹੜੀਆਂ 에ਅਰਲਾਈਨਸ ਦਾ ਅਸੀਂ ਸਕੈਜੂਲ ਤੁਹਾਨੂੰ ਦਿਖਾਇਆ ਵਾ, ਤੁਸੀਂ ਉਹ ਇੰਡੀਅਨ ਹਾਈ ਕਮਿਸ਼ਨ ਦੇ ਫੇਸਬੁੱਕ ਪੇਜ ਤੇ ਵੀ ਦੇਖ ਸਕਦੇ ਹੋ, ਉਹਨਾਂ ਦੀ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ। ਸੋ 4th ਫੇਸ ਦਾ ਉਹਨਾਂ ਨੇ ਪੂਰਾ ਸਕੈਜੂਲ ਉੱਥੇ ਪਾ ਦਿੱਤਾ ਆ। ਤੁਸੀਂ ਜਿਹੜੀ ਵੀ 에ਅਰਲਾਈਨ ਆਪਣੇ ਅਕੋਰਡਿੰਗ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ, ਸੋ ਉੱਥੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਹੋਇਆ ਕਿ ਤੁਸੀਂ ਕਿਵੇਂ ਜਾ ਕੇ ਬੁੱਕ ਕਰਵਾ ਸਕਦੇ ਹੋ, ਉੱਥੇ ਤੁਸੀਂ ਦੇਖ ਸਕਦੇ ਹੋ। ਫਿਲਹਾਲ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।